ਕਿ ਇਹਨਾਂ ਆਰਡੀਨੈਂਸਾਂ ਦੇ ਵਿਰੋਧ 'ਚ ਬਿਜਲੀ ਬਿੱਲ ਦੇ ਵਿਰੋਧ 'ਚ ਜਿਣਸਾਂ ਦੇ ਭਾਅ ਨਹੀਂ ਦਿੱਤੇ ਪਿਛਲੇ ਦਿਨਾਂ 'ਚ ਕੇਵਲ 53 ਰੁਪਏ ਵਧਾਇਆ ਝੋਨੇ ਦਾ ਰੇਟ। ਸਿਮਰਤ ਕੌਰ ਇਹਨਾਂ ਕੋਲ ਥੋੜ੍ਹਾ ਪੈਸਾ ਹੈ, ਇੰਨੀ ਪ੍ਰਾਪਰਟੀ ਆ, ਠੇਕਾ ਲੈ ਰੱਖਿਆ ਇਹਨਾਂ ਨੇ ਉੱਥੇ ਮੰਤਰੀ ਮੰਡਲ 'ਚ ਰਹਿਣ ਦਾ, ਮੰਤਰੀ ਛੱਡ ਦਿੰਦੇ। ਭਾਰਤ ਦੇ ਵਿੱਚ 6% ਤੋਂ ਵੱਧ ਕਿਸਾਨ ਨਹੀਂ ਇਹਦੇ 'ਤੇ ਵੇਚ ਰਹੇ ਇਹ ਮੰਡੀ ਦੇ ਵਿੱਚ, ਘੱਟੋ ਘੱਟ 94% ਉਹ ਖੁੱਲ੍ਹੀ ਮੰਡੀ 'ਚ ਹੀ ਵੇਚਦੇ ਆ। ਪਹਿਲਾਂ ਸਾਡੀ ਕੋਸ਼ਿਸ਼ ਇਹ ਹੈ ਕਿ 94 ਨੂੰ ਵੀ ਮੰਡੀ ਮਿਲੇ, 94 ਨੂੰ ਵੀ MSP ਮਿਲੇ। ਇਹ ਕਹਿੰਦੇ 6 ਆ ਜਿਹੜੇ ਤੁਹਾਡੇ, ਅਸੀਂ ਇਹਦੀ ਵੀ ਖਤਮ ਕਰਨ ਜਾ ਰਹੇ ਹਾਂ ਜੋ ਉਹਨਾਂ ਨੇ ਕਰਤੀ ਹੋਈ ਹੈ। ਤਾਂ ਬਹੁਤ ਇੰਪੋਰਟੈਂਟ ਹੋਰ ਕਾਨੂੰਨ ਆ ਰਿਹਾ, ਉਹ ਕਿਸਾਨਾਂ ਵਾਸਤੇ ਵੀ, ਆਮ ਖਪਤਕਾਰਾਂ ਲਈ ਵੀ, ਤੁਹਾਡੇ ਸਾਡੇ ਸਾਰਿਆਂ ਲਈ। ਉਹ ਹੈ ਬਿਜਲੀ ਬਿੱਲ 2020, ਕਿਉਂਕਿ ਹਰ ਮੁਲਾਜ਼ਮ, ਮਜ਼ਦੂਰ, ਕਿਸਾਨ, ਹਰ ਬੰਦਾ ਬਿਜਲੀ ਵਰਤਦਾ। ਟੈਲੀਫੋਨ ਚਾਰਜ ਕਰਨਾ ਤਾਂ ਬਿਜਲੀ, ਤੁਸੀਂ ਕੈਮਰੇ ਦੀ ਬੈਟਰੀ ਚਾਰਜ ਕਰਨੀ ਹੈ ਤਾਂ ਬਿਜਲੀ, ਤੁਸੀਂ ਜੇ ਕਾਰਾਂ ਬਿਜਲੀ ਵਾਲੀ ਆ ਗਈਆਂ ਤਾਂ ਬਿਜਲੀ, ਜੇ ਕੋਈ ਹਨੇਰਾ ਦੂਰ ਕਰਨਾ ਤਾਂ ਬਿਜਲੀ, ਪੱਖਾ ਚਲਾਉਣਾ ਬਿਜਲੀ, ਵਾਸ਼ਿੰਗ ਮਸ਼ੀਨ, ਡਿਸ਼ ਵਾਸ਼ਰ, ਫਰਿੱਜ, ਐਵਰੀਥਿੰਗ ਬਿਜਲੀ ਨਾਲ, ਬਿਜਲੀ 'ਤੇ ਡਿਪੈਂਡੈਂਟ ਹੈ। ਸੋ ਬਿਜਲੀ ਨੂੰ ਇੱਕ ਐਸੀ ਨੀਡ ਬਣਾ ਕੇ ਹੁਣ ਕੇਂਦਰ ਸਰਕਾਰ ਜਿਹੜਾ ਆਪਣਾ ਬਿੱਲ ਬਣਾ ਕੇ ਲੈ ਕੇ ਆ ਰਿਹਾ, ਉਹਦੇ 'ਚ ਫਿਰ ਦੋ ਪਹਿਲੂ ਨੇ। ਮੈਂ ਬਤੌਰ ਪ੍ਰੋਫੈਸ਼ਨ ਡਾਕਟਰ ਹਾਂ, ਠੀਕ ਹੈ। ਜੇ ਮੈਂ ਡਾਕਟਰ ਦੀ ਕੁਰਸੀ 'ਤੇ ਬੈਠਾ ਹੋਵਾਂ ਤਾਂ ਸਾਰੇ ਅਫਸਰ ਕੀ, ਸਾਰੇ ਤੁਸੀਂ ਕੀ, ਸਾਰੇ ਬੰਦੇ ਕਹਿਣਗੇ ਯਾਰ ਬੜੇ ਉੱਚੇ ਰੁਤਬੇ ਦਾ ਬੰਦਾ ਹੈ। ਪਰ ਜੇ ਮੈਂ ਉਹੀ ਡਾਕਟਰ ਦਰਸ਼ਨਪਾਲ ਖੇਤਾਂ 'ਚ ਕੰਮ ਕਰਦਾ ਹੋਵਾਂ, ਮੈਲੇ ਜਿਹੇ ਕੱਪੜੇ ਪਾਏ ਹੋਣ, ਤਾਂ ਸਾਰਾ ਸਮਾਜ ਇਹ ਕਹੂਗਾ ਇਹ ਤਾਂ ਬੜੇ ਨਿਚਲੇ ਰੁਤਬੇ ਦਾ ਹੁੰਦਾ। ਕੈਪਟਨ ਸਾਹਿਬ ਨੇ ਜੋ ਵਾਅਦਾ ਕੀਤਾ ਸੀ ਉਹ ਅੱਧ ਅਧੂਰਾ, ਜਿਵੇਂ ਮੇਂਗਣਾ ਪਾ ਕੇ ਬੱਕਰੀ ਨਹੀਂ ਦੁੱਧ ਦਿੰਦੀ, ਉਵੇਂ ਜੇ ਕੀਤਾ। ਇਹਦੇ ਨਾਲ ਕੋਈ ਬਹੁਤਾ ਕਿਸਾਨੀ ਕਰਜ਼ੇ 'ਚੋਂ ਨਿਕਲ ਜੂਗੀ, ਕਿਸਾਨੀ ਕਰਜ਼ੇ 'ਚੋਂ ਨਿਕਲੂਗੀ, ਉਹਦੀ ਆਮਦਨ, ਫਸਲਾਂ ਦਾ ਰੇਟ ਠੀਕ ਮਿਲੇ, ਉਹਨੂੰ ਜੋ ਕਰਜ਼ੇ 'ਤੇ ਰਕਮ ਮਿਲਦੀ ਹੈ ਉਹ ਕਰਜ਼ੇ 'ਤੇ ਰਕਮ ਅਜਿਹੀਆਂ ਸ਼ਰਤਾਂ 'ਤੇ ਮਿਲੇ ਕਿ ਉਹ 4 ਲੱਖ ਦੀ ਬਜਾਏ 8 ਲੱਖ ਨਾ ਹੋਵੇ, ਉਹ 4 ਲੱਖ ਦੀ 4,25,000 ਹੋਵੇ 6 ਮਹੀਨੇ ਬਾਅਦ। ਜਿਹੜੀ ਵਿਆਜ 1 ਤੋਂ ਲੈ ਕੇ 4% ਸਧਾਰਨ ਵਿਆਜ ਹੋਵੇ, ਵਿਆਜ ਪਰ ਵਿਆਜ ਨਾ ਲੱਗੇ, ਲੰਮੇ ਸਮੇਂ ਲਈ ਕਿਸ਼ਤ 'ਤੇ ਦਿੱਤਾ ਜਾਵੇ। ਕਿਸਾਨ ਨੂੰ 6 ਮਹੀਨੇ ਬਾਅਦ ਆਮਦਨ ਹੋਣੀ ਹੈ। ਕਿਸਾਨ ਨੇ ਬੱਚੇ ਦੀ ਫੀਸ ਵੀ ਭਰਨੀ ਹੈ, ਬਜ਼ੁਰਗ ਦਾ ਇਲਾਜ ਵੀ ਕਰਾਉਣਾ ਹੈ, ਕੋਈ ਹੋਰ ਰਿਸ਼ਤੇਦਾਰੀ ਵਿਆਹ ਵੀ ਜਾਣਾ। ਉਹਨੂੰ ਕਰਜ਼ਾ ਇਸ ਤਰੀਕੇ ਨਾਲ ਦਿਓ ਕਿ ਉਹ ਮੰਨ ਲਓ ਉਹਦੇ ਕੋਲ 4 ਕਿੱਲੇ 1 ਕਰੋੜ ਦੇ ਨੇ, ਤਾਂ ਘੱਟੋ ਘੱਟ ਉਹਨੂੰ 10-15 ਲੱਖ ਦੀ ਉਹਦੀ ਲਿਮਿਟ ਬਣਾਓ ਘੱਟ ਵਿਆਜ 'ਤੇ। ਮੋਦੀ ਸਰਕਾਰ ਜਿਹੜੀ ਮੈਂ ਕਹਿਣਾ ਚਾਹੁੰਦਾ, ਉਹ ਸਾਡੇ ਨਾਲ ਵਾਅਦਾ ਕਰਕੇ ਜਿਹੜਾ ਕਹਿੰਦੇ ਨੇ ਅਸੀਂ ਕੋਸਟ 'ਤੇ 50% ਦੇ, ਤਾਂ ਬਿਲਕੁਲ ਝੂਠ ਬੋਲਦੇ ਨੇ। ਕੋਸਟ ਸਾਡੇ ਨਾਲ ਬੈਠ ਕੇ ਕੈਲਕੂਲੇਟ ਕਰ ਲੈਣ। ਮੈਂ ਆਪਣੇ ਹੱਥਾਂ ਨਾਲ ਕੈਲਕੂਲੇਟ ਕੀਤੀ ਆ, ਝੋਨੇ ਦੀ ਕੋਸਟ 2000 ਰੁਪਏ ਪ੍ਰਤੀ ਕੁਇੰਟਲ ਪੈਂਦੀ ਆ, ਅਤੇ ਜੇ ਉਹ 'ਤੇ 50% ਪਾਉਣਾ ਤਾਂ 3000 ਪੈਂਦਾ। ਅਸੀਂ CACP ਨਾਲ ਮੀਟਿੰਗ ਕੀਤੀ, ਉਹ ਝੂਠ ਬੋਲਦੇ ਨੇ, ਤਿੰਨ ਚੀਜ਼ਾਂ ਨੂੰ ਪਾਉਂਦੇ ਨਹੀਂ ਵਿੱਚ। ਸਾਡੇ ਮੁਲਕ 'ਚ ਭ੍ਰਿਸ਼ਟਾਚਾਰੀ, ਸਾਡੇ ਮੁਲਕ 'ਚ ਇਸ ਕਿਸਮ ਦਾ ਭਾਈ ਭਤੀਜਾਵਾਦ, ਇਹ ਤਾਂ ਸਿੱਖਰਾਂ 'ਤੇ ਆ ਨਾ। ਇਹ ਤਾਂ ਸਾਡੇ ਜਿਹੜੇ ਕੇਂਦਰ ਦੇ ਮੰਤਰੀ ਨੇ ਉਹਨਾਂ 'ਤੇ ਦੋਸ਼। ਲਾਲੂ ਯਾਦਵ ਅੰਦਰ ਹੈ, ਓਮ ਪ੍ਰਕਾਸ਼ ਚੌਟਾਲਾ ਜੇਲ੍ਹ 'ਚ ਹੈ, ਬਥੇਰੇ ਹੋਰ ਜੇਲ੍ਹ 'ਚ ਜਾ ਸਕਦੇ ਨੇ। ਇਹ ਸਾਰੇ ਜਿਹੜੇ, ਚਾਹੇ ਉਹ ਵਕਫ ਬੋਰਡ ਹੈ, ਚਾਹੇ ਡੇਰਿਆਂ ਕੋਲ ਹੈ, ਚਾਹੇ ਧਾਰਮਿਕ ਸਥਾਨਾਂ ਦੇ ਕੋਲ ਜ਼ਮੀਨਾਂ ਨੇ, ਉਹਨਾਂ 'ਤੇ ਬਥੇਰੇ ਚੜਾਵੇ ਚੜ੍ਹ ਜਾਂਦੇ ਨੇ, ਉਹਦੇ ਨਾਲ ਗੁਜ਼ਾਰਾ ਕਰ ਲੈਣ। ਉਹ ਡੇਰਿਆਂ ਦੇ ਵਿੱਚ ਬਥੇਰੇ ਲੋਕ ਦੇ ਆਉਂਦੇ ਨੇ। ਪੰਚਾਇਤੀ ਜ਼ਮੀਨਾਂ ਨੇ, ਸਰਕਾਰੀ ਜ਼ਮੀਨਾਂ ਨੇ, ਉਹ ਜ਼ਮੀਨਾਂ ਸਾਰੀਆਂ ਨੂੰ ਪੂਲ ਕਰਕੇ ਅਸੀਂ ਤਾਂ ਅੱਗੇ ਵੀ ਕਹਿੰਦੇ ਹਾਂ ਵੀ ਉਹਦੇ ਫਾਰਮ ਬਣਾ ਲਓ। ਫਾਰਮ ਬਣਾ ਕੇ ਜਿਹੜੇ ਗਰੀਬ ਤੇ ਬੇਜ਼ਮੀਨੇ ਕਿਸਾਨ ਨੇ ਉਹਨਾਂ ਨੂੰ, ਬੱਚਿਆਂ ਨੂੰ ਉੱਥੇ ਖੇਤੀ ਕਰਾ ਕੇ ਉਹਨਾਂ ਨੂੰ ਬਕਾਇਦਾ ਨੌਕਰੀ ਦਿਓ। ਗਲੋਬਲ ਪੰਜਾਬ ਦੇ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ। ਬੀਤੇ ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਵੱਲੋਂ ਕਿਸਾਨੀ ਨੂੰ ਲੈ ਕੇ ਆਰਡੀਨੈਂਸ ਜਾਰੀ ਕੀਤੇ ਗਏ ਨੇ, ਜਿਹਦੇ ਚੱਲਦਿਆਂ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਵੀ ਧਰਨੇ ਲਗਾਏ ਜਾ ਰਹੇ ਨੇ ਅਤੇ ਬਹੁਤ ਸਾਰੇ ਕਿਸਾਨਾਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਸਾਡੇ ਨਾਲ ਜੁੜੇ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਦਰਸ਼ਨਪਾਲ ਸਿੰਘ ਜੀ। ਅੱਜ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ। ਦਰਸ਼ਨਪਾਲ ਸਿੰਘ ਜੀ, ਸਵਾਗਤ ਹੈ। ਦੇਖੋ ਜੀ, ਇਹ ਜਿਹੜਾ ਤੁਸੀਂ ਆਪਣੇ ਚੈਨਲ ਤੋਂ ਚੀਜ਼ ਦਿਖਾਉਣ ਜਾ ਰਹੇ ਹੋ, ਇਹ ਪਿਛਲੇ ਦਿਨਾਂ ਦੇ ਵਿੱਚ BJP ਦੀ ਸਰਕਾਰ ਨੇ ਬਹੁਤ ਸਾਰੇ ਇਸ ਕਿਸਮ ਦੇ ਕੁਝ ਫੈਸਲੇ ਲਏ ਨੇ, ਜਿਹਦੇ ਵਿੱਚ ਉਹਨਾਂ ਦਾ ਸਿਧਾਂਤਕ ਅਤੇ ਰਾਜਨੀਤਿਕ ਮਨਸ਼ਾ ਇਹ ਹੈ ਕਿ ਦੇਸ਼ ਦੇ ਸਾਰੇ ਲੋਕਾਂ ਨੂੰ, ਧਰਮਾਂ ਨੂੰ, ਜਾਤਾਂ ਨੂੰ, ਖਿੱਤਿਆਂ ਨੂੰ, ਸੂਬਿਆਂ ਨੂੰ ਇਸ ਕਿਸਮ ਦੇ ਕਾਨੂੰਨਾਂ ਦੇ ਵਿੱਚ ਮਤਲਬ ਕਿ ਬੰਨ੍ਹ ਦਿੱਤਾ ਜਾਵੇ, ਜਾਂ ਇਸ ਕਿਸਮ ਦਾ ਸੱਭਿਆਚਾਰ ਬਣਾ ਦਿੱਤਾ ਜਾਵੇ, ਸੋ ਦੈਟ ਇਹ ਲੱਗੇ ਕਿ ਇਹ ਇੱਕ ਭਾਰਤੀ ਜਾਂ ਹਿੰਦੁਸਤਾਨ, ਹਿੰਦੂ ਰਾਸ਼ਟਰ ਇਸ ਕਿਸਮ ਦਾ ਬਣਾਉਣ ਦੀ ਉਹਨਾਂ ਦੀ ਕੋਸ਼ਿਸ਼ ਹੈ। ਇਹ
ਮਤਲਬ ਕਿ ਇਹ ਇਕੱਲਾ ਕਿਸਾਨੀ ਨਾਲ ਨਹੀਂ ਕੀਤਾ, ਉਸ ਤੋਂ ਪਹਿਲਾਂ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਬਹੁਤ ਸਾਰੀਆਂ ਸਿਲੇਬਸ ਬਦਲ ਕੇ ਕਰ ਚੁੱਕੇ ਨੇ। ਉਸ ਤੋਂ ਪਹਿਲਾਂ ਜਿਹੜੀ ਦੇਸ਼ ਦੀ ਇੱਕ ਵੱਡੀ ਪੁਲਿਸ ਫੋਰਸ ਹੈ NIA, ਉਹਨੂੰ ਪੰਜਾਬ ਜਾਂ ਸੂਬਿਆਂ ਦੀਆਂ ਪੁਲਿਸ ਦੇ ਅਧਿਕਾਰ ਦੇ ਕੇ ਕਰ ਚੁੱਕੇ ਨੇ। ਇਸ ਤੋਂ ਪਹਿਲਾਂ ਕੋਵਿਡ ਦੇ ਨਾਂ ਥੱਲੇ, ਕਰੋਨਾ ਦੇ ਨਾਂ ਥੱਲੇ ਇੱਕ ਦੇਸ਼ ਇੱਕ ਰਾਸ਼ਨ ਕਾਰਡ ਦਾ ਨਾਅਰਾ ਦੇ ਕੇ ਕਰ ਚੁੱਕੇ ਨੇ। ਯਾਨੀ ਇਹ BJP ਦਾ RSS ਦਾ ਜਿਹੜਾ ਏਜੰਡਾ ਹੈ, ਉਹਦੇ ਤਹਿਤ ਹੀ ਇਹਨਾਂ ਨੇ ਖੇਤੀ ਦੇ ਵਿੱਚ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਚੀਜ਼ਾਂ ਲੈ ਕੇ ਆਉਣੀਆਂ ਸੀ। ਇੱਕ ਦੂਸਰਾ ਇਹ ਹੈ ਕਿ ਚਾਹੇ ਖੇਤੀ 'ਚ ਲੈ ਕੇ ਆਏ ਨੇ, ਚਾਹੇ ਉਹ ਇੰਡਸਟਰੀ 'ਚ ਲੈ ਕੇ ਆਏ ਨੇ, ਵਪਾਰ 'ਚ ਲੈ ਕੇ ਆਏ ਨੇ। ਦੂਸਰਾ ਇਹਨਾਂ ਦਾ ਹੈ ਕਿ ਪ੍ਰਾਈਵੇਟ ਪੂੰਜੀ ਜਿਹੜੀ ਹੈ, ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੇ, ਉਹ ਕਾਰਪੋਰੇਟ ਘਰਾਣਿਆਂ ਨੂੰ ਸਾਧਨਾਂ 'ਤੇ ਕਬਜ਼ਾ ਕਰਨ ਲਈ, ਮੰਡੀ 'ਤੇ ਕਬਜ਼ਾ ਕਰਨ ਲਈ, ਉਹ ਚਾਹੇ ਖੇਤੀ ਦੀ ਹੈ ਅਤੇ ਚਾਹੇ ਉਹ ਇੰਡਸਟਰੀ ਪੈਦਾਵਾਰ ਦੀ ਹੈ, ਉਹ ਕਿਉਂਕਿ ਜਿਹੜਾ ਜਿਹਨੂੰ ਗਲੋਬਲ ਵਰਲਡ ਕਹਿੰਦੇ ਆਪਾਂ, ਦੇਸ਼ ਇੱਕ ਹੋ ਗਿਆ। ਇਹਦੇ 'ਚ ਤੁਸੀਂ ਦੇਖੋ ਇੱਕ ਕਾਰਪੋਰੇਸ਼ਨ ਬਹੁਤ ਤਾਕਤਵਰ ਹੈ, ਉਹ ਚਾਹੇ ਗੂਗਲ ਹੈ, ਐਮਾਜ਼ੋਨ ਹੈ, ਜਾਂ ਤੁਸੀਂ ਕਹਿ ਲਓ ਵੀ ਐਪਲ ਹੈ, ਜਾਂ ਅੰਬਾਨੀ ਅਡਾਨੀ ਨੇ। ਇਹਨਾਂ ਦੀ ਜਿਹੜੇ ਕਾਰਪੋਰੇਸ਼ਨ ਨੇ ਬਹੁਤ ਤਾਕਤਵਰ ਨੇ। ਯਾਨੀ ਇਹ ਸਰਕਾਰਾਂ ਤੋਂ, ਕਈਆਂ ਸਰਕਾਰਾਂ ਤੋਂ ਇੱਕ ਕਾਰਪੋਰੇਸ਼ਨ ਦੇ ਵੱਡੇ ਬਜਟ ਨੇ। ਇਹਨਾਂ ਨੂੰ ਅਸਲ 'ਚ ਉਹ ਮਾਹੌਲ ਚਾਹੀਦਾ ਹੈ ਕਿ ਉਹਨਾਂ ਤੇ ਕੋਈ ਰਿਸਟ੍ਰਿਕਸ਼ਨ, ਕੋਈ ਬੰਦਸ਼ ਨਾ ਹੋਵੇ, ਉਹਨਾਂ ਨੂੰ ਮੰਡੀ ਖੁੱਲ੍ਹੀ ਮਿਲੇ, ਉਹ ਜਾ ਕੇ ਮਿਹਨਤ ਦੀ ਅਤੇ ਜਿਹੜੇ ਸਾਧਨ ਨੇ ਉਹਨਾਂ ਨੂੰ ਖਰੀਦ ਵੇਚ ਆਪਣੀ ਮਰਜ਼ੀ ਨਾਲ ਸਕਣ। ਸੋ ਖੇਤੀ ਦੇ ਵਿੱਚ ਵੀ ਜਦੋਂ ਹੁਣ ਇਹ ਆਏ ਨੇ, ਖੇਤੀ ਦੇ ਵਿੱਚ ਦੇਖੋ 2-3 ਚੀਜ਼ਾਂ ਮੈਂ ਦੱਸਣਾ ਚਾਹੁੰਦਾ। ਖੇਤੀ ਦੇ ਵਿੱਚ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਵੀ ਜਿਹੜੀ ਸਰਕਾਰ ਮੰਡੀ ਨੂੰ ਚਲਾਉਂਦੀ ਹੈ, ਸਰਕਾਰ ਜਿਣਸਾਂ ਦੇ ਭਾਅ ਤੈਅ ਕਰਦੀ ਹੈ, ਉਹ ਸਰਕਾਰ ਉਹ ਕੰਮ ਨਾ ਕਰੇ। ਮਤਲਬ ਕਿ ਮਾਲ ਮੰਡੀ 'ਚ ਜਾਵੇ, ਵਪਾਰੀ ਮੰਡੀ 'ਚ ਆਵੇ, ਉਹ ਮਾਲ ਚਾਹੇ 5 ਰੁਪਏ ਵਿਕੇ, ਚਾਹੇ ਉਹ ਵਿਕੇ ਹੀ ਨਾ। ਮਤਲਬ ਕਿ ਜਿਵੇਂ ਪਿਛਲੇ ਦਿਨਾਂ 'ਚ ਡੀਜ਼ਲ ਪੈਟਰੋਲ ਦੇ ਭਾਅ ਕਹਿੰਦੇ ਸੀ ਨੈਗੇਟਿਵ ਹੋ ਗਏ, -$35 ਪ੍ਰਤੀ ਬੈਰਲ ਹੋ ਗਏ ਸੀਗੇ। ਮਤਲਬ ਕਿ ਜਿਣਸ ਜਦੋਂ ਵੱਧ ਹੋਊਗੀ, ਉਹ ਚਾਹੇ ਸਿੱਟ ਦੇਣ ਕਿਸਾਨ ਨੇ ਜਿਹੜੇ ਉਹਦੇ 'ਤੇ, ਜਾਂ ਉਹ ਜਿਣਸ ਥੋੜ੍ਹੀ ਮਹਿੰਗੀ ਵਿਕ ਜੇ। ਪਰ ਮੰਡੀ ਦਾ ਰੂਲ ਇਹ ਕਹਿੰਦਾ ਹੈ ਕਿ ਕਦੇ ਵੀ ਜਿਹੜਾ ਟਰੇਡਰ ਹੈ, ਉਹ ਪੈਦਾਵਾਰ ਕਰਨ ਵਾਲੇ ਨਾਲੋਂ ਘਾਟੇ 'ਚ ਨਹੀਂ ਰਹਿੰਦਾ। ਕਿਸਾਨਾਂ ਦੇ ਨਾਲ ਇਹਨਾਂ ਨੇ ਕੋਸ਼ਿਸ਼ ਇਹ ਕੀਤੀ ਹੈ ਕਿ ਮੰਡੀ ਨੂੰ ਡੀਕੰਟਰੋਲ ਕਰਨਾ। ਦੂਜਾ ਜਿਹੜਾ ਅਸੀਂ ਬਹੁਤ ਲੜ ਕੇ ਭਾਰਤ ਦੇ ਵਿੱਚ ਘੱਟੋ ਘੱਟ ਸਮਰਥਨ ਮੁੱਲ ਲੈਣ ਦਾ ਜਿਹੜਾ ਅਸੀਂ ਇੱਕ ਹੱਕ ਪ੍ਰਾਪਤ ਕੀਤਾ ਸੀ। ਘੱਟੋ ਘੱਟ ਸਮਰਥਨ ਮੁੱਲ ਦਾ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦਾ ਮਤਲਬ ਇਹ ਹੈ ਕਿ ਸਮਰਥਨ ਮੁੱਲ ਜਿਹੜੀ ਸਾਡੀ 1 ਕੁਇੰਟਲ ਕਣਕ ਜਾਂ ਝੋਨੇ 'ਤੇ ਜਾਂ ਕਪਾਹ 'ਤੇ ਲਾਗਤ ਆਈ ਹੈ, ਉਸ ਲਾਗਤ ਨੂੰ ਤਾਂ ਸਾਨੂੰ ਦਿੱਤਾ ਹੀ ਜਾਵੇ। ਉਹਦੇ ਉੱਤੇ ਸਾਨੂੰ ਬਾਕੀ ਚੀਜ਼ਾਂ ਕਰਕੇ, ਮੈਨੇਜਰੀਅਲ ਕੰਮ ਕਰਨ ਕਰਕੇ, ਟੈਕਨੀਕਲ ਕੰਮ ਕਰਨ ਕਰਕੇ, ਜਾਂ ਮੁਨਾਫਾ ਜੋ ਬਣਦਾ ਜਿੰਨਾ ਕੁ, ਜਾਂ ਅਸੀਂ ਜੋ ਪੂੰਜੀ ਲਾਈ ਹੋਈ ਹੈ, ਉਹ ਜਿੰਨਾ ਪੂੰਜੀ ਦਾ ਸਾਡੀ ਦਾ ਬਲਕਿ ਉਹਦੇ 'ਤੇ ਸਾਡਾ ਵੇਸਟੇਜ ਨਾ ਕਹਿ, ਜਾਂ ਉਹਦਾ ਵਿਆਜ ਬਣਨਾ ਸੀ, ਉਹਦੇ 'ਤੇ ਸਾਨੂੰ ਲਾ ਕੇ 50% ਮੁਨਾਫਾ ਸਵਾਮੀਨਾਥਨ ਨੇ ਕਿਹਾ ਸੀਗਾ। ਉਹ ਕਿਉਂਕਿ ਹਰ 2-3 ਸਾਲ ਬਾਅਦ ਫਸਲ ਵੀ ਖਰਾਬ ਹੋ ਜਾਂਦੀ ਹੈ, ਕਦੇ ਟਿੱਡੀ ਦਲ ਆ ਗਿਆ, ਕਦੇ ਹੜ੍ਹ ਆ ਗਏ, ਕਦੇ ਗੜੇ ਪੈ ਗਏ। ਇਹ ਸਾਰੇ ਕੁਛ ਨੂੰ ਦੇਖ ਕੇ ਸੋਚਿਆ ਸੀ ਕਿ 50%। ਸੋ ਇਹ ਹਿੰਦੁਸਤਾਨ ਦੀ ਸਰਕਾਰ ਹੈ ਜਿਹੜੀ ਇਸ ਮਸਲੇ ਤੋਂ ਵੀ ਪਿੱਛੇ ਪੈਰ ਖਿੱਚਣਾ ਚਾਹੁੰਦੀ ਹੈ। ਬੇਸ਼ੱਕ ਹਿੰਦੁਸਤਾਨ ਦੇ ਵਿੱਚ ਜਾਂ ਭਾਰਤ ਦੇ ਵਿੱਚ ਕਹਿ ਲਓ, ਕਈ ਲੋਕ ਹਿੰਦੁਸਤਾਨ ਸ਼ਬਦ 'ਤੇ ਇਤਰਾਜ਼ ਕਰਦੇ ਨੇ, ਆਪਾਂ ਭਾਰਤ ਸ਼ਬਦ ਵਰਤ ਲੈਂਦੇ ਹਾਂ, ਕਿ ਭਾਰਤ ਦੇ ਅੰਦਰ ਸਰਕਾਰ ਹੈ ਜਿਹੜੀ ਉਹ ਇਹ ਜਿਹੜੀ ਸਾਡੀ ਘੱਟੋ ਘੱਟ ਸਮਰਥਨ ਮੁੱਲ ਦੀ ਜਿਹੜੀ ਸੁਵਿਧਾ ਹੈ, ਜਿਹੜੀ ਅੱਜ ਹਿੰਦੁਸਤਾਨ ਭਾਰਤ ਦੇ ਵਿੱਚ 6% ਤੋਂ ਵੱਧ ਕਿਸਾਨ ਨਹੀਂ ਇਹਦੇ 'ਤੇ ਵੇਚ ਰਹੇ। ਇਹ ਮੰਡੀ ਦੇ ਵਿੱਚ ਘੱਟੋ ਘੱਟ 94% ਉਹ ਖੁੱਲ੍ਹੀ ਮੰਡੀ 'ਚ ਹੀ ਵੇਚਦੇ ਆ। ਪਹਿਲਾਂ ਸਾਡੀ ਕੋਸ਼ਿਸ਼ ਇਹ ਹੈ ਕਿ 94 ਨੂੰ ਵੀ ਮੰਡੀ ਮਿਲੇ, 94 ਨੂੰ ਵੀ MSP ਮਿਲੇ। ਇਹ ਕਹਿੰਦੇ 6 ਆ ਜਿਹੜੇ ਤੁਹਾਡੇ, ਅਸੀਂ ਇਹਦੀ ਵੀ ਖਤਮ ਕਰਨ ਜਾ ਰਹੇ ਹਾਂ, ਜੋ ਉਹਨਾਂ ਨੇ ਕਰਤੀ ਹੋਈ ਹੈ। ਜਿਹੜੇ ਆ 3 ਆਰਡੀਨੈਂਸ ਨੇ, ਇਸ ਆਰਡੀਨੈਂਸ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਆਰਡੀਨੈਂਸ ਕੀਤਾ ਹੈ, ਇੱਕ ਜ਼ਰੂਰੀ ਸੇਵਾਵਾਂ ਹੁੰਦੀਆਂ ਨੇ ਜਾਂ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ। ਜਿਵੇਂ ਮੰਨ ਲਓ ਡਾਕਟਰੀ ਕੀਤਾ ਹੈ, ਡਿਫੈਂਸ ਦਾ ਕੀਤਾ ਹੈ, ਪੁਲਿਸ ਦਾ, ਇਹਨੂੰ ਜ਼ਰੂਰੀ ਸੇਵਾਵਾਂ ਦੇ ਵਿੱਚ ਐਸੈਂਸ਼ੀਅਲ ਸਰਵਿਸਿਜ਼ ਮੇਨਟੇਨੈਂਸ ਐਕਟ ਕਰਕੇ ਉਹਨੂੰ ਕੰਟਰੋਲ ਕਰਦੇ ਨੇ ਵੀ ਇਹਦੇ 'ਚ ਕੋਈ ਹੜਤਾਲ ਨਾ ਕਰੇ, ਇਹਦੇ 'ਚ ਕੋਈ ਘਰ ਨਾ ਬੈਠੇ। ਜਿਵੇਂ ਅੱਜ ਹੁਣ ਕੋਵਿਡ ਆਇਆ ਹੋਇਆ, ਇਹ 'ਚ ਕੋਈ ਡਾਕਟਰ ਛੁੱਟੀ ਨਾ ਲਵੇ। ਇਸੇ ਤਰ੍ਹਾਂ ਇੱਕ ਐਸੈਂਸ਼ੀਅਲ ਕਮੋਡਿਟੀਜ਼ ਐਕਟ ਹੁੰਦਾ, ਬਲਕਿ ਜ਼ਰੂਰੀ ਵਸਤਾਂ, ਜ਼ਰੂਰੀ ਚੀਜ਼ਾਂ ਨੂੰ ਲੋਕਾਂ ਨੂੰ ਟਾਈਮ ਸਿਰ ਮਿਲ ਜਾਣ, ਪੂਰੀਆਂ ਮਿਲ ਜਾਣ। ਇਹਨੂੰ ਜ਼ਰੂਰੀ ਬਣਾਉਣ ਲਈ ਇੱਕ ਕਾਨੂੰਨ ਸੀ, ਐਸੈਂਸ਼ੀਅਲਸ ਕਮੋਡਿਟੀਜ਼ ਐਕਟ। ਉਹਦੇ 'ਤੇ ਪੋਚਾ ਫੇਰਤਾ। ਉਹਦੇ 'ਚ ਹੁਣ ਆਲੂ, ਪਿਆਜ਼, ਦਾਲਾਂ, ਕਣਕ, ਛੋਲੇ, ਝੋਨਾ, ਜੀਰੀ ਜਿਹੜੀ ਹੈ,
ਚਾਵਲ ਨੇ ਜਿਹੜੇ, ਇਹ ਸਾਰੇ ਜਿਹੜੇ ਤੇਲ ਬੀਜ ਨੇ ਜਿਨ੍ਹਾਂ ਤੋਂ ਘਿਓ ਬਣਦਾ ਜਾਂ ਦੂਜੇ ਤੇਲ ਆਪਾਂ ਵਰਤਦੇ ਆ, ਇਹ ਸਾਰਿਆਂ ਨੂੰ ਇਸ ਜਿਹੜੀ ਜ਼ਰੂਰੀ ਵਸਤਾਂ ਕਾਨੂੰਨ ਸੀ ਇਹ 'ਚੋਂ ਬਾਹਰ ਕੱਢਤਾ। ਹੋਊਗਾ ਕਿ ਵੀ ਨਾਸਿਕ 'ਚੋਂ ਪਿਆਜ਼ ਖਰੀਦੂਗਾ ਇੱਕ ਵਪਾਰੀ, ਉਹ ਖਰੀਦੂਗਾ ਇੱਧਰ ਪੰਜਾਬ ਦੇ ਵਿੱਚ ਕਾਲ ਪਿਆ ਹੋਇਆ, ਮਤਲਬ ਕਿ ਉਹ ਉੱਥੇ ਖਰੀਦੂਗਾ 50 ਪੈਸੇ ਕਿਲੋ, ਇੱਥੇ ਵੇਚੂਗਾ 50 ਰੁਪਏ ਕਿਲੋ, ਜਾਂ ਇਹ ਤੋਂ ਵੀ ਅੱਗੇ ਉਹ ਸਟੋਰ ਕਰੂਗਾ। ਜੇ ਪਾਕਿਸਤਾਨ 'ਚ ਸ਼ਾਰਟੇਜ ਆ ਉੱਥੇ ਵੇਚ ਦੂਗਾ, ਜੇ ਉਹ ਦੁਬਈ 'ਚ ਸ਼ਾਰਟੇਜ ਆ ਉੱਥੇ ਵੇਚੂਗਾ। ਜਾਣੀ ਇਹ ਵਪਾਰੀਆਂ ਨੂੰ ਸਹਿਯੋਗ ਦੇਣ ਵਾਸਤੇ ਕਾਨੂੰਨ ਹੈ ਜਿਹੜਾ ਇਹ ਕਾਨੂੰਨ ਦੇ ਵਿੱਚ ਸੋਧ ਕੀਤੀ ਗਈ ਹੈ। ਦੂਜਾ ਜਿਹੜਾ ਮਹੱਤਵਪੂਰਨ ਹੈ ਉਹ ਹੈ ਦਾ ਫਾਰਮਿੰਗ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ ਆਰਡੀਨੈਂਸ। ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਇਹਦੇ ਵਿੱਚ ਜਿਹੜੀ ਸਾਡੀ ਮੰਡੀ ਸੀ, ਜਿਵੇਂ ਮੰਨ ਲਓ APMC ਐਕਟ ਸੀ ਜਿਹੜਾ 1965 ਦਾ, ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ ਐਕਟ, ਇਹ ਸਾਡੀਆਂ ਜਿਹੜੀਆਂ ਮੰਡੀਆਂ ਨੇ ਪਟਿਆਲੇ ਦੀ, ਨਾਭੇ ਦੀ, ਖੰਨੇ ਦੀ, ਇਹ ਸਾਰੀਆਂ ਇਸ ਐਕਟ ਦੇ ਅਧੀਨ ਆਉਂਦੀਆਂ ਸੀ। ਇਹ ਮੰਡੀਆਂ ਦੇ ਨਾਲ ਦੇਖੋ ਸਾਡਾ ਕਿੱਡਾ ਢਾਂਚਾ ਸੀ, ਕਿੰਨੇ ਲੋਕ ਉੱਥੇ ਮਜ਼ਦੂਰ ਲੱਗੇ ਹੋਏ ਨੇ, ਕਿੰਨੇ ਉੱਥੇ ਮੰਡੀ ਬੋਰਡ 'ਚ ਨੇ, ਕਿੰਨੇ ਮਾਰਕੀਟ ਕਮੇਟੀ ਨੇ, ਮਤਲਬ ਕਿ ਵੱਡੀ ਪੱਧਰ 'ਤੇ ਜੇ ਤੁਸੀਂ ਦੇਖੋ ਮਾਰਕੀਟ ਕਮੇਟੀ 'ਚ ਆਮ ਤੌਰ 'ਤੇ ਸਾਡੇ ਪਿੰਡਾਂ ਦੇ ਮੁਲਾਜ਼ਮ ਨੇ, ਮੰਡੀ ਬੋਰਡ ਸਾਡੇ ਪਿੰਡਾਂ ਦੇ ਮੁਲਾਜ਼ਮ ਨੇ। ਉਹਦੇ ਬਰਾਬਰ 'ਤੇ ਯਾਨੀ ਉਹਦੇ ਬਰਾਬਰ 'ਤੇ ਉਹਨੂੰ ਮਤਲਬ ਕਿ ਕਹਿੰਦੇ ਹੋਏ ਵੀ ਉਹ ਤਾਂ ਅਸੀਂ ਰੱਖ ਰਹੇ ਹਾਂ, ਪਰ ਅਸੀਂ ਨਿੱਜੀ ਮੰਡੀ ਖੋਲ੍ਹ ਰਹੇ ਹਾਂ। ਨਿੱਜੀ ਮੰਡੀ ਮਤਲਬ ਮੰਨ ਲਓ ਅਸੀਂ 10 ਪਰਿਵਾਰ ਇਕੱਠੇ ਰਲ ਕੇ ਖੇਤੀ ਕਰਦੇ ਹਾਂ, ਜਾਂ ਮੈਂ ਵੱਡਾ ਫਾਰਮਰ, ਉਹ ਕੀ ਕਰਨਗੇ, ਵੱਡਾ ਫਾਰਮਰ ਤੋਂ ਕਹਿਣਗੇ ਵੀ ਤੇਰੀ 2000 ਰੁਪਏ ਵਿਕਦੀ ਆ ਮੰਡੀ 'ਚ, ਉੱਥੇ ਸਰਕਾਰ ਖਰੀਦਦੀ ਆ ਘੱਟੋ ਘੱਟ ਸਮਰਥਨ ਮੁੱਲ 'ਤੇ, ਆਹ ਲੈ 2100 ਦਾ ਮੇਰੇ ਨਾਲ ਸੌਦਾ ਕਰ। 2100 ਦਾ ਸੌਦਾ ਕਰ ਲੂਗਾ, 2100 ਦਾ ਸਾਲ ਕਰੂਗਾ, 2 ਸਾਲ ਕਰੂਗਾ, ਬਾਕੀ ਕਿਸਾਨਾਂ ਨੂੰ ਵੱਧ ਦੇਣ ਲੱਗ ਜਾਣਗੀਆਂ ਵੱਡੀ, ਕਿਉਂਕਿ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਨਾ ਐਗਰੀ ਬਿਜ਼ਨਸ 'ਚ ਲੱਗੀਆਂ, ਖੇਤੀਬਾੜੀ ਬਿਜ਼ਨਸ ਜਿਹੜੀਆਂ ਲੱਗੀਆਂ ਹੋਈਆਂ ਨੇ, ਮਨਸੈਂਟੋ, ਕਾਰਗਿਲ ਜਾਂ ਅਡਾਨੀ ਸਾਹਿਬ ਜਿਹੜੇ ਸਾਡੇ ਨੇ ਮੋਦੀ ਦੇ ਖਾਸ ਨੇ, ਉਹ ਇਸ ਬਿਜ਼ਨਸ 'ਚ ਆ ਰਹੇ ਨੇ। ਇਹ ਕੰਪਨੀਆਂ ਨੂੰ ਕੁਝ ਸਮੇਂ ਲਈ ਵੱਧ ਭਾਅ ਦੇਣ 'ਚ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਿਆ। ਉੱਧਰੋਂ ਮੰਡੀ ਜਿਹੜੀ ਫੇਲ ਕਰਾ ਦੇਣਗੇ, ਘੱਟੋ ਘੱਟ ਸਮਰਥਨ ਮੁੱਲ ਸਰਕਾਰ ਵੀ ਕਹੂਗੀ ਹੁਣ ਤਾਂ ਕਿਸਾਨ ਯਾਰ 6% ਸੀਗੇ ਪਹਿਲਾਂ, ਹੁਣ ਤਾਂ 1% ਵੀ ਨਹੀਂ ਵੇਚਦੇ, ਸਾਰੇ ਵਪਾਰੀਆਂ ਨੂੰ ਵੇਚ ਰਹੇ ਨੇ। ਸੋ ਸਾਰੇ ਪ੍ਰਾਈਵੇਟ ਵਪਾਰੀ ਟਰੇਡਰ ਨੇ ਜਿਹੜੇ, ਉਹਨਾਂ ਨੂੰ ਜਿਹੜੀ ਇਹ ਮਤਲਬ ਕਿ ਮਾਰਕੀਟ ਸੰਭਾਲ ਦਿੱਤੀ ਜਾਊਗੀ। ਸੋ ਦੂਜਾ ਜਿਹੜਾ ਆਰਡੀਨੈਂਸ ਇਹ ਜਾਰੀ ਕੀਤਾ, ਇਹ ਜਾਰੀ ਕਰਕੇ ਜਿੱਥੇ ਇੱਕ ਪਾਸੇ ਕਿਸਾਨਾਂ ਨੂੰ ਨਿੱਜੀ ਪੂੰਜੀ ਦੇ ਰਹਿਮੋ ਕਰਮ ਤੇ ਕਾਰਪੋਰੇਟ ਘਰਾਣਿਆਂ ਦੇ ਰਹਿਮੋ ਕਰਮ ਤੇ ਛੱਡ ਰਹੇ ਨੇ, ਨਾਲ ਦੀ ਨਾਲ ਇਹ ਸਾਡੀ ਜਿਹੜੀ ਪੰਜਾਬ ਦੇ ਲੋਕਾਂ ਨੇ ਪੰਜਾਬੀ ਸੂਬੇ ਕਰਕੇ ਕਹਿ ਲਓ, ਜਾਂ ਪੰਜਾਬੀ ਭਾਸ਼ਾ ਕਰਕੇ, ਜਾਂ ਪੰਜਾਬ ਕਰਕੇ ਕੁਝ ਵੱਖਰੇ ਅਧਿਕਾਰ, ਜ਼ਿਆਦਾ ਅਧਿਕਾਰ ਸੰਘੀ ਢਾਂਚੇ ਦੇ ਅੰਦਰ ਕੁਝ ਲਏ ਸੀ ਸੂਬਿਆਂ ਨੇ, ਉਹ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਵੀ ਇੱਕ ਵੱਡਾ ਇਹ ਹਮਲਾ ਹੈਗਾ। ਕਿਉਂਕਿ APM ਜੇ ਮੰਡੀ ਦੀ ਜਿਹੜੀ ਮੰਨ ਲਓ ਮੰਡੀ ਦੇ ਵਿੱਚ ਘੱਟੋ ਘੱਟ ਇੱਕ ਵੱਡਾ ਜਿਹੜਾ ਟੈਕਸ ਸੀ, ਜਿਹਨੂੰ ਆਪਾਂ ਰੂਰਲ ਡਿਵੈਲਪਮੈਂਟ ਕਹਿੰਦੇ ਆ ਟੈਕਸ, ਉਹ ਇਕੱਠਾ ਹੁੰਦਾ ਸੀ, ਉਹ ਪਿੰਡਾਂ ਦੇ ਭਲਾਈ 'ਤੇ ਲੱਗਦਾ ਸੀ, ਸੜਕਾਂ 'ਤੇ ਚਲੋ ਉਹ 'ਚ ਚੋਰ ਬਜ਼ਾਰੀ ਵੀ ਹੋਣੀ, ਕਰਪਸ਼ਨ ਵੀ ਹੋਊਗੀ, ਪਰ ਉਹ ਸਾਡਾ ਇਕੱਠਾ ਹੁੰਦਾ ਸੀਗਾ। ਉਹਦੇ 'ਚ ਬਹੁਤ ਸਾਰੇ ਲੋਕ ਜਿਹੜੇ ਕੰਮ 'ਤੇ ਲੱਗੇ ਉਹੀ ਸੜਕਾਂ ਬਣਾਉਂਦੇ ਸੀ, ਹੋਰ ਬਥੇਰੇ ਡਿਵੈਲਪਮੈਂਟ ਦੇ ਕੰਮ ਉਹਦੇ ਤੋਂ ਹੁੰਦੇ ਸੀ। ਇੱਕ ਦੂਸਰਾ ਜਿਹੜਾ ਇਹਨਾਂ ਨੇ ਤੀਸਰਾ ਜਿਹੜਾ ਆਰਡੀਨੈਂਸ ਲੈ ਕੇ ਆਂਦਾ, ਉਹ ਆਰਡੀਨੈਂਸ ਦੇ ਮੁਤਾਬਕ ਉਹ ਬੜੀ ਬਲਕਿ ਹਾਸੋਹੀਣਾ ਆਰਡੀਨੈਂਸ ਹੈ। ਉਹਨੂੰ ਇਹ ਕਹਿੰਦੇ ਨੇ ਦਾ ਫਾਰਮਰਸ ਐਮਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਔਨ ਪ੍ਰਾਈਸ ਐਸ਼ੋਰੈਂਸ ਐਂਡ ਫਾਰਮ ਸਰਵਿਸ ਆਰਡੀਨੈਂਸ। ਇਹਦੇ 'ਚ ਇਹਨਾਂ ਨੇ ਕੀ ਕੀਤਾ ਬਈ, ਸਰਕਾਰ ਹੱਥ ਪਿੱਛੇ ਖਿੱਚੂਗੀ, ਬੈਂਕ ਹੱਥ ਪਿੱਛੇ ਖਿੱਚਣਗੇ। ਮੈਂ ਹੈਗਾ ਮੰਨ ਲਓ ਇੱਕ ਵਪਾਰੀ ਜਾਂ ਖੇਤੀ 'ਚ ਵਪਾਰ ਕਰਨ ਵਾਲਾ, ਤੁਸੀਂ ਕਿਸਾਨ ਹੋ, ਮੈਂ ਕੀ ਕਰੂੰਗਾ, ਇਹ ਕਹਿੰਦੇ ਵੀ ਮੈਂ ਹੋਲਸੇਲ ਦਾ ਵਪਾਰੀ ਹਾਂ, ਮੈਂ ਅਨਾਜ ਇਕੱਠਾ ਕਰਕੇ ਹੋਲਸੇਲ ਵਾਲੇ ਨੂੰ ਦੇਣ ਵਾਲਾ ਬੰਦਾ, ਜਾਂ ਮੇਰੇ ਕੋਲ ਉਹ ਨੇ ਕੋਲਡ ਸਟੋਰ ਨੇ, ਮੈਂ ਕੀ ਕਰੂੰਗਾ ਤੁਹਾਡੇ ਨਾਲ ਠੇਕਾ ਕਰੂੰਗਾ, ਇੱਕ ਐਗਰੀਮੈਂਟ ਕਰੂੰਗਾ, ਐਗਰੀਮੈਂਟ ਤੁਸੀਂ ਕਹਿੰਦੇ ਹੋ ਮੈਂ ਖੇਤੀ ਕਰਦਾ, ਮੇਰੇ ਕੋਲ 20 ਕਿੱਲੇ ਜ਼ਮੀਨ ਹੈ, ਮੇਰੇ ਕੋਲ ਯਾਰ ਐਤਕੀ ਬੀਜ ਖਰੀਦਣ ਲਈ ਪੈਸੇ ਨਹੀਂ, ਮੇਰੇ ਕੋਲ ਐਤਕੀ ਖਾਦ ਖਰੀਦਣ ਲਈ ਪੈਸੇ ਨਹੀਂ, ਮੇਰੇ ਕੋਲ ਆਹ ਚੀਜ਼ ਨਹੀਂ ਹੈ, ਤਾਂ ਮੈਂ ਤੁਹਾਨੂੰ ਉਹ ਚੀਜ਼ਾਂ ਇੱਕ ਦੀ ਸਰਵਿਸ ਦਊਂਗਾ, ਸੇਵਾ ਕਰੂੰਗਾ, ਸਰਵਿਸ ਉਹ ਫਾਰਮ ਸਰਵਿਸ ਪ੍ਰੋਵਾਈਡਰ ਕਹਿੰਦੇ ਇਹਨੂੰ। ਜਿਵੇਂ ਆਪਣੇ ਪੈਪਸੀ ਆਈ ਸੀ ਪਹਿਲਾਂ, ਹਾਂ ਨਾ ਉਹ ਇਹ ਦੂਜੀ ਤਰ੍ਹਾਂ ਵੀ ਕੁਝ ਬੰਦਿਆਂ ਦਾ ਇੱਕ ਇਹਨਾਂ ਦਾ ਆਪਣਾ ਦਾ ਵਪਾਰੀਆਂ ਦਾ, ਵਿਚੋਲਿਆਂ ਦਾ, ਅਖੀਰ 'ਤੇ ਜਾ ਕੇ ਵੇਚਣ ਵਾਲਿਆਂ ਦਾ, ਆਲੂਆਂ ਦੀ ਚਿਪਸ ਬਣਾ ਕੇ ਵੇਚਣ ਵਾਲਿਆਂ ਦਾ ਇੱਕ ਐਸਾ ਗਰੋਹ ਬਣ ਜਾਊਗਾ ਜਿਹੜਾ ਕਿਸਾਨ ਨੂੰ ਕਹੂਗਾ ਵੀ ਤੂੰ ਆ ਸਾਡੇ ਲਈ ਬੀਜ, ਆ ਸਾਡੇ ਨਾਲ ਸਮਝੌਤਾ,
ਆ ਆਪਣਾ ਸਮਝੌਤਾ ਹੋ ਗਿਆ, ਤੇਰੇ ਆਲੂ ਹੁਣ ਅਸੀਂ ਇਸ ਭਾਅ ਖਰੀਦਾਂਗੇ। ਹੁਣ ਪੈਪਸੀ ਵਾਲੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਉਹ ਆ ਜਾਂਦੀ ਹੈ, ਉਹ ਤੁਹਾਨੂੰ ਬਾਕੀ ਚੀਜ਼ਾਂ ਵੀ ਦੇਣਗੇ। ਹੁਣ ਇਹ ਕਹਿੰਦੇ ਨੇ ਵੀ ਇਹ ਕਿਸਾਨ ਨੂੰ ਇੱਕ ਸਹਿਯੋਗ ਮਿਲ ਜੂਗਾ। ਸਾਨੂੰ ਲੱਗਦਾ ਕਿ ਕਦੇ ਵੀ ਪੂੰਜੀ ਹੈ ਜਿਹੜੀ ਉਹ ਕਿਸਾਨ ਨੂੰ ਜਿੱਥੇ ਮੁਨਾਫਾ ਕਮਾਉਣਾ ਉਹਨੇ ਉਹ ਸਹਿਯੋਗ ਨਹੀਂ ਦਿੰਦੀ। ਇਹ ਜਾਣੀ ਕਿਸਾਨ ਨੂੰ ਸਰਕਾਰ ਬੈਂਕ ਜਿਹੜਾ ਸਹਿਯੋਗ ਦਿੰਦੇ ਸੀ ਉਹਦੇ ਤੋਂ ਬਾਹਰ ਕੱਢ ਕੇ ਉਹਨਾਂ ਨੂੰ ਨਿੱਜੀ ਪ੍ਰਾਈਵੇਟ ਹੱਥਾਂ ਦੇ ਵਿੱਚ ਉਹਨਾਂ ਨੂੰ ਦੇ ਕੇ ਤੇ ਇੱਕ ਸਮੇਂ ਤੇ ਜਾ ਕੇ ਪ੍ਰਾਈਵੇਟ ਜਿਹੜੇ ਨਿੱਜੀ ਪੂੰਜੀ ਹੈ ਉਹਨਾਂ ਨੇ ਕਰਨਾ ਕੀ ਹੈ ਵੀ ਯਾਰ ਤੁਸੀਂ 15 ਕਿਸਾਨ ਰਲ ਕੇ ਖੇਤੀ ਕਰੋ, ਤੁਹਾਡੇ ਤੋਂ ਨਹੀਂ ਹੁੰਦੀ ਲਓ ਅਸੀਂ ਆਪਣੀ ਕੰਪਨੀ ਇੱਥੇ ਖੇਤੀ ਕਰਦੇ, ਆ ਲਓ ਠੇਕਾ ਇੰਨਾ ਚੱਕੋ। ਯਾਨੀ ਉਹਨਾਂ ਦੀਆਂ ਜ਼ਮੀਨਾਂ ਠੇਕੇ ਤੇ ਲੈ ਕੇ ਕਾਰਪੋਰੇਟ, ਕਿਉਂਕਿ ਇਹਨਾਂ ਦਾ ਮਕਸਦ ਜਿਹੜਾ ਹੁੰਦਾ ਪੂੰਜੀਪਤੀਆਂ ਦਾ ਜਾਂ ਪੂੰਜੀਪਤੀ ਵਿਕਾਸ ਕਰਨ ਵਾਲੀ ਜਿਹੜੀ ਪਾਲਿਸੀ ਹੈ ਉਹਦਾ ਮਕਸਦ ਇਹ ਹੁੰਦਾ ਵੀ ਖੇਤੀਬਾੜੀ 'ਚ ਜਿਵੇਂ ਅਮਰੀਕਾ ਹੈ, ਅਮਰੀਕਾ 'ਚ 4% ਲੋਕ ਖੇਤੀ ਕਰਦੇ ਨੇ ਕਿਉਂਕਿ ਵੱਡੀਆਂ ਕਾਰਪੋਰੇਟ ਕੰਪਨੀਆਂ ਨੇ। ਉਹ ਇਹ ਹਿੰਦੁਸਤਾਨ ਵਾਲੀ ਸਰਕਾਰ ਨੇ ਵੀ ਆਪਣੀ ਪਾਲਿਸੀ ਜਿਹੜੀ 2020 ਦਿੱਤੀ ਸੀ ਉਹਦੇ 'ਚ ਇਹ ਬਣਾਇਆ ਸੀ ਕਿ ਅਸੀਂ 2020 ਤੱਕ ਜਿਹੜੀ ਪਹਿਲਾਂ ਦਿੱਤੀ ਸੀ ਮਨਮੋਹਨ ਸਿੰਘ ਉਹਨਾਂ ਨੇ, ਅਸੀਂ ਘਟਾ ਦਾਂਗੇ ਇਹਨਾਂ ਨੂੰ 15-20% ਤੱਕ ਖੇਤੀ 'ਚ ਬੰਦਿਆਂ ਨੂੰ ਲੈ ਆਵਾਂਗੇ। ਅੱਜ ਵੀ ਇਹਨਾਂ ਦੀ ਨੀਤੀ ਇਹ ਹੈ ਵੀ ਖੇਤੀ 'ਚੋਂ ਬੰਦਿਆਂ ਨੂੰ ਬਾਹਰ ਕੱਢ ਦਿੱਤਾ ਜਾਏ, ਪਰ ਇਹ ਉੱਥੇ ਸੰਭਵ ਹੁੰਦਾ ਹੈ ਜਦੋਂ ਤੁਹਾਡੇ ਕੋਲ ਦੂਜੇ ਸੈਕਟਰ ਦੇ ਅੰਦਰ, ਇੰਡਸਟਰੀ ਦੇ ਅੰਦਰ, ਵਪਾਰ ਦੇ ਅੰਦਰ, ਸੇਵਾਵਾਂ ਦੇ ਅੰਦਰ ਲੋਕਾਂ ਨੂੰ ਨੌਕਰੀਆਂ ਦੇਣ ਵਾਸਤੇ ਜਗ੍ਹਾ ਹੋਵੇ। ਅੱਜ ਤਾਂ ਕੰਪਿਊਟਰ ਨੇ, ਆਟੋਮੇਸ਼ਨ ਨੇ, ਮਸ਼ੀਨਰੀ ਨੇ, ਰੋਬੋਟਸ ਨੇ ਸਾਰਾ ਕੁਝ ਖੋਲ੍ਹਿਆ ਹੋਇਆ। ਇਹ ਖੇਤੀ 'ਚੋਂ ਵਿਹਲੇ ਹੋ ਕੇ ਕਿੱਥੇ ਜਾਣਗੇ? ਹੁਣ ਜਿਹੜੇ ਇਸ ਵੇਲੇ ਜਦੋਂ ਹੁਣ ਮਹਾਮਾਰੀ ਆਈ ਹੈ, ਮਹਾਮਾਰੀ ਦੇ ਵਿੱਚ ਕਿਹੜੇ ਲੋਕ ਬੈਠੇ ਰਹੇ ਨੇ? ਆ ਵਿਚਾਰੇ ਪ੍ਰਵਾਸੀ ਵਰਕਰ ਸੀ ਜਿਹੜੇ ਇਹ ਲੱਗੇ ਹੋਏ ਸੀ, ਕੋਈ ਬੰਬੇ ਜਾ ਕੇ, ਕੋਈ ਕਿਤੇ ਜਾ ਕੇ। ਜਦੋਂ ਕੰਮ ਛੱਡਣਾ ਪਿਆ ਤਾਂ ਉਹਨਾਂ ਦਾ ਕੀ ਹਾਲ ਹੋਇਆ ਵਿਚਾਰਿਆਂ ਦਾ। ਪਰ ਜਿਹੜੇ ਕਿਸਾਨ ਸੀ ਕਿੱਲੇ 2 ਕਿੱਲਿਆਂ ਵਾਲੇ, ਘੱਟੋ ਘੱਟ ਉਹਨਾਂ ਨੂੰ ਇੰਨੀ ਰਾਹਤ ਤਾਂ ਸੀ ਵੀ ਉਹਨਾਂ ਨੂੰ ਇਹ ਲੱਗਦਾ ਸੀ ਸਾਡੇ ਲਈ ਕਣਕ ਚੌਲ ਤਾਂ ਘਰੇ ਦਾਲਾਂ ਹੈਗੀਆਂ ਨੇ, ਮੇਰਾ ਜਵਾਕ ਕੱਲ੍ਹ ਨੂੰ ਸਰਵਿਸ ਨਹੀਂ ਮਿਲੂਗੀ, ਘੱਟੋ ਘੱਟ 2.5 ਕਿੱਲਿਆਂ ਦੇ ਉੱਤੇ ਆਪਣਾ ਗੁਜ਼ਾਰਾ ਕਰ ਲੂਗਾ। ਪਰ ਜੇ ਇਹ 2.5 ਕਿੱਲਿਆਂ 5 ਕਿੱਲਿਆਂ ਵਾਲਿਆਂ ਨੂੰ ਬੇਜ਼ਮੀਨੇ ਕਰਕੇ ਉਹਨਾਂ ਨੂੰ ਵੀ ਲੇਬਰ ਦੀ ਮੰਡੀ ਦੇ ਵਿੱਚ ਸਿੱਟਣਾ ਹੈ ਤਾਂ ਲੇਬਰ ਦਾ ਕੱਲ੍ਹ ਨੂੰ ਇਹਨਾਂ ਨੇ ਹਾਲ ਕੀ ਕਰਨਾ? ਜਾਣੀ ਇਹ ਆਉਣ ਵਾਲੇ 50-60 ਸਾਲਾਂ 'ਚ ਇਸ ਕਿਸਮ ਦਾ ਹਾਲ ਹੋ ਸਕਦਾ। ਮੈਨੂੰ ਅੰਦਾਜ਼ਾ ਜੋ ਲੱਗਦਾ, ਜਿੰਨਾ ਕੁ ਪੜ੍ਹਨ ਤੋਂ ਲੱਗਦਾ ਕਿ ਇਹ ਲੋਕ ਕੰਮ ਤਾਂ ਕੀ ਇਹਨਾਂ ਦਾ ਉਹੀ ਹੋ ਜਾਣਾ ਵੀ ਇਹ ਜਿਵੇਂ ਹੁਣ ਇਹਨਾਂ ਮਜ਼ਦੂਰਾਂ ਬਾਰੇ ਵੀ ਸੀ ਵੀ ਕੰਮ ਅਗਰ ਆਟੋਮੇਸ਼ਨ ਕੰਪਿਊਟਰ ਤੇ ਰੋਬੋਟਸ ਨਾਲ ਕੰਮ ਚੱਲ ਰਿਹਾ ਤਾਂ ਲੋਕ ਕਹਿਣਗੇ ਇਹ ਬੰਦੇ ਤੋਂ ਅਸੀਂ ਲੈਣਾ ਕੀ ਹੈ, ਇਰਰੈਲੀਵੈਂਟ ਬੰਦੇ ਹੋ ਜਾਣਗੇ। ਤੀਸਰਾ ਆਰਡੀਨੈਂਸ ਹੈ। ਚੌਥਾ ਜਿਹੜਾ ਬਹੁਤ ਇੰਪੋਰਟੈਂਟ ਹੋਰ ਕਾਨੂੰਨ ਆ ਰਿਹਾ ਉਹ ਕਿਸਾਨਾਂ ਵਾਸਤੇ ਵੀ, ਆਮ ਖਪਤਕਾਰਾਂ ਲਈ ਵੀ, ਤੁਹਾਡੇ ਸਾਡੇ ਸਾਰਿਆਂ ਲਈ, ਉਹ ਹੈ ਬਿਜਲੀ ਬਿੱਲ 2020। ਕਿਉਂਕਿ ਹਰ ਮੁਲਾਜ਼ਮ, ਮਜ਼ਦੂਰ, ਕਿਸਾਨ, ਹਰ ਬੰਦਾ ਬਿਜਲੀ ਵਰਤਦਾ। ਟੈਲੀਫੋਨ ਚਾਰਜ ਕਰਨਾ ਤਾਂ ਬਿਜਲੀ, ਤੁਸੀਂ ਕੈਮਰੇ ਦੀ ਬੈਟਰੀ ਚਾਰਜ ਕਰਨੀ ਹੈ ਤਾਂ ਬਿਜਲੀ, ਤੁਸੀਂ ਜੇ ਕਾਰਾਂ ਬਿਜਲੀ ਵਾਲੀ ਆ ਗਈਆਂ ਤਾਂ ਬਿਜਲੀ, ਜੇ ਕੋਈ ਹਨੇਰਾ ਦੂਰ ਕਰਨਾ ਤਾਂ ਬਿਜਲੀ, ਪੱਖਾ ਚਲਾਉਣਾ ਬਿਜਲੀ, ਵਾਸ਼ਿੰਗ ਮਸ਼ੀਨ, ਡਿਸ਼ ਵਾਸ਼ਰ, ਫਰਿੱਜ, ਐਵਰੀਥਿੰਗ ਬਿਜਲੀ ਨਾਲ, ਬਿਜਲੀ 'ਤੇ ਡਿਪੈਂਡੈਂਟ ਹੈ। ਸੋ ਬਿਜਲੀ ਨੂੰ ਇੱਕ ਐਸੀ ਨੀਡ ਬਣਾ ਕੇ ਹੁਣ ਕੇਂਦਰ ਸਰਕਾਰ ਜਿਹੜਾ ਆਪਣਾ ਬਿੱਲ ਬਣਾ ਕੇ ਲੈ ਕੇ ਆ ਰਿਹਾ ਉਹਦੇ 'ਚ ਫਿਰ 2 ਪਹਿਲੂ ਨੇ। ਜਿਵੇਂ ਮੈਂ ਪਹਿਲਾਂ ਦੱਸਿਆ ਸੀ, ਕੇਂਦਰ ਰਾਜਾਂ ਦੇ ਅਧਿਕਾਰਾਂ ਨੂੰ ਇੱਕ ਇੱਕ ਕਰਕੇ ਖਾ ਰਿਹਾ। ਬਿਜਲੀ ਬਿੱਲ 2020 ਹੈ ਜਿਹੜਾ, ਇਹ ਅਮਰਿੰਦਰ ਸਿੰਘ ਦੇ ਹੱਥਾਂ 'ਚੋਂ ਖਿੱਚ ਕੇ ਮੋਦੀ ਹੁਣਾਂ ਦੇ ਹੱਥਾਂ 'ਚ ਚਲੇ ਜਾਣਾ। ਬਿਜਲੀ ਦੇ ਰੇਟ ਤੈਅ ਕਰਨੇ, ਬਿਜਲੀ ਦੇ ਠੇਕੇ ਕਿਹੜੀ ਕੰਪਨੀ ਨੂੰ ਦੇਣੇ ਨੇ, ਬਿਜਲੀ ਦੇ ਮਤਲਬ ਕਿ ਡਿਸਟ੍ਰੀਬਿਊਸ਼ਨ ਕਿਹੜੀ ਕੰਪਨੀ ਨੂੰ ਦੇਣੀ ਹੈ, ਉਹ ਕੰਪਨੀਆਂ ਨੂੰ ਸੰਭਾਲ ਕੇ ਉਹਨਾਂ ਨੇ ਆਪਣੇ ਜਿਹੜੇ ਟੈਕਸ ਟੂਕਸ ਨੇ ਜਾਂ ਜਿਹੜੇ ਠੇਕੇ ਨੇ ਉਹ ਲੈ ਲੈਣੇ ਨੇ ਕੇਂਦਰ ਸਰਕਾਰ ਨੇ। ਨਾਲੇ ਕਹਿੰਦੇ ਬਿੱਲ ਲਗਾਏ ਬਿਨਾਂ ਕਿਸਾਨ ਨੂੰ ਕੋਈ ਸਕੀਮ ਨਹੀਂ ਦਿੱਤੀ ਜਾਣੀ। ਮਤਲਬ ਕਿ ਉਹ ਉਸ ਬਿੱਲ ਦੇ ਵਿੱਚ ਇਹੀ ਹੈ, ਕਿਸਾਨ ਨਹੀਂ, ਮਤਲਬ ਕਿ ਜਿਵੇਂ ਹੁਣ ਅਸੀਂ ਲੜ ਕੇ ਪਿੰਡਾਂ ਦੇ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ 200 ਯੂਨਿਟ ਫ੍ਰੀ ਕਰਾਏ ਹੋਏ ਸੀ। 200 ਯੂਨਿਟ ਫ੍ਰੀ ਸੀ 1 ਕਿਲੋਵਾਟ ਤੱਕ। ਉਹ ਕਿਸੇ ਕਾਸਟ ਦਾ, ਕੋਈ ਦਲਿਤ ਹੈ, ਗਰੀਬ ਹੈ, ਕੋਈ ਹੈ, ਬਟ ਗਰੀਬ ਹੈ, ਉਹ ਬੇਜ਼ਮੀਨਾ ਤੇ ਗਰੀਬ ਹੈ, ਕਿਸੇ ਜਾਤ ਦਾ। ਉਹ ਫ੍ਰੀ ਬਿਜਲੀ ਆਪਣੇ ਆਪ 'ਚ ਉਹਨੂੰ ਕਹਿਣਗੇ ਕਿ ਕਾਨੂੰਨ ਦਾ ਅਪਰਾਧ ਹੈ। ਇੱਕ ਕਿਸਾਨਾਂ ਨੂੰ ਅਸੀਂ ਲੜ ਕੇ ਮੋਟਰਾਂ ਦੇ ਬਿੱਲ ਬਲਕਿ ਬਿਨਾਂ ਬਿੱਲਾਂ ਤੋਂ ਕਰਾਈਆਂ ਹੋਈਆਂ, ਉਹਨੂੰ ਹੌਲੀ ਹੌਲੀ ਕਰਨਗੇ। ਉਹ DBT ਪਲਾਨ ਹੈ, ਡਾਇਰੈਕਟ ਜਿਹੜੀ ਮਤਲਬ ਕਿ ਸਾਡੀ ਸਬਸਿਡੀ ਖਾਤਿਆਂ ਜਮ੍ਹਾਂ ਹੋਊਗੀ। ਫਿਰ ਉਹਨੂੰ ਕਹਿਣਗੇ ਜੀ ਸਾਡੇ ਕੋਲ ਹੁਣ ਪੈਸੇ ਨਹੀਂ ਹੈਗੇ ਦੇਣ ਲਈ, ਹੁਣ ਤਨਖਾਹਾਂ ਵੀ ਨਹੀਂ ਦਿੱਤੀਆਂ ਜਾਂਦੀਆਂ, ਬਾਕੀ ਤਾਂ ਸਬਸਿਡੀ ਸਵਾਹ ਦੇਣੀ ਹੈ। ਸੋ ਇਹ ਜਿਹੜਾ ਦੇਖੋ ਪੰਜਾਬ ਸਰਕਾਰ ਸਬਸਿਡੀ ਦਿੰਦੀ ਹੈ ਕਿਸਾਨਾਂ ਨੂੰ, ਜਦੋਂ ਕੇਂਦਰ ਕੋਲ ਚਲੇ ਗਈ ਇਹ ਸਕੀਮ ਮਤਲਬ ਕਿ ਇਹਨਾਂ ਦੀ ਉਹ ਕਿਉਂ ਦੇਣਗੇ ਭਲਾ? ਉਹ ਕਹਿਣਗੇ ਸਾਨੂੰ ਸਾਰੇ ਦੇਸ਼ ਨੂੰ ਦੇਣਾ ਪਊਗਾ। ਹਾਲਾਂਕਿ ਅਸੀਂ ਤਾਂ ਮੰਗ ਕਰਦੇ ਹਾਂ ਕਿ ਸਾਰੇ ਦੇਸ਼ ਦੇ ਕਿਸਾਨ, ਕਿਉਂਕਿ ਘਾਟੇ ਬੰਦਾ ਸੌਦਾ ਕਰ ਰਹੇ ਨੇ, ਇਸ ਕਰਕੇ ਉਹ ਤੁਹਾਡਾ ਕਿਸਾਨੀ ਹੈ ਜਿਹੜੀ ਉਹ ਇੱਕ ਐਸੀ ਜਮਾਤ ਹੈ, ਦੇਖੋ ਯੂਨੀਕ ਕਲਾਸ ਹੈ ਉਹ।
ਸਾਰੀ ਦੁਨੀਆ ਦੇ ਵਿੱਚ ਇੱਕੋ ਐਸੀ ਜਮਾਤ ਹੈ ਜਿਹੜੀ ਵੱਡੇ ਪੈਮਾਨੇ ਤੇ ਖੁਦਕਸ਼ੀਆਂ ਕਰ ਰਹੀ ਹੈ। ਹੋਰ ਦੁਨੀਆ 'ਚ ਕੋਈ ਜਮਾਤ ਨਹੀਂ ਹੈਗੀ ਭਾਰਤ ਦੀ। ਇਹੀ ਇੱਕ ਜਮਾਤ ਹੈ ਜਿਹੜੀ ਸਾਰੇ ਲੋਕਾਂ ਨੂੰ, ਜਿਉਂਦਿਆਂ ਨੂੰ, ਜੰਮਣ ਤੋਂ ਲੈ ਕੇ, ਗਰਭ 'ਚ ਪੈਦਾ ਹੋਣ ਤੋਂ ਲੈ ਕੇ ਮਰਨ ਤੱਕ ਉਹਨਾਂ ਨੂੰ ਜ਼ਿੰਦਗੀ ਬਖਸ਼ਦੀ ਹੈ। ਅਗਰ ਸੂਰਜ ਦੀ ਧੁੱਪ ਤੇ ਪਾਣੀ ਨੂੰ ਛੱਡ ਲਈਏ ਤਾਂ ਉਸ ਤੋਂ ਬਾਅਦ ਕਿਸਾਨਾਂ ਦਾ ਪੈਦਾ ਕੀਤਾ ਹੋਇਆ ਅਨਾਜ, ਦੁੱਧ, ਖੰਡ, ਵਿਟਾਮਿਨ ਸਾਰੇ ਅਸੀਂ ਉਹ ਦਿੰਦੇ ਹਾਂ, ਮਤਲਬ ਕਿ ਪੈਦਾ ਕਰਕੇ। ਤਾਂ ਹੀ ਸਰੀਰ ਅੱਗੇ ਵੱਧਦੇ ਨੇ, ਤਾਂ ਹੀ ਬੁਢਾਪੇ ਤੱਕ ਜਾਂਦਾ, ਤਾਂ ਹੀ ਅਸੀਂ ਬੋਲ ਸਕਦੇ ਹਾਂ। ਜੇ ਮੇਰੀਆਂ ਸਬਜ਼ੀਆਂ ਦਾ ਵਿਟਾਮਿਨ ਏ ਨਾ ਮਿਲੇ ਬੱਚੇ ਨੂੰ ਤਾਂ ਉਹ ਅੰਨਾ ਹੋ ਜਾਊਗਾ। ਜੇ ਮੇਰੇ ਖੁਰਾਕ 'ਚ ਉਹਨੂੰ ਵਿਟਾਮਿਨ ਡੀ ਨਾ ਮਿਲੇ, ਵਿਟਾਮਿਨ ਏ ਨਾ ਮਿਲੇ, ਅੰਨਾ ਹੋ ਜਾਊਗਾ। ਵਿਟਾਮਿਨ ਡੀ ਨਾ ਮਿਲੇ, ਉਹਦੀਆਂ ਹੱਡੀਆਂ ਨਹੀਂ ਬਣਨੀਆਂ। ਦੁੱਧ ਦਾ ਕੈਲਸ਼ੀਅਮ ਨਾ ਮਿਲੇ, ਉਹਦੀਆਂ ਹੱਡੀਆਂ ਨਹੀਂ ਬਣਨੀਆਂ, ਉਹਦੇ ਸਰੀਰ ਨੇ ਵਧਣਾ ਨਹੀਂ ਹੈਗਾ। ਸੋ ਜਨਮ ਤੋਂ ਲੈ ਕੇ, ਜਨਮ ਤੋਂ ਵੀ ਪਹਿਲਾਂ ਗਰਭ ਤੋਂ ਲੈ ਕੇ ਮਰਨ ਤੱਕ ਜਿਹੜਾ ਕੁਦਰਤ ਨੇ ਦਿੱਤੀ ਹੋਈ ਧੁੱਪ ਤੇ ਪਾਣੀ ਤੋਂ ਇਲਾਵਾ ਅਗਰ ਇਹ ਚੀਜ਼ਾਂ ਧਰਤੀ ਦੀਆਂ ਨਾ ਅਸੀਂ ਬਖਸ਼ੀਏ ਸਮਾਜ ਨੂੰ ਤਾਂ ਜੀਵਨ ਜਿਉਂਦਾ ਹੀ ਨਹੀਂ ਰਹਿ ਸਕਦਾ। ਜਿਵੇਂ ਧੁੱਪ ਤੋਂ ਬਗੈਰ ਅਸੀਂ ਸੂਰਜ ਤੋਂ ਬਗੈਰ ਨਹੀਂ ਜਿਉਂਦੇ ਰਹਿ ਸਕਦੇ, ਐਵੇਂ ਧਰਤੀ 'ਚੋਂ ਕੱਢੀਆਂ ਹੋਈਆਂ ਚੀਜ਼ਾਂ ਤੋਂ ਬਗੈਰ ਇਨਸਾਨ ਨਹੀਂ ਰਹਿ ਸਕਦਾ। ਸੋ ਇਹ ਇੱਕ ਐਸੀ ਯੂਨੀਕ ਜਮਾਤ ਹੈ ਜਿਹੜੀ ਸਾਰਿਆਂ ਨੂੰ ਜੀਵਨ ਵੀ ਦੇ ਰਹੀ ਆ। ਪਰ ਹੁਣ ਇੱਥੇ ਉਲਟ ਹੋ ਰਿਹਾ, ਜਿਹੜੇ ਕਿਸਾਨ ਨੇ ਉਹ ਖੁਦਕੁਸ਼ੀ ਦੇ ਰਾਹ ਪਏ ਨੇ। ਜਿਹੜਾ ਅੰਨਦਾਤਾ ਲੋਕਾਂ ਦੇ ਢਿੱਡ ਭਰਨ ਵਾਲਾ ਖੁਦਕੁਸ਼ੀ ਕਰ ਰਿਹਾ, ਤੇ ਮੋਦੀ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਜਾਊਗੀ। ਨਹੀਂ, ਪਹਿਲਾਂ ਤਾਂ ਦੇਖੋ ਦੁੱਗਣੀ ਕਰੋ ਚੌਗੁਣੀ ਕਰੋ, ਇਹ ਬਾਅਦ ਦੀ ਗੱਲ ਹੈ। ਪਹਿਲਾਂ ਦੇਖੋ ਮੈਂ ਤੁਹਾਨੂੰ ਆਪਣਾ ਦੱਸਦਾ, ਮੈਂ ਬਤੌਰ ਪ੍ਰੋਫੈਸ਼ਨ ਡਾਕਟਰ ਹਾਂ, ਠੀਕ ਹੈ। ਜੇ ਮੈਂ ਡਾਕਟਰ ਦੀ ਕੁਰਸੀ ਤੇ ਬੈਠਾ ਹੋਵਾਂ ਤਾਂ ਸਾਰੇ ਅਫਸਰ ਕੀ, ਸਾਰੇ ਤੁਸੀਂ ਕੀ, ਸਾਰੇ ਬੰਦੇ ਕਹਿਣਗੇ ਯਾਰ ਬੜੇ ਉੱਚੇ ਰੁਤਬੇ ਦਾ ਬੰਦਾ ਹੈ। ਪਰ ਜੇ ਮੈਂ ਉਹੀ ਡਾਕਟਰ ਦਰਸ਼ਨਪਾਲ ਖੇਤਾਂ 'ਚ ਕੰਮ ਕਰਦਾ ਹੋਵਾਂ, ਮੈਲੇ ਜਿਹੇ ਕੱਪੜੇ ਪਾਏ ਹੋਣ, ਤਾਂ ਸਾਰਾ ਸਮਾਜ ਇਹ ਕਹੂਗਾ ਇਹ ਤਾਂ ਬੜੇ ਨਿਚਲੇ ਰੁਤਬੇ ਦਾ ਹੁੰਦਾ। ਜਦੋਂ ਕਿ ਮੈਂ ਬਤੌਰ ਕਿਸਾਨ ਉਹ ਜਿਹੜੀ ਮੈਂ ਪਹਿਲਾਂ ਗੱਲ ਕਹਿ ਕੇ ਹਟਿਆ, ਮੈਂ ਉਹ ਸੇਵਾ ਕਰਦਾ ਸਮਾਜ ਦੀ ਜਿਹੜੀ ਇੱਕ ਜੀਵਨ ਬਖਸ਼ਣ ਵਾਲੀ ਸੇਵਾ ਹੈ। ਬਤੌਰ ਡਾਕਟਰ ਤਾਂ ਮੇਰਾ ਉਦੋਂ ਹੀ ਕੰਮ ਆਊਗਾ ਨਾ ਜਦੋਂ ਉਹ ਜੀਵਨ ਨੂੰ ਕੋਈ ਬਿਮਾਰੀ ਲੱਗੂਗੀ। ਉਹ ਤੀਜੇ ਚੌਥੇ ਦਰਜੇ ਦਾ ਰੁਤਬਾ ਹੈ, ਇਹ ਪਹਿਲੇ ਦਰਜੇ ਦਾ ਰੁਤਬਾ। ਪਹਿਲੀ ਤਾਂ ਗੱਲ ਇਹ ਸਟੇਟਸ ਉਹਦੀ ਮਿਹਨਤ ਦਾ ਮੁੱਲ ਪੂਰਾ ਪਵੇ। ਮੈਨੂੰ ਬਤੌਰ ਕਿਸਾਨ ਮੇਰੀ ਮਿਹਨਤ ਦਾ ਮੁੱਲ ਨਹੀਂ ਪੂਰਾ ਮਿਲਦਾ, ਮੈਨੂੰ ਸਰਕਾਰ ਵੱਲੋਂ ਕੋਈ ਸਹਿਯੋਗ ਨਹੀਂ ਮਿਲਦਾ। ਮੈਂ ਹੁਣ ਤੁਹਾਡੇ ਸਾਹਮਣੇ ਬੈਠਾ ਇੰਟਰਵਿਊ ਦੇ ਰਿਹਾ, ਮੈਨੂੰ ਮੰਨ ਲਓ ਦੌਰਾ ਪੈ ਜੇ, ਦਿਲ ਦਾ ਦੌਰਾ ਪੈ ਜੇ, ਤੁਸੀਂ ਮੈਨੂੰ ਚੱਕ ਕੇ ਪਟਿਆਲਾ ਹਾਰਟ ਜਾਂ ਚੰਡੀਗੜ੍ਹ ਲੈ ਜਾਓ ਕਿਸੇ ਹਸਪਤਾਲ 'ਚ, ਉੱਥੇ ਜੇ 5 ਲੱਖ ਰੁਪਏ ਦਾ ਵੀ ਹਾਰਟ ਦਾ ਮੇਰਾ ਇਲਾਜ ਹੁੰਦਾ, ਉਹ ਕਿਉਂਕਿ ਮੈਂ ਰਿਟਾਇਰੀ ਸਰਕਾਰੀ ਉਹ ਰਿਟਾਇਰੀ ਹਾਂ, ਮੈਨੂੰ 5 ਲੱਖ ਸਰਕਾਰ ਦਊਗੀ। ਪਰ ਜੇ ਮੈਂ ਖੇਤ 'ਚ ਕੰਮ ਕਰਦਾ ਮੇਰੀਆਂ ਦੋਨੇ ਲੱਤਾਂ ਵੱਡੀਆਂ ਵੀ ਜਾਣ ਤਾਂ ਵੀ ਸਰਕਾਰ ਨਹੀਂ, ਕਿਉਂਕਿ ਮੈਂ ਕੀਤਾ ਤਾਂ ਦੇਸ਼ ਤੇ ਸਰਕਾਰ ਤੇ ਆਪਣੇ ਉਹਦੇ ਵਾਸਤੇ ਕੰਮ ਹੈ ਨਾ, ਖੇਤਾਂ ਜਿਹੜਾ ਕੀਤਾ ਉਹਦੀ ਕੋਈ ਕਦਰ ਨਹੀਂ ਹੈ। ਸੋ ਸਰਕਾਰ 2020 ਤੱਕ ਜਿਹੜੀ ਬਲਕਿ 2022 ਤੱਕ ਜਿਹੜੇ ਦੁੱਗਣੀ ਇਨਕਮ ਕਰਨੀ ਚਾਹੁੰਦੀ ਹੈ, ਫਜ਼ੂਲ ਗੱਲ ਹੈ। ਦੁੱਗਣੀ ਕੀ, ਜੇ ਕਿਸਾਨਾਂ ਨੂੰ ਉਹਨਾਂ ਦੀ ਯੋਗ ਮਿਹਨਤ, ਉਹਨਾਂ ਦੀ ਲਾਗਤਾਂ ਦਾ ਠੀਕ ਮੁੱਲ, ਉਹਨਾਂ ਨੂੰ ਠੀਕ ਰੇਟ ਤੇ ਕਰਜ਼ੇ ਨਹੀਂ ਮਿਲਦੇ, ਕਰਜ਼ਿਆਂ ਤੇ ਠੀਕ ਵਿਆਜ ਨਹੀਂ ਲੱਗਦਾ, ਜੇਕਰ ਉਹਨਾਂ ਨੂੰ ਮਤਲਬ ਕਿ ਇਸ ਕਿਸਮ ਦੀ ਸਹੂਲਤ ਨਹੀਂ ਮਿਲਦੀ ਕਿਸਾਨਾਂ ਨੂੰ, ਤਾਂ ਕਿਸਾਨ ਖੁਦਕਸ਼ੀਆਂ ਕਿਉਂ ਕਰਨ, ਕਿਸਾਨਾਂ ਤੇ ਕਰਜ਼ੇ ਕਿਉਂ ਵਧਣ। ਅੱਜ ਪੰਜਾਬ ਦਾ ਕਿਸਾਨ 90% ਕਿਸਾਨ ਕਰਜ਼ਾਈ ਨੇ। 1 ਲੱਖ ਕਰੋੜ ਰੁਪਇਆ ਕਰਜ਼ਾ ਕਿਸਾਨਾਂ ਸਿਰ। ਇਹ 1 ਲੱਖ ਕਰੋੜ ਨੂੰ ਤੁਸੀਂ ਜੇ ਵੰਡ ਲਓ ਕਿਸਾਨਾਂ ਦੀ ਟੋਟਲ ਗਿਣਤੀ ਤੇ, ਤਾਂ ਇਹ 9 ਤੋਂ 10 ਲੱਖ ਪ੍ਰਤੀ ਕਿਸਾਨ ਪਰਿਵਾਰ ਬਣਦਾ। 10 ਏਕੜ ਦਾ ਇੱਕ ਐਵਰੇਜ ਕਿਸਾਨ ਮਾਲਕ ਹੈ ਸਾਡੇ ਇੱਥੇ, ਤੇ ਇੱਥੇ 10 ਲੱਖ ਕਿਸਾਨ ਪਰਿਵਾਰ ਨੇ, ਤਾਂ 9 ਲੱਖ ਤੋਂ 10 ਲੱਖ ਰੁਪਇਆ ਇੱਕ ਕਿਸਾਨ ਪਰਿਵਾਰ ਸਿਰ ਕਰਜ਼ਾ ਬਣਦਾ। ਜ਼ੋਰ ਲਾ ਲਓ, ਇਹ ਉੱਤਰ ਹੀ ਨਹੀਂ ਸਕਦਾ। ਨਾਲੇ ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਪੰਜਾਬ 'ਚ ਕਿਸਾਨਾਂ ਦਾ ਕਰਜ਼ਾ ਸਾਰਾ ਲਾਹਿਆ ਜਾਊਗਾ। ਕੈਪਟਨ ਸਰਕਾਰ ਨੇ ਵਾਅਦਾ ਨਹੀਂ ਸੀ ਕੀਤਾ। ਕੈਪਟਨ ਸਾਹਿਬ ਨੇ ਸਿਰ ਤੇ ਗੁਟਕਾ ਸਾਹਿਬ ਰੱਖ ਕੇ ਲੋਕਾਂ ਨਾਲ ਵਾਅਦਾ ਕੀਤਾ ਸੀ, ਕਸਮ ਖਾਧੀ ਸੀ ਕਿ ਮੈਂ ਸਾਰੇ ਕਰਜ਼ੇ ਨੂੰ, ਹੁਣ ਭਾਈ ਤੁਹਾਡਾ ਕਰਜ਼ੇ ਨਹੀਂ, ਇਹ ਮੇਰੇ ਕਰਜ਼ੇ ਨੇ ਸਾਰੇ, ਸਾਨੂੰ ਜਿਤਾਓ ਤੁਸੀਂ। ਪਰ ਜਿੱਤਣ ਤੋਂ ਬਾਅਦ ਪਹਿਲੀ ਗੱਲ ਤਾਂ ਉਹਨਾਂ ਨੇ ਜਿਹੜਾ 40-35% ਆੜ੍ਹਤੀਆਂ ਦਾ ਕਰਜ਼ਾ ਸੀ ਉਹਨੂੰ ਪਾਸੇ ਕਰਤਾ। ਫਿਰ ਜਿਹੜੇ ਕਰਜ਼ੇ ਸੀ 5 ਏਕੜ ਤੱਕ ਤੋਂ ਉੱਪਰ ਵਾਲੇ ਕਿਸਾਨਾਂ ਦੇ, ਉਹਨਾਂ ਨੂੰ ਛੱਡਤਾ। ਫਿਰ ਉਹਨਾਂ ਨੇ ਕੀ ਕੀਤਾ ਵੀ ਹੌਲੀ ਹੌਲੀ 2 ਏਕੜ ਤੱਕ 5 ਏਕੜ ਤੱਕ ਦੇਵਾਂਗੇ, ਉਹਦੇ 'ਚ ਵੀ ਵੱਡੀ ਗਿਣਤੀ ਕਿਸਾਨਾਂ ਨੂੰ ਕਰਜ਼ਾ ਦੀ ਜਿਹੜੀ ਛੋਟ ਨਹੀਂ ਮਿਲੀ। ਸੋ ਕੁਛ ਮਿਲੀ, ਬਟ ਵੱਡਾ ਜਿਹੜਾ ਕਰਜ਼ੇ ਦੀਆਂ ਰਕਮਾਂ ਹਲੇ ਬਾਕੀ ਨੇ। ਸੋ ਕੈਪਟਨ ਸਾਹਿਬ ਨੇ ਜੋ ਵਾਅਦਾ ਕੀਤਾ ਸੀ ਉਹ ਅੱਧ ਅਧੂਰਾ, ਜਿਵੇਂ ਮੇਂਗਣਾ ਪਾ ਕੇ ਬੱਕਰੀ ਨਹੀਂ ਦੁੱਧ ਦਿੰਦੀ, ਉਵੇਂ ਜੇ ਕੀਤਾ। ਇਹਦੇ ਨਾਲ ਕੋਈ ਬਹੁਤਾ ਕਿਸਾਨੀ ਕਰਜ਼ੇ 'ਚੋਂ ਨਿਕਲ ਜੂਗੀ, ਕਿਸਾਨੀ ਕਰਜ਼ੇ 'ਚੋਂ ਨਿਕਲੂਗੀ, ਉਹਦੀ ਆਮਦਨ
ਫਸਲਾਂ ਦਾ ਰੇਟ ਠੀਕ ਮਿਲੇ, ਉਹਨੂੰ ਜੋ ਕਰਜ਼ੇ ਤੇ ਰਕਮ ਮਿਲਦੀ ਹੈ ਉਹ ਕਰਜ਼ੇ ਤੇ ਰਕਮ ਅਜਿਹੀਆਂ ਸ਼ਰਤਾਂ ਤੇ ਮਿਲੇ ਕਿ ਉਹ 4 ਲੱਖ ਦੀ ਬਜਾਏ 8 ਲੱਖ ਨਾ ਹੋਵੇ, ਉਹ 4 ਲੱਖ ਦੀ 4,25,000 ਹੋਵੇ 6 ਮਹੀਨੇ ਬਾਅਦ। ਜਾਣੀ ਵਿਆਜ 1 ਤੋਂ ਲੈ ਕੇ 4% ਸਧਾਰਨ ਵਿਆਜ ਹੋਵੇ, ਵਿਆਜ ਪਰ ਵਿਆਜ ਨਾ ਲੱਗੇ, ਲੰਮੇ ਸਮੇਂ ਲਈ ਕਿਸ਼ਤ ਤੇ ਦਿੱਤਾ ਜਾਵੇ। ਕਿਸਾਨ ਨੂੰ 6 ਮਹੀਨੇ ਬਾਅਦ ਆਮਦਨ ਹੋਣੀ ਹੈ। ਕਿਸਾਨ ਨੇ ਬੱਚੇ ਦੀ ਫੀਸ ਵੀ ਭਰਨੀ ਹੈ, ਬਜ਼ੁਰਗ ਦਾ ਇਲਾਜ ਵੀ ਕਰਾਉਣਾ ਹੈ, ਕੋਈ ਹੋਰ ਰਿਸ਼ਤੇਦਾਰੀ ਵਿਆਹ ਵੀ ਜਾਣਾ ਹੈ। ਉਹਨੂੰ ਕਰਜ਼ਾ ਇਸ ਤਰੀਕੇ ਨਾਲ ਦਿਓ ਕਿ ਉਹ ਮੰਨ ਲਓ ਉਹਦੇ ਕੋਲ 4 ਕਿੱਲੇ 1 ਕਰੋੜ ਦੇ ਨੇ ਤਾਂ ਘੱਟੋ ਘੱਟ ਉਹਨੂੰ 10-15 ਲੱਖ ਦੀ ਉਹਦੀ ਲਿਮਿਟ ਬਣਾਓ ਘੱਟ ਵਿਆਜ ਤੇ। ਜੇ ਉਹਦੀ ਲਿਮਿਟ ਬਣੀ ਹੋਵੇ ਘੱਟ ਵਿਆਜ ਤੇ ਤਾਂ ਸਾਰੇ ਕਿਸਾਨ ਅੱਜ ਜਿਹੜੀ ਸਾਡੀ ਕ੍ਰੌਪ ਲੋਨ ਬਣਦਾ 4% ਵਾਲਾ ਉਹ ਸਾਰੇ ਹੀ ਭਰਦੇ ਹਾਂ ਅਸੀਂ, ਕੋਈ ਉਹਦੇ 'ਚ ਡਿਫਾਲਟਰ ਨਹੀਂ ਹੁੰਦਾ। ਅਗਰ ਉਹ ਤੋਂ ਵੀ ਵਿਆਜ ਘੱਟ ਹੋ ਜੇ, ਰਕਮ ਵੱਧ ਹੋ ਜੇ, ਵਿਆਜ ਸਧਾਰਨ ਹੋ ਜੇ, ਵਿਆਜ ਪਰ ਵਿਆਜ ਨਾ ਲਾਉਣ, ਈਵਨ ਆੜ੍ਹਤੀਆਂ ਤੋਂ ਵੀ ਫਿਰ ਲੋਕ ਲੈਣੇ, ਸੂਦਖੋਰਾਂ ਤੋਂ ਵੀ ਪੈਸੇ ਲੈਣੇ ਬੰਦ ਕਰ ਦੇਣ ਅਗਰ ਬੈਂਕ ਸਾਨੂੰ ਵਧੀਆ ਤਰੀਕੇ ਨਾਲ ਠੀਕ ਸ਼ਰਤਾਂ 'ਤੇ ਕਰਜ਼ਾ ਦਿੰਦੇ ਨੇ ਤਾਂ। ਸੋ ਇਸ ਕਰਕੇ ਮੋਦੀ ਸਰਕਾਰ ਜਿਹੜੀ ਮੈਂ ਕਹਿਣਾ ਚਾਹੁੰਦਾ ਉਹ ਸਾਡੇ ਨਾਲ ਵਾਅਦਾ ਕਰਕੇ ਜਿਹੜਾ ਕਹਿੰਦੇ ਨੇ ਅਸੀਂ ਕੋਸਟ 'ਤੇ 50% ਦੇ ਤਾਂ ਬਿਲਕੁਲ ਝੂਠ ਬੋਲਦੇ ਨੇ। ਕੋਸਟ ਸਾਡੇ ਨਾਲ ਬੈਠ ਕੇ ਕੈਲਕੂਲੇਟ ਕਰ ਲੈਣ। ਮੈਂ ਆਪਣੇ ਹੱਥਾਂ ਨਾਲ ਕੈਲਕੂਲੇਟ ਕੀਤੀ ਆ, ਝੋਨੇ ਦੀ ਕੋਸਟ 2000 ਰੁਪਏ ਪ੍ਰਤੀ ਕੁਇੰਟਲ ਪੈਂਦੀ ਆ ਅਤੇ ਜੇ ਉਹ 'ਤੇ 50% ਪਾਉਣਾ ਤਾਂ 3000 ਪੈਂਦਾ। ਅਸੀਂ CACP ਨਾਲ ਮੀਟਿੰਗ ਕੀਤੀ, ਉਹ ਝੂਠ ਬੋਲਦੇ ਨੇ, ਤਿੰਨ ਚੀਜ਼ਾਂ ਨੂੰ ਪਾਉਂਦੇ ਨਹੀਂ ਵਿੱਚ। ਸੋ ਇਸ ਕਰਕੇ ਸਾਡਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਸਮਝ ਇਹ ਹੈ ਕਿ ਕੇਂਦਰ ਦੇ ਨਾਲ ਸਾਰੇ ਮਸਲੇ ਜੁੜਦੇ ਜਾਂਦੇ ਨੇ। ਹੁਣ ਇੱਥੋਂ ਤੱਕ ਕਿ ਖੇਤਰੀ ਮੁੱਦੇ ਨੇ ਜਿਹੜੇ ਉਹ ਵੀ ਕੇਂਦਰ ਨਾਲ ਜੁੜਦੇ ਜਾਂਦੇ ਨੇ। ਖੇਤੀ ਦੇ ਮਸਲੇ ਤਾਂ ਕਾਫੀ ਜੁੜ ਗਏ, ਭਾਅ ਦਾ, ਕਰਜ਼ੇ ਦਾ, ਬਿਜਲੀ ਬਿੱਲ ਦਾ, ਆਹ ਹੁਣ ਮੰਡੀ ਦਾ ਜੁੜ ਗਿਆ। ਇਸ ਕਰਕੇ ਹੁਣ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਆਪਸ ਵੀ ਏਕਾ ਕਰਨਾ ਚਾਹੀਦਾ ਔਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਹਿੰਦੁਸਤਾਨ ਪੱਧਰ 'ਤੇ ਇੱਕ ਲੀਡ ਲੈਣੀ ਚਾਹੀਦੀ ਹੈ, ਅਗਵਾਈ ਲੈਣੀ ਚਾਹੀਦੀ ਹੈ। ਕਿਉਂਕਿ ਜਿੰਨਾ ਮੈਂ ਹਿੰਦੁਸਤਾਨ ਦੇ ਵਿੱਚ ਤੁਰਿਆ ਫਿਰਿਆ ਅਤੇ ਮੈਂ ਕਿਸਾਨਾਂ ਦੇ ਵਿੱਚ ਜਿੰਨੀ ਦੇਰ ਕੰਮ ਕੀਤਾ, ਅੱਜ ਦੀ ਪਰਿਸਥਿਤੀ 'ਚ ਮੈਨੂੰ ਇਹ ਲੱਗਦਾ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਯੋਗਤਾ, ਸਮਰੱਥਾ, ਤਾਕਤ, ਸਮਝ, ਤਜਰਬਾ ਇਹ ਹਿੰਦੁਸਤਾਨ ਦੇ ਅੰਦਰ ਪੂਰੇ ਕਿਸਾਨਾਂ ਦੀਆਂ ਜਥੇਬੰਦੀਆਂ ਨੂੰ, ਪੂਰੇ ਕਿਸਾਨਾਂ ਨੂੰ ਇੱਕ ਯੋਗ ਅਗਵਾਈ ਦੇ ਸਕਦੇ ਨੇ, ਤਾਲਮੇਲ ਕਰ ਸਕਦੇ ਨੇ। ਇਹਨਾਂ ਦੀ ਮਾਨਤਾ ਵੀ ਹੈ ਬਾਹਰਲੇ ਸੂਬਿਆਂ ਦੇ ਅੰਦਰ, ਕਿਉਂਕਿ ਪੰਜਾਬ ਖੇਤੀਬਾੜੀ ਸਭ ਤੋਂ ਵੱਧ ਉੱਭਰਿਆ ਹੋਇਆ ਦੁਨੀਆ 'ਚ, ਸਭ ਤੋਂ ਵੱਧ ਪ੍ਰਤੀ ਜਿਹੜੀ ਏਕੜ ਪੈਦਾਵਾਰ ਹੈ ਉਹ ਪੰਜਾਬ ਕਰ ਰਿਹਾ। ਸੋ ਪੰਜਾਬ ਦੀ ਇੱਕ ਕਹਿ ਲਓ ਵੀ ਛਾਪ ਹੈ ਖੇਤੀਬਾੜੀ ਦੇ ਸੈਕਟਰ 'ਚ। ਸੋ ਬਾਹਰਲੀਆਂ ਕਰਨਾਟਕਾ ਦੀਆਂ ਜਥੇਬੰਦੀਆਂ ਨੇ, ਚਾਹੇ KRLS, ਚਾਹੇ UP ਦੀਆਂ ਜਥੇਬੰਦੀਆਂ ਨੇ, ਚਾਹੇ ਉੜੀਸਾ ਦੀਆਂ ਨੇ, ਉਹ ਸਾਰੇ ਸੋਚ ਰਹੇ ਨੇ। ਪਰ ਪੰਜਾਬ ਦੇ ਕਿਸਾਨਾਂ ਦੇ ਜਿਹੜੀ ਸਮੱਸਿਆ ਇਹ ਹੈ ਕਿ ਉਹ ਪੰਜਾਬ 'ਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ। ਜੇਕਰ ਇੱਥੇ ਰਾਜਨੀਤਿਕ ਪਾਰਟੀਆਂ ਦੀ ਵੀ ਗੱਲ ਕੀਤੀ ਜਾਵੇ, ਕਿਸਾਨਾਂ ਦਾ ਮਸੀਹਾ ਕਹਾਉਣ ਵਾਲੀਆਂ ਰਾਜਨੀਤਿਕ ਪਾਰਟੀਆਂ, ਉਹਨਾਂ ਨੇ ਇਸ ਜਿਹੜਾ ਐਕਟ ਲਾਗੂ ਕੀਤਾ ਇਹਦੇ ਕੋਈ ਆਪਣੀ ਟਿੱਪਣੀ ਠੋਸ ਕਦਮ ਨਹੀਂ ਚੁੱਕਿਆ ਕਿ ਇਹਨੂੰ ਰੋਕਿਆ ਜਾ ਸਕੇ। ਨਹੀਂ ਦੇਖੋ, ਟਿੱਪਣੀ ਕੁਛ ਕੀਤੀ ਹੈ, ਬਾਦਲਾਂ ਨੇ ਵੀ ਕੀਤੀ ਹੈ, ਅਮਰਿੰਦਰ ਨੇ ਵੀ ਕੀਤੀ ਹੈ, ਪਰ ਜਦੋਂ ਅਸਲ 'ਚ ਆਉਂਦਾ ਮਸਲੇ ਦੇ ਖਿਲਾਫ ਇੱਕ ਸੰਘਰਸ਼ ਕਰਨ ਦਾ, ਜਨਤਾ ਨੂੰ ਲੈ ਕੇ, ਇਹ ਬਹੁਤ ਵਾਰੀ ਦੂਜੇ ਮਸਲੇ ਨੇ ਜਿਹੜੇ ਵੋਟਾਂ ਵਾਲੇ ਮਸਲੇ ਹੋ ਗਏ, ਧਾਰਮਿਕ ਮਸਲੇ ਹੋ ਗਏ, ਫਿਰਕੂ ਰੰਗਤ ਦੇਣ ਵਾਲੇ ਹੋ ਗਏ, ਉਦੋਂ ਤਾਂ ਵੱਡੇ ਵੱਡੇ ਲਲਕਾਰੇ ਮਾਰ ਦਿੰਦੇ ਨੇ। ਪਰ ਜਦੋਂ ਤੁਹਾਡੇ ਸੂਬੇ ਦੀ ਜਨਤਾ, ਕਿਸਾਨ ਨੇ, ਮਿਹਨਤਕਸ਼ ਲੋਕ ਨੇ, ਉਹਨਾਂ ਦੀ ਗੱਲ ਹੈ, ਉਦੋਂ ਇਹ ਬਿਆਨ ਦੇ ਕੇ ਸਾਰਦੇ ਨੇ। ਹੁਣ ਚਾਹੀਦਾ ਇਹ ਸੀ ਸੁਖਬੀਰ ਬਾਦਲ ਉਹਨਾਂ ਨੂੰ ਕਿ ਇਹਨਾਂ ਆਰਡੀਨੈਂਸਾਂ ਦੇ ਵਿਰੋਧ 'ਚ, ਬਿਜਲੀ ਬਿੱਲ ਦੇ ਵਿਰੋਧ 'ਚ, ਜਿਣਸਾਂ ਦੇ ਭਾਅ ਨਹੀਂ ਦਿੱਤੇ ਪਿਛਲੇ ਦਿਨਾਂ 'ਚ, ਕੇਵਲ 53 ਰੁਪਏ ਵਧਾਇਆ ਝੋਨੇ ਦਾ ਰੇਟ। ਸਿਮਰਤ ਕੌਰ ਇਹਨਾਂ ਕੋਲ ਥੋੜ੍ਹਾ ਪੈਸਾ ਹੈ, ਇੰਨੀ ਪ੍ਰਾਪਰਟੀ ਆ, ਠੇਕਾ ਲੈ ਰੱਖਿਆ ਇਹਨਾਂ ਨੇ ਉੱਥੇ ਮੰਤਰੀ ਮੰਡਲ 'ਚ ਰਹਿਣ ਦਾ, ਮੰਤਰੀ ਛੱਡ ਦਿੰਦੇ। ਪਰ ਅਮਰਿੰਦਰ ਸਿੰਘ ਨੇ ਵੀ ਉਦੋਂ ਛੱਡੀ ਸੀ ਆਪਣੀ ਉਹ ਕੀ ਕਹਿੰਦੇ ਨੇ ਲੀਡਰੀ ਸੈਂਟਰ 'ਚੋਂ, ਜਦੋਂ ਇੱਕ ਧਾਰਮਿਕ ਮੁੱਦਾ ਸੀ, ਮੁੱਦਾ ਜਾਇਜ਼ ਸੀ, ਉਹ ਬਲੂ ਸਟਾਰ ਵਾਲਾ ਮਸਲਾ, ਠੀਕ ਆ, ਕਰਨਾ ਹੀ ਚਾਹੀਦਾ ਸੀ ਵਿਰੋਧ। ਪਰ ਜਦੋਂ ਲੋਕਾਂ ਦੇ ਮਸਲਿਆਂ ਦੀ ਗੱਲ ਆਉਂਦੀ ਹੈ, ਉਦੋਂ ਵੀ ਅਮਰਿੰਦਰ ਸਿੰਘ ਹੁਣਾਂ ਨੂੰ, ਉਦੋਂ ਵੀ ਬੀਬਾ ਬਾਦਲ ਹੁਣਾਂ ਨੂੰ ਚਾਹੀਦਾ ਕਿ ਲੋਕਾਂ ਦੇ ਨਾਲ ਖੜਨ। ਆ ਕੇ ਆ ਤੁਸੀਂ ਅਮਰੀਕਾ 'ਚ ਦੇਖ ਲਓ, ਹੁਣ ਅਮਰੀਕਾ ਦੇ ਵਿੱਚ ਮੈਨੂੰ ਅੱਜ ਕੈਨੇਡਾ ਤੋਂ ਜਿਹੜਾ ਫੋਨ ਆਇਆ ਸੀ ਬੰਦੇ ਦਾ, ਤੁਹਾਡੇ TV ਚੈਨਲ ਬਾਰੇ, ਉੱਥੇ ਅਸੀਂ ਗੱਲ ਕਰ ਰਹੇ ਸੀ, ਉਹ ਕਾਲਾ ਮੁੰਡਾ ਜਿਹੜਾ ਮਾਰਤਾ ਉਹਨੇ ਗਲ ਘੁੱਟ ਕੇ, ਵੀ ਉਹਦੇ ਖਿਲਾਫ ਕੈਨੇਡਾ, ਉਹ ਕੈਨੇਡਾ 'ਚ ਕਹਿੰਦਾ ਹੋਣੀ ਸੀ ਬਹੁਤ, ਕਿਉਂਕਿ ਅਮਰੀਕਾ 'ਚ ਹੋ ਰਹੇ ਨੇ। ਟਰੂਡੋ ਆ ਕੇ ਕਹਿੰਦਾ ਸਾਡਾ ਪ੍ਰਧਾਨ ਮੰਤਰੀ ਆਪ ਤਾਂ ਮੁਜ਼ਾਹਰੇ 'ਚ ਖੜਾ। ਐਵੇਂ ਤੁਸੀਂ ਦੇਖੋ ਅਮਰੀਕਾ ਦੇ ਵਿੱਚ ਵੀ ਜਿਹੜੇ ਮੇਅਰ ਨੇ ਜਾਂ ਹੋਰ ਨੇ, ਵਾਸ਼ਿੰਗਟਨ ਦੀ ਮੇਅਰ ਆ ਕੇ ਉੱਥੇ ਆਪ ਆ ਕੇ ਉਹਨੇ ਟਰੰਪ ਦੇ
ਉਹਦੇ ਤੇ ਕੋਲ ਵਾਈਟ ਹਾਊਸ ਦੇ ਕੋਲ ਬਲੈਕ ਲਾਈਫ ਮੈਟਰਸ ਉਹਨੇ ਉੱਥੇ ਲਾਇਆ ਬੈਨਰ ਜਿਹੜਾ ਵੱਡਾ। ਯਾਨੀ ਉਹ ਜਿਹੜੇ ਲੋਕ ਨੇ ਅਸਲ 'ਚ ਲੋਕਾਂ ਨੂੰ ਜਦੋਂ ਠੀਕ ਮਸਲਾ ਲੱਗਦਾ ਹੈਗਾ ਇੱਕ ਬੰਦਾ ਮਰਿਆ ਜੀ ਉੱਥੇ, ਪੁਲਿਸ ਵਾਲੇ ਨੇ ਇੱਕ ਬੰਦਾ ਗਲ ਘੁੱਟ ਕੇ ਮਾਰਿਆ, ਔਰ ਉਹ ਸਾਰਾ ਅਮਰੀਕਾ ਤੇ ਸਾਰਾ ਜਿਹੜਾ ਅਮਰੀਕਾ ਦੇ ਦੂਜੇ ਦੇਸ਼ ਨੇ, ਦੁਨੀਆ ਦੇ ਦੇਸ਼ ਨੇ, ਆਸਟ੍ਰੇਲੀਆ, ਇੰਗਲੈਂਡ, ਜਰਮਨੀ, ਫਰਾਂਸ, ਸਭ ਜਗ੍ਹਾ ਲੋਕ ਉੱਠ ਖੜੇ ਹੋਏ। ਇਕੱਲੇ ਕਾਲੇ ਨਹੀਂ ਉੱਠੇ, ਗੋਰੇ ਲੋਕ ਵੀ ਨਾਲ ਉੱਠੇ ਨੇ। ਇਹ ਸਾਡੇ ਆਪਣੇ ਜਿਹੜੇ ਹਾਕਮ ਨੇ, ਬਾਦਲ ਸਾਹਿਬ ਹੁਣਾਂ ਨੇ, ਇਹਨਾਂ ਨੇ ਠੇਕਾ ਲੈ ਰੱਖਿਆ ਵੀ ਉੱਥੇ ਹਮੇਸ਼ਾ ਲੋਕਾਂ ਨੂੰ ਮਾੜਾ ਜਿਹਾ ਇਸ ਮਸਲੇ ਦੇ ਉੱਤੇ, ਬਿਜਲੀ ਬਿੱਲ ਤੇ ਇਹਨਾਂ ਆਰਡੀਨੈਂਸਾਂ ਦੇ, ਕਿਉਂਕਿ ਇਹ ਕੱਲ੍ਹ ਨੂੰ ਸਾਡੇ ਸੂਬੇ ਦੀ ਜਿਹੜੇ ਅਧਿਕਾਰ, ਮੈਂ ਜਿਹੜਾ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ, ਉਹਦਾ ਇੱਕ ਬਹੁਤ ਵੱਡਾ ਮਸਲਾ ਇਹ। ਪਹਿਲਾਂ ਕਸ਼ਮੀਰ ਦਾ ਕੀ ਹਾਲ ਕੀਤਾ RSS ਨੇ, ਇੱਕ ਵਸਦਾ ਰਸਦਾ ਰਾਜ ਸੀ ਜਿਹੜਾ 3 ਹਿੱਸਿਆਂ 'ਚ ਵੰਡ ਕੇ ਉਹਨਾਂ ਦੇ ਜਿਹੜੇ ਲੀਡਰ ਸੀ ਫੜ ਕੇ ਜੇਲ੍ਹਾਂ 'ਚ ਤੁੰਤੇ। ਤੇ ਪੰਜਾਬ ਦੇ ਅੰਦਰ ਵੀ ਮੈਂ ਅਗਰ ਦਾਅਵੇ ਨਾਲ ਕਹਿੰਦਾ, ਅਗਰ ਪੰਜਾਬੀ ਲੋਕਾਂ ਦੀ ਯੋਗ ਅਗਵਾਈ ਨਹੀਂ ਹੁੰਦੀ ਤਾਂ ਪੰਜਾਬ ਦੇ ਪਾਣੀ ਨੇ ਜਿਹੜੇ, ਭਾਸ਼ਾ ਦੇ ਭਾਸ਼ਾਈ ਇਲਾਕਿਆਂ ਦੇ ਮਸਲੇ ਨੇ, ਕਿਸਾਨੀ ਨੂੰ ਬਚਾਉਣ ਦਾ ਮਸਲਾ ਹੈ, ਪੰਜਾਬ ਦੀ ਭਾਸ਼ਾ ਤੇ ਪੰਜਾਬ ਦੇ ਸੱਭਿਆਚਾਰ ਨੂੰ ਬਚਾਉਣ ਦਾ ਮਸਲਾ ਹੈ, ਇਹ ਅੰਦਰੋਂ ਸੰਨ ਲਾ ਕੇ RSS BJP ਨੇ ਇਸ ਕਿਸਮ ਦੇ ਆਰਡੀਨੈਂਸ ਜਾਰੀ ਕਰਕੇ ਸਤਲੁਜ ਯਮੁਨਾ ਲਿੰਕ ਨਹਿਰ ਕੱਢ ਲੈਣੀ ਹੈ ਤੇ ਹਾਂਸੀ ਬਟਾਣਾ ਕੱਢ ਲੈਣੀ ਹੈ। ਜੇਕਰ ਇਹਨਾਂ ਤੋਂ ਛੁਟਕਾਰਾ ਪਾਉਣਾ ਹੋਵੇ ਤਾਂ ਹੁਣ ਕਿਸਾਨ ਜਥੇਬੰਦੀ ਆ ਕਿਸ ਤਰ੍ਹਾਂ ਤੋਂ ਇਹਨਾਂ ਤੋਂ ਛੁਟਕਾਰਾ ਪਾ ਸਕਦੀ ਨੇ ਆਪਣਾ? ਦੇਖੋ, ਇਤਿਹਾਸ ਇਹ ਦੱਸਦਾ ਕਿ ਕਦੇ ਵੀ ਹਾਕਮ ਨੇ ਜਿਹੜੇ, ਉਹਨਾਂ ਨੇ ਬਹੁਤ ਪਿਆਰ ਨਾਲ ਤੇ ਬਹੁਤ ਆਰਾਮ ਨਾਲ ਚੀਜ਼ਾਂ ਜਾਂ ਲੋਕਾਂ ਦੇ ਹੱਕ ਨਹੀਂ ਦਿੱਤੇ। ਅਮਰੀਕਾ ਦੀ ਮੈਂ ਗੱਲ ਕਰਕੇ ਹਟਿਆ, ਹੁਣ ਐਡੇ ਵੱਡੇ ਪੱਧਰ ਤੇ ਲੋਕ ਉੱਠੇ ਨੇ, ਉਹਨਾਂ ਨੂੰ ਇਹ ਕਾਇਦੇ ਕਾਨੂੰਨ ਬਣਾਉਣੇ ਹੀ ਪੈਣੇ ਨੇ ਕਿ ਇਹ ਜਿਹੜੇ ਕਾਲੇ ਲੋਕ ਨੇ ਉਹਨਾਂ ਦੇ ਅਧਿਕਾਰਾਂ ਤੇ ਛਾਪੇ ਨਾ ਵੱਜਣ। ਐਵੇਂ ਹਿੰਦੁਸਤਾਨ 'ਚ ਵੀ ਤੁਸੀਂ ਦੇਖੋ, ਦਲਿਤਾਂ ਦੀ ਇੱਕ ਮੂਵਮੈਂਟ ਚੱਲੀ ਹੈ ਜਾਂ ਚੱਲ ਰਹੀ ਹੈ, ਉਹ ਕੁਛ ਨਾ ਕੁਛ ਕਾਨੂੰਨਾਂ ਦੇ ਵਿੱਚ ਕਰਨਾ ਹੀ ਪੈਂਦਾ। ਇਸੇ ਤਰ੍ਹਾਂ ਜਦੋਂ ਕਿਸਾਨ ਨੇ ਜਿਹੜੇ ਸਾਡੇ, ਕਿਸਾਨਾਂ ਨੇ ਜੇ ਆਪਣੇ ਹੱਕਾਂ ਨੂੰ ਲੈਣਾ ਜਾਂ ਲੈਣਾ ਹੀ ਹੈ, ਉਹ ਤਾਂ ਜੇ ਨਹੀਂ ਤਾਂ ਮੈਂ ਜਿਵੇਂ ਪਹਿਲਾਂ ਕਹਿ ਕੇ ਹਟਿਆ, ਇਹ ਲਹਿਰ ਇੱਕ ਕੁੱਲ ਭਾਰਤ ਪੱਧਰ ਦੀ ਲਹਿਰ ਬਣਨੀ ਚਾਹੀਦੀ ਹੈ। ਕੁੱਲ ਭਾਰਤ ਪੱਧਰ ਦੀ ਲਹਿਰ ਵੀ ਇਸ ਕਿਸਮ ਦੀ ਹੋਣੀ ਚਾਹੀਦੀ ਹੈ, ਜਿਹਦੀ ਮਦਦ ਤੇ ਕਿਸਾਨਾਂ ਦੇ ਨਾਲ ਨਾਲ ਭਾਰਤ ਦੇ ਬਾਕੀ ਜਮਾਤਾਂ, ਤਬਕਿਆਂ ਦੇ ਲੋਕ, ਬਾਕੀ ਭਾਸ਼ਾਵਾਂ ਦੇ, ਬਾਕੀ ਫਿਰਕਿਆਂ ਦੇ, ਬਾਕੀ ਸੱਭਿਆਚਾਰਾਂ ਦੇ ਲੋਕ ਆ ਕੇ ਜੁੜਨ। ਤੇ ਇਹ ਐਂ ਹੋ ਜੇ ਵੀ ਹੁਣ ਇਹ ਜਿਹੜਾ ਲੋਕਾਂ ਦਾ ਸਮੁੰਦਰ ਹੈ, ਇਹ ਨਾ ਸਾਡੀ ਫੌਜਾਂ ਤੋਂ ਡਰਦਾ, ਨਾ ਸਾਡੀ CRPF ਤੋਂ ਡਰਦਾ, ਨਾ ਸਾਡੇ ਕਾਇਦੇ ਕਾਨੂੰਨਾਂ ਨੂੰ ਮੰਨਦਾ। ਜਿਵੇਂ ਇਹ ਕਹਿ ਲਓ ਵੀ ਚਾਹੇ ਉਹ ਚੰਡੀਗੜ੍ਹ ਹੈ ਤੇ ਚਾਹੇ ਦਿੱਲੀ ਹੈ, ਚਾਹੇ ਉਹ ਬੰਬੇ ਹੈ ਤੇ ਚੇਨਈ ਹੈ, ਉਹ ਐਂ ਹੀ ਲੱਗੇ ਵੀ ਹਰ ਜਗ੍ਹਾ ਲੋਕ ਹੀ ਲੋਕ ਨੇ ਜਿਹੜੇ ਸਾਡੇ ਕਾਇਦੇ ਕਾਨੂੰਨਾਂ ਦੇ ਵਿਰੋਧ 'ਚ ਉੱਠ ਖੜੇ ਨੇ। ਇਹਨਾਂ ਵਾਸਤੇ ਸਾਨੂੰ ਕੁਛ ਕਰਨਾ ਪੈਣਾ। ਇਹ ਦੁਨੀਆ ਦੇ ਇਤਿਹਾਸ 'ਚ ਇਹੀ ਹੁੰਦਾ ਆ, ਕਦੇ ਨਹੀਂ ਇਹ ਹੋਇਆ ਵੀ ਆਰਾਮ ਨਾਲ ਲੋਕਾਂ ਦੇ ਅਧਿਕਾਰ ਜਿਹੜੇ ਮਿਲ ਗਏ। ਦੇਖੋ ਦੁਨੀਆ ਦੇ ਵਿੱਚ ਤੁਸੀਂ ਇਤਿਹਾਸ 'ਚ ਦੇਖ ਲਓ, ਇੰਨੇ ਹਜ਼ਾਰਾਂ ਸਾਲਾਂ ਦਾ ਇਤਿਹਾਸ ਹੈ। ਫਰਾਂਸ ਦੇ ਇਨਕਲਾਬ ਨੇ ਬਰਾਬਰਤਾ ਤੇ ਲਿਬਰਟੀ, ਇਕੁਅਲਿਟੀ, ਫਰਟਰਨਿਟੀ ਲੈ ਕੇ ਆਂਦੀ, ਫਿਰ ਲੋਕ ਬੜੇ ਵਿਚਾਰੇ ਗਰੀਬੀ 'ਚ ਰਹਿੰਦੇ ਰਹੇ ਨੇ, ਫਿਰ ਲੋਕ ਉੱਠੇ ਨੇ। ਹਲੇ ਵੀ ਲੋਕ ਪਿਛਲੇ ਦਿਨਾਂ ਦੇ ਵਿੱਚ ਟੂਨੀਸ਼ੀਆ, ਇਜਿਪਟ, ਸੀਰੀਆ ਵਗੈਰਾ 'ਚ ਉੱਠੇ ਸੀ। ਚਲੋ ਉੱਥੇ ਨਹੀਂ, ਉੱਥੇ ਜਿਹੜੇ ਜਾਬਰ ਰਾਜ ਕਰਨ ਵਾਲੇ ਸੀ ਉਹ ਤਾਂ ਖੈਰ ਹਟਾਤੇ ਲੋਕਾਂ ਨੇ ਪਿੱਛੇ, ਪ੍ਰਬੰਧ ਉਸ ਕਿਸਮ ਦੇ ਨਹੀਂ ਬਣ ਸਕੇ। ਪਰ ਹਿੰਦੁਸਤਾਨ ਦੇ ਅੰਦਰ ਵੀ ਅਗਰ ਜਿਵੇਂ ਹੁਣ ਮੋਦੀ ਸਰਕਾਰ ਕਰ ਰਹੀ ਹੈ ਕਿ ਜਿਹੜਾ ਵੀ ਇੱਦਾਂ ਜਿਵੇਂ ਆਪਾਂ ਗੱਲ ਕਰ ਰਹੇ ਹਾਂ, ਜਿਹੜਾ ਵੀ ਐਂ ਬੋਲਦਾ, ਪਿਛਲੇ NRCCA ਕਾਨੂੰਨ ਦੇ ਵਿੱਚ ਉਹ ਵਿਚਾਰੀਆਂ ਕੁੜੀਆਂ ਜਿਹੜੀਆਂ ਨੇ, ਪ੍ਰੈਗਨੈਂਟ ਕੁੜੀ ਅੰਦਰ ਬੈਠੀ ਹੈ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ ਦੇ ਬੱਚਿਆਂ ਨੂੰ ਹੁਣ ਫੜ ਕੇ ਅੰਦਰ ਕਰੀ ਜਾ ਰਹੇ ਨੇ। ਵਰਵਰਾ ਰਾਓ ਵਰਗੇ ਕਵੀ, ਗੌਤਮ ਨਵਲਖੇ ਵਰਗੇ ਜਮਹੂਰੀ ਹੱਕਾਂ ਦੇ ਜਿਹੜੇ ਸਾਰੀ ਜ਼ਿੰਦਗੀ ਲੜਦੇ ਰਹੇ ਨੇ। ਪਰ ਇਹ ਜਦੋਂ ਇਹ ਚੱਲਦੀ ਹੈ ਲਹਿਰ, ਉਦੋਂ ਜੇਲ੍ਹਾਂ ਵੀ ਜਵਾਬ ਦੇ ਜਾਂਦੀਆਂ ਨੇ ਵੀ ਸਾਡੇ ਕੋਲ ਜਗ੍ਹਾ ਨਹੀਂ ਹੈ। ਹੁਣ ਆਰਡੀਨੈਂਸ ਜਾਰੀ ਕਰਨ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਨੇ ਲੋਕਡਾਊਨ ਦਾ ਵੀ ਫਾਇਦਾ ਚੱਕਿਆ ਹੋਣਾ। ਬਿਲਕੁਲ, ਜਿਹੜਾ ਇਹ ਲੋਕਡਾਊਨ ਕਹਿ ਲਓ ਜਾਂ ਕਰੋਨਾ ਕਹਿ ਲਓ, ਇਹਦੇ ਦੋ ਪੱਖ ਹੁੰਦੇ ਨੇ ਜੀ। ਇੱਕ ਪੱਖ ਤਾਂ ਇਹਦਾ ਇਹ ਹੈ ਕਿ ਪ੍ਰਬੰਧ ਹੈ ਜਿਹੜਾ ਉਹ ਡਗਮਗਾਉਣ ਲੱਗਦਾ, ਸਟਾਕ ਮਾਰਕੀਟ ਥੱਲੇ ਗਈ, ਬੇਰੁਜ਼ਗਾਰੀ ਵੱਧ ਗਈ, ਲੋਕਾਂ ਦੇ ਵਿੱਚ ਅਫਰਾ ਤਫਰੀ ਫੈਲ ਗਈ, ਬੇਚੈਨੀ ਫੈਲ ਗਈ। ਇਹਨਾਂ ਨੇ ਲੋਕਡਾਊਨ ਜਿਹੜਾ ਕਰਨਾ ਸੀ, ਉਹ ਲੋਕਡਾਊਨ ਕਰਨਾ ਕੋਈ ਐ ਨਹੀਂ ਗਲਤ ਹੈ। ਲੋਕਡਾਊਨ ਜਿਵੇਂ ਕੀਤਾ ਉਹ ਤਰੀਕਾ ਗਲਤ ਹੈ। 4 ਘੰਟੇ ਪਹਿਲਾਂ ਲੋਕਾਂ ਨੂੰ ਕਹਿ ਦਿਓ ਵੀ ਹੁਣ ਤੁਸੀਂ ਅੰਦਰ ਵਾੜਤੇ, ਬਿਲਕੁਲ ਗਲਤ ਗੱਲ ਹੈ ਉਹ। ਇੱਕ ਗੱਲ। ਦੂਜੀ ਗੱਲ ਇਹ ਹੈ ਵੀ ਇਹੋ ਜਿਹੀਆਂ ਮਹਾਂਮਾਰੀਆਂ ਦੇ ਅੰਦਰ ਜਾਂ ਲੜਾਈਆਂ ਲਾ ਕੇ ਹਮੇਸ਼ਾ ਹੀ ਹਾਕਮ ਨੇ ਜਿਹੜੇ, ਉਹ ਕੋਈ ਨਾ ਕੋਈ ਐਸੇ ਕਾਨੂੰਨ ਲੈ ਕੇ ਆਉਂਦੇ ਨੇ ਜਿਹਦੇ ਲੋਕਾਂ ਨੂੰ ਦੋ ਤਰੀਕੇ ਨਾਲ, ਇੱਕ ਤਾਂ ਲੋਕਾਂ ਦਾ ਮਨੋਵਿਗਿਆਨ ਕੰਟਰੋਲ ਕਰਕੇ,
ਵੀ ਭਾਈ ਦੇਖੋ ਤੁਹਾਡੇ ਲਈ ਆਹ ਅਸੀਂ ਕਰ ਰਹੇ ਹਾਂ, ਹੁਣ ਪਾਕਿਸਤਾਨ ਨੇ ਹਮਲਾ ਕਰ ਦੇਣਾ, ਹੁਣ ਕਰੋਨਾ ਆ ਗਈ, ਹੁਣ ਫਲਾਣੀ ਚੀਜ਼ ਆ ਗਈ, ਅੱਜ ਨਿਊਕਲੀਅਰ ਵੈਪਨ ਚੱਲ ਸਕਦੇ ਨੇ, ਇਸ ਕਰਕੇ ਤੁਸੀਂ ਸਾਡੀ ਕਹਿਣੇ 'ਚ ਰਹਿਣਾ। ਇੱਕ ਦੂਜਾ ਇਹ ਕੀ ਕਰਦੇ ਨੇ ਵੀ ਕੁਝ ਕਾਇਦੇ ਕਾਨੂੰਨ ਐਸੇ ਲੈ ਕੇ ਆਉਂਦੇ ਨੇ ਜਿਹਦੇ 'ਚ ਲੋਕਾਂ ਨੂੰ ਹੌਲੀ ਹੌਲੀ ਉਹਨਾਂ ਦੀ ਆਵਾਜ਼ ਗਲ ਘੁੱਟਣ ਦੇ ਵਾਲੀ ਬਣਾ ਦਿੰਦੇ ਨੇ। ਭਾਰਤ ਵਿੱਚ ਇੱਕ ਹੋਰ ਗੱਲ ਕਰ ਰਹੇ ਨੇ ਇਹ ਜਿਹੜੀ ਮੈਂ ਪਹਿਲਾਂ ਕਹਿ ਕੇ ਹਟਿਆ, ਉਹ ਇਹ ਹੈ ਪਾਕਿਸਤਾਨ ਦੇ ਨਾਂ 'ਤੇ, ਕਰੋਨਾ ਦੇ ਨਾਂ 'ਤੇ ਇਹੋ ਜਿਹਾ ਕੁਝ ਹੋਰ ਪੈਦਾ ਕਰਕੇ, ਜਾਂ ਜਿਹੜੇ ਲੋਕਾਂ ਦੇ ਅੰਦਰੋਂ ਕੁਝ ਪ੍ਰਤੀਰੋਧ ਉੱਠ ਰਹੇ ਨੇ ਉਹਨੂੰ ਦਿਖਾ ਕੇ ਇਹ ਅਸਲ 'ਚ ਕੇਂਦਰੀਕ੍ਰਿਤ ਭਾਰਤ ਦੀ ਸੁਪਨੇ ਦੇ ਉੱਪਰ ਆਪਣੀ ਜਿਹੜੀ ਮੋਹਰ ਲਵਾਉਣਾ ਚਾਹੁੰਦੇ ਨੇ ਅਤੇ ਲਾਉਣਾ ਚਾਹੁੰਦੇ ਨੇ। ਉਹ ਫਿਰ ਕਾਨੂੰਨ ਕੁਛ ਐਸੇ ਲੈ ਕੇ ਆ ਰਹੇ ਨੇ। ਇਹ ਕਾਨੂੰਨ ਨੇ ਜਿਹੜੇ ਦੇਖਣ ਨੂੰ ਐਂ ਲੱਗ ਸਕਦਾ, ਲੇਕਿਨ ਇਹ ਐਂ ਲੱਗੂਗਾ ਭਾਰਤ ਇੱਕ ਮੰਡੀ, ਇੱਕ ਭਾਰਤ ਇੱਕ ਰਾਸ਼ਨ ਕਾਰਡ, ਇੱਕ ਭਾਰਤ ਇੱਕ ਭਾਸ਼ਾ, ਇੱਕ ਭਾਰਤ ਇੱਕ ਐਜੂਕੇਸ਼ਨ ਸਿਸਟਮ, ਇੱਕ ਭਾਰਤ ਇੱਕ ਹੈਲਥ ਸਿਸਟਮ। ਉਹ ਨੀਟ ਨੂਟ ਜੇ ਪਹਿਲਾਂ ਲੈ ਕੇ ਆਏ ਨੇ ਇਹ। ਇੱਕ ਭਾਰਤ ਇੱਕੋ ਜਿਹੇ ਇਹਦੇ ਨਿਯਮ ਨੇ ਪੁਲਿਸ ਦੇ। ਇੱਕ ਭਾਰਤ ਇੱਕੋ ਜਿਹਾ ਪਾਣੀ ਦਾ ਵੰਡ ਹੋਣੀ ਹੈ, ਸਭ ਜਗ੍ਹਾ ਅਸੀਂ ਵੰਡਣਾ ਹੈ, ਸਾਰੇ ਰੀਵਰਸ ਦਾ ਅਸੀਂ ਗ੍ਰਿਡ ਬਣਾ ਦਾਂਗੇ। ਇਹ ਇਹ ਜਿਹੜੀ ਜਿਹਨੂੰ ਆਪਾਂ ਕਹਿੰਦੇ ਨਾ ਵੀ ਵੱਖਰਾਪਣ ਜਿਹਨੂੰ ਕਹਿੰਦੇ ਆਪਾਂ, ਡਾਈਵਰਸਿਟੀ ਜਿਹਨੂੰ ਕਹਿੰਦੇ ਆ, ਮਤਲਬ ਡਾਈਵਰਸਿਟੀ ਨੇਚਰ ਦਾ ਇੱਕ ਰੂਲ ਹੈ। ਤੁਸੀਂ ਕਦੇ ਵੀ ਅੱਡ ਅੱਡ ਤਰ੍ਹਾਂ ਦੇ ਪੌਦੇ ਖੜੇ ਨੇ, ਇਹ ਨਹੀਂ ਹੈ ਵੀ ਸਾਰਿਆਂ ਨੂੰ ਇੱਕੋ ਜਿਹੇ ਬਣਾ ਦੋਗੇ ਤੁਸੀਂ ਇਹ ਨਹੀਂ ਹੈ ਵੀ ਹੁਣ ਜਿਹੜੇ ਪੰਜਾਬੀ ਲੋਕ ਨੇ ਉਹਨਾਂ ਨੂੰ ਤੁਸੀਂ ਤਾਮਿਲਨਾਡੂਆਂ ਦੇ ਬਰਾਬਰ ਕੋਈ ਹਰ ਚੀਜ਼ ਬੰਨ੍ਹ ਕੇ ਬਿਠਾ ਦੋਗੇ, ਜਾਂ ਉਹਨਾਂ ਨੂੰ ਜ਼ਬਰਦਸਤੀ ਕਹੋਗੇ ਵੀ ਹਿੰਦੀ ਪੜ੍ਹੋ, ਪੰਜਾਬੀਆਂ ਨੂੰ ਕਹੋਗੇ ਹਿੰਦੀ ਪੜ੍ਹੋ। ਇਹ ਜਿਹੜਾ ਸੱਭਿਆਚਾਰ ਹੈ ਸਾਡਾ, ਹੁਣ ਸਾਡਾ ਸਿੱਖਾਂ ਦੇ ਵਿੱਚੋਂ ਆਇਆ ਹੋਇਆ ਸੱਭਿਆਚਾਰ ਹੈ, ਪੰਜਾਬੀ ਸੱਭਿਆਚਾਰ ਹੈ, ਪੰਜਾਬੀ ਗਾਣੇ ਨੇ, ਪੰਜਾਬੀ ਰਵਾਇਤਾਂ ਨੇ, ਪੰਜਾਬੀ ਉਹ ਜ਼ਬਰਦਸਤੀ ਹੁਣ ਇਹ ਕਹਿਣ ਵੀ ਨਹੀਂ ਜੀ ਤੁਸੀਂ ਹਿੰਦੂਆਂ ਵਾਲੇ ਸਿੱਖੋ। ਸੋ ਇਹ ਜਿਹੜਾ ਇਹਨਾਂ ਦਾ ਕਰੋਨਾ ਦੇ ਅੰਡਰ ਵੀ ਬਾਕੀ ਡਰ ਪਾ ਕੇ ਇਸ ਕਿਸਮ ਦਾ ਬਣਾਉਣ ਦੀ ਇਹਨਾਂ ਦੀ ਇਹ ਕਹਿ ਲਓ ਵੀ ਇਹ ਕੌਨਸ਼ੀਅਸ ਐਫਰਟ ਹੈ। ਇਹਨਾਂ ਦੇ ਥਿੰਕ ਟੈਂਕ ਜਿਹੜੇ ਦਿੱਲੀ 'ਚ ਬੈਠੇ ਨੇ ਉਹ ਕਹਿੰਦੇ ਨੇ ਵੀ ਹੁਣ ਕਰੋਨਾ ਆ ਗਿਆ, ਹੁਣ ਆ ਹੌਲੀ ਹੌਲੀ ਲਾਗੂ ਕਰ ਦਿਓ। ਜਿਵੇਂ ਆ ਬੱਚਿਆਂ ਨੂੰ ਜਿਹੜੇ ਫੜ ਕੇ ਜੇਲ੍ਹ 'ਚ ਕਰ ਰਹੇ ਨੇ ਕਰ ਦਿਓ, ਹੁਣ ਕਰੋਨਾ 'ਚ ਕਿਹਨੇ ਪੁੱਛ ਗਿੱਛ ਕਰਨੀ ਹੈ ਆਪਣੀ, ਜੇਲ੍ਹਾਂ 'ਚ ਵਾੜ ਦਿਓ। ਸੋ ਇਸ ਕਰਕੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਕਰੋਨਾ ਦੇ ਡਰ ਦੇ ਵਿੱਚ ਜਿਵੇਂ ਬਾਕੀ ਭੈ ਪੈਦਾ ਕਰਕੇ ਕਰਦੇ ਨੇ, ਉਸੇ ਤਰ੍ਹਾਂ ਇਹਦੇ ਡਰ ਦੇ ਵਿੱਚ ਇਹਨਾਂ ਨੇ ਲੋਕਾਂ ਨੂੰ ਇਹ ਮਾਨਸਿਕਤਾ ਪੈਦਾ ਕਰਨੀ ਹੈ, ਨਾਲ ਡਰ ਪੈਦਾ ਕਰਨਾ ਵੀ ਭਾਈ ਅਸੀਂ ਤਾਂ ਦੇਖੋ ਤੁਹਾਡਾ ਬਹੁਤ ਭਲਾ ਚਾਹੁੰਦੇ ਹਾਂ, ਅਸੀਂ ਤਾਂ ਚਾਹੁੰਦੇ ਹਾਂ ਇੱਕ ਰਾਸ਼ਨ ਕਾਰਡ ਪੰਜਾਬ 'ਚੋਂ ਚੁੱਕੋ, ਦੂਜਾ ਅਸਾਮ 'ਚ ਜਾ ਕੇ ਉੱਥੇ ਰਾਸ਼ਨ ਲਓ। ਜੇਕਰ ਗੱਲ ਕਰੀਏ ਇਹ ਆਰਡੀਨੈਂਸ ਜਾਰੀ ਕਰਨ ਨਾਲ ਕਿਸਾਨਾਂ ਦੇ ਨਾਲ ਆਮ ਲੋਕਾਂ ਦੇ ਵਿੱਚ ਤਾਂ ਬਹੁਤ ਅਸਰ ਪਵੇਗਾ, ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਹਾਂ ਦੇਖੋ, ਮੈਂ ਤਾਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਵੀ ਜਿਵੇਂ ਮੰਡੀਆਂ ਦਾ ਮੈਂ ਦੱਸਿਆ ਕਿ ਮੰਡੀਆਂ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲਦਾ ਸੀ, ਬਹੁਤ ਸਾਰੇ ਲੋਕ ਉਹਦੇ 'ਤੇ ਮਹਿੰਗਾਈ ਵੀ ਵੱਧ ਸਕਦੀ ਆ, ਬਹੁਤ ਸਾਰੇ ਲੋਕ ਉੱਤੇ ਨਿਰਭਰ ਸੀ। ਮੈਂ ਜਿਵੇਂ ਪਹਿਲਾਂ ਹੀ ਦੱਸਿਆ ਐਸੈਂਸ਼ੀਅਲ ਕਮੋਡਿਟੀ ਐਕਟ, ਜ਼ਰੂਰੀ ਵਸਤਾਂ ਕਾਨੂੰਨ ਹੈ ਜਿਹੜਾ, ਇਹ ਤਾਂ ਹੀ ਆਇਆ ਸੀ ਨਾ ਵੀ ਲੋਕਾਂ ਨੂੰ ਅਨਾਜ ਚਾਹੀਦਾ, ਲੋਕਾਂ ਨੂੰ ਸਬਜ਼ੀਆਂ ਚਾਹੀਦੀਆਂ, ਲਿਆਂਦਾ ਕਿਉਂ ਸੀ ਇਹ ਫਿਰ? ਦੂਜਾ ਇਹ ਸੀ ਵੀ ਜਿਹੜੇ ਵਪਾਰੀ ਹੁੰਦੇ ਨੇ ਇਹਨਾਂ ਕੋਲ ਇੱਕ ਤਰੀਕਾ ਹੁੰਦਾ ਵੀ ਵੱਧ ਤੋਂ ਵੱਧ ਇਹਨਾਂ ਨੇ ਜਿਹੜਾ ਮੁਨਾਫਾ ਕਮਾਉਣਾ ਹੁੰਦਾ। ਸੋ ਲੋਕਾਂ ਨੂੰ ਬੇਰੁਜ਼ਗਾਰੀ, ਮਹਿੰਗਾਈ, 2 ਨੰਬਰ ਦੀ ਪ੍ਰੈਕਟਿਸ, ਭ੍ਰਿਸ਼ਟ ਕਰਨਾ, ਇਹ ਵੱਧ ਤੋਂ ਵੱਧ ਕਰਦੇ ਨੇ। ਦੇਖੋ ਵੱਡੀਆਂ ਵੱਡੀਆਂ ਕੰਪਨੀਆਂ ਆਪਾਂ ਦੇਖਦੇ ਹਾਂ ਹੈਲੀਕਾਪਟਰ ਵੇਚਣ ਵਾਲੀਆਂ ਜੀ, ਹੋਰ ਕੰਪਨੀਆਂ ਵੀ ਉਹ ਭ੍ਰਿਸ਼ਟਤਾ ਕਰਦੀਆਂ ਹੀ ਨੇ। ਉਹਦੇ 'ਚ ਹੋਊਗਾ ਕਿ ਜਿਵੇਂ ਇਹਨਾਂ ਨੇ ਇਹਦੇ 'ਚ ਲੈ ਕੇ ਆਂਦਾ ਆਰਡੀਨੈਂਸ, ਉਹ ਪਏ ਨੇ ਮੇਰੇ ਕੋਲ ਵੀ ਇਹ ਜਿਹੜਾ ਅਸੀਂ ਬਣਾ ਰਹੇ ਹਾਂ ਸਿਸਟਮ, ਇਹ ਸਿਸਟਮ ਨੂੰ ਹੱਲ ਕਰਨ ਲਈ ਜਾਂ ਜੇ ਕੋਈ ਰੌਲਾ ਪੈ ਜਾਂਦਾ ਇੱਕ ਐਸਡੀਐਮ ਹੋਊਗਾ, ਐਸਡੀਐਮ 5 ਮੈਂਬਰਾਂ ਦੀ ਇੱਕ ਕਮੇਟੀ ਬਣਾਊਗਾ ਜਿਹਦੇ ਵਿੱਚ 2 ਕਿਸਾਨ ਪੱਖੀ ਹੋਣਗੇ, 2 ਉਹਦੇ ਪੱਖੀ ਹੋਣਗੇ, ਇੱਕ ਉਹਦਾ ਨੁਮਾਇੰਦਾ ਹੋਊਗਾ ਐਸਡੀਐਮ ਦਾ। ਹੁਣ ਇਹ ਕੀ ਕਰੂਗਾ, ਇੱਕ ਨਵਾਂ ਸਿਸਟਮ ਬਣਾਤਾ, ਇਹ ਸਿਸਟਮ ਦੇ ਵਿੱਚੋਂ ਭ੍ਰਿਸ਼ਟਾਚਾਰੀ ਹੋਰ ਫੁੱਟੂਗੀ ਵੀ ਜੇ ਤੁਸੀਂ ਆਪਣੇ ਕਿਸਾਨ ਤਾਂ ਕੀ ਦਊਗਾ, ਟਰੇਡਰ ਕਹੂਗਾ ਚੱਕੋ ਜੀ ਇਹਨੇ ਮੇਰੇ ਹੱਕ 'ਚ ਕਰੋ ਫੈਸਲਾ ਇਹ। ਸੋ ਇਹ ਕੋਰਟਾਂ 'ਚ, ਸਿਵਲ ਕੋਰਟਾਂ 'ਚ ਅਲਾਉਡ ਨਹੀਂ ਹੈ ਜਾਣਾ, ਉਹ ਬੰਦ ਹੈ, ਇਹਦੇ 'ਚ ਹੀ ਫੈਸਲਾ ਹੋਊਗਾ। ਉੱਥੇ ਨਹੀਂ ਹੋਊਗਾ, 5 ਜਣਿਆਂ ਦੀ ਕਮੇਟੀ ਨਹੀਂ ਹੋਊਗਾ, ਉਹ ਹੋ ਜਾਊਗਾ ਐਸਡੀਐਮ ਆਪ ਕਰੂਗਾ ਫਿਰ। ਸੋ ਇਹ ਜਿਹੜੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ, ਮਹਿੰਗਾਈ, ਇਹ ਪੂੰਜੀ ਖਾਸ ਕਰਕੇ ਸਾਡੇ ਵਰਗੇ ਦੇਸ਼ ਜਿੱਥੇ ਇਮਾਨਦਾਰੀ, ਮਿਹਨਤ, ਲੋਕ ਪੱਖੀ ਜਿਹੜੀ ਸੋਚ ਹੈ ਘੱਟ ਹੋਊਗੀ, ਉੱਥੇ ਭ੍ਰਿਸ਼ਟਾਚਾਰੀ, ਬੇਰੁਜ਼ਗਾਰੀ ਅਤੇ ਇਹ ਜਿਹੜੀ ਮਹਿੰਗਾਈ ਹੈ ਇਹਨਾਂ ਦੇ ਵਧਣ ਦਾ ਸਕੋਪ ਵੱਧਦਾ ਹੈ। ਪ੍ਰਾਈਵੇਟ ਸਰਕਾਰਾਂ ਫਿਰ ਵੀ ਥੋੜ੍ਹਾ ਰੋਕ ਕੇ ਰੱਖਦੀਆਂ ਨੇ। ਮੈਨੂੰ ਯਾਦ ਆ ਛੋਟੇ ਹੁੰਦੇ ਸਾਨੂੰ ਐ ਹੁੰਦਾ ਸੀ ਵੀ ਸਰਕਾਰੀ ਬੱਸ ਜਾਓ ਯਾਰ, ਪ੍ਰਾਈਵੇਟ 'ਚ ਨਹੀਂ ਜਾਣਾ, BSNL ਦਾ ਟੈਲੀਫੋਨ ਲਵਾਉਣਾ, ਪ੍ਰਾਈਵੇਟ ਨਹੀਂ ਲਵਾਉਣਾ। ਹੁਣ ਕੀ ਹੋ ਗਿਆ, ਹੁਣ ਤਾਂ ਸਾਰਾ ਹੀ ਖੋਲ੍ਹਤਾ ਇਹਨਾਂ ਨੇ ਪ੍ਰਾਈਵੇਟ। ਕੋਈ ਬਲਕਿ ਸਕੂਲ
ਹਾਂ, ਅੱਗੇ ਪ੍ਰਾਈਵੇਟ ਸਕੂਲ 'ਚ ਪੜ੍ਹਾਉਣ ਨੂੰ ਮਾੜਾ ਸਮਝਦੇ ਸੀ, ਪ੍ਰਾਈਵੇਟ ਹਸਪਤਾਲ ਹੁੰਦੇ ਹੀ ਨਹੀਂ ਸੀ। ਪਰ ਹੁਣ ਐਸਾ ਬਣਾਤਾ ਵੀ ਜੇ ਲੁੱਟ ਕਰਾਉਣੀ ਆ ਚਾਹੋ ਪ੍ਰਾਈਵੇਟ 'ਚ। ਇੱਥੇ ਕਿ ਜੇਕਰ ਆਪਾਂ ਪੰਚਾਇਤੀ ਜ਼ਮੀਨਾਂ ਦੀ ਵੀ ਗੱਲ ਕੀਤੀ ਜੇ ਤਾਂ ਸਰਕਾਰ ਪੰਚਾਇਤੀ ਜ਼ਮੀਨਾਂ ਵੀ ਰਿਕੁਆਇਰ ਕਰਾ ਰਹੀ ਆ, ਉਹਦੇ ਬਾਰੇ ਕੀ ਕਹਿਣਾ ਜੀ ਤੁਹਾਡਾ? ਆ ਦੇਖੋ, ਇਹ ਜਿਹੜਾ ਅਲਟੀਮੇਟਲੀ ਜਿਹੜਾ ਇਹ ਗੱਲ ਹੈ ਪੰਚਾਇਤੀ ਜ਼ਮੀਨਾਂ ਨੂੰ ਅਕਵਾਇਰ ਕਰਨ ਦਾ ਜਿਹੜਾ ਸਰਕਾਰ ਦੀ ਕੋਸ਼ਿਸ਼ ਹੈ, ਗਲਤ ਗੱਲ ਹੈ। ਜ਼ਮੀਨਾਂ ਲੋਕਾਂ ਨੇ ਆਪਣੇ ਹਿੱਸੇ 'ਚੋਂ ਰੱਖੀਆਂ ਸੀ। ਉਹ ਇੱਕ ਗੱਲ ਪੰਚਾਇਤੀ ਕਾਨੂੰਨ ਬਣਾ ਕੇ ਇਹਨਾਂ ਨੇ ਕਹਿਤਾ ਕਿ ਇਹਦੇ 'ਚੋਂ 1/3 ਹਿੱਸਾ ਦਲਿਤਾਂ ਨੂੰ ਦਿਆ ਕਰਾਂਗੇ। ਉਹ ਕਾਨੂੰਨ ਬਣਿਆ ਹੋਇਆ, 2/3 ਹਿੱਸਾ ਜਿਹੜਾ ਉਹ ਬਾਕੀ ਕਿਸਾਨਾਂ ਨੂੰ ਦੇਵਾਂਗੇ। ਚਾਹੀਦਾ ਇਹ ਹੈ ਕਿ ਖੇਤੀ 'ਚ ਲੱਗੇ ਹੋਏ ਉਹ ਸਾਰੇ ਪਰਿਵਾਰ ਜਿਨ੍ਹਾਂ ਕੋਲ ਥੋੜ੍ਹ ਜ਼ਮੀਨੇ ਕਿਸਾਨ ਨੇ, ਛੋਟੇ ਕਿਸਾਨ ਨੇ, ਦਲਿਤ ਕਿਸਾਨ ਜਿਨ੍ਹਾਂ ਕੋਲ ਭੋਰਾ ਵੀ ਜ਼ਮੀਨ ਨਹੀਂ ਹੈ, ਉਹਨਾਂ ਨੂੰ ਜ਼ਮੀਨ ਦਾ 1/3 ਹਿੱਸਾ ਠੇਕੇ ਤੇ ਹੀ ਨਹੀਂ ਬਲਕਿ ਉਹਨਾਂ ਨੂੰ ਮੇਰੇ ਮੁਤਾਬਕ ਤਾਂ ਉਹਨਾਂ ਨੂੰ ਪੱਕੇ ਤੌਰ ਤੇ ਉਹਨਾਂ ਦੇ ਕਿਸੇ ਕਮੇਟੀ ਦੇ ਨਾਮ ਤੇ ਜਾਂ ਕਿਸੇ ਸਮੂਹਕ ਦੇ ਨਾਮ ਤੇ ਉਹ ਕਰ ਦੇਣਾ ਚਾਹੀਦਾ, ਮਾਲਕੀ ਦੇ ਦੇਣੀ ਚਾਹੀਦੀ ਹੈ। ਪਰ ਇੱਥੇ ਉਲਟ ਹੋ ਰਿਹਾ, ਜਿਹੜੇ ਪਿੰਡਾਂ ਦੇ ਸਰਪੰਚ ਨੇ ਉਹ ਕਿਤੇ ਨਾ ਕਿਤੇ ਵੱਡੇ ਲੀਡਰਾਂ ਨਾਲ ਰਲ ਕੇ ਉਹ ਜ਼ਮੀਨ ਵੇਚਣ ਦੇ ਵਿੱਚ ਜ਼ਿਆਦਾ ਹੱਥ ਦੇ ਰਹੇ ਨੇ। ਉਹ ਹਾਂ ਦੇਖੋ, ਸਰਪੰਚ ਮੈਂ ਜਿਵੇਂ ਪਹਿਲਾਂ ਦੱਸਿਆ ਤੁਹਾਨੂੰ, ਸਾਡੇ ਮੁਲਕ 'ਚ ਭ੍ਰਿਸ਼ਟਾਚਾਰੀ, ਸਾਡੇ ਮੁਲਕ 'ਚ ਇਸ ਕਿਸਮ ਦਾ ਭਾਈ ਭਤੀਜਾਵਾਦ ਇਹ ਤਾਂ ਸਿਖਰਾਂ ਤੇ ਹੈ ਨਾ। ਇਹ ਤਾਂ ਸਾਡੇ ਜਿਹੜੇ ਕੇਂਦਰ ਦੇ ਮੰਤਰੀ ਨੇ ਉਹਨਾਂ ਤੇ ਦੋਸ਼, ਲਾਲੂ ਯਾਦਵ ਅੰਦਰ ਹੈ, ਓਮ ਪ੍ਰਕਾਸ਼ ਚੌਟਾਲਾ ਜੇਲ੍ਹ 'ਚ ਹੈ, ਬਥੇਰੇ ਹੋਰ ਜੇਲ੍ਹ 'ਚ ਜਾ ਸਕਦੇ ਨੇ, ਵੱਡੇ ਵੱਡੇ ਅਫਸਰ ਜੇਲ੍ਹ 'ਚ ਨੇ। ਪਰ ਇਹ ਤਾਂ ਛੋਟੀ ਗੱਲ ਹੈ, ਇਹਦੇ 'ਚ ਤਾਂ ਅਸਲ 'ਚ ਇਹ ਜਿਹੜੀ ਪ੍ਰਾਪਰਟੀ ਹੈ, ਇਹ ਪ੍ਰਾਪਰਟੀ ਹੈ ਉਹ ਲੋਕਾਂ ਦੀ, ਪਿੰਡ ਦੇ ਲੋਕਾਂ ਦੀ, ਕਿਤੇ ਵੱਧ ਹੈ ਕਿਤੇ ਘੱਟ ਹੈ। ਉਹ ਪਿੰਡ ਦੇ ਲੋਕਾਂ ਦੀ, ਪੰਚਾਇਤਾਂ ਨੂੰ ਅਧਿਕਾਰ, ਲੋਕਾਂ ਨੂੰ, ਗ੍ਰਾਮ ਸਭਾ ਨੂੰ ਅਧਿਕਾਰ ਹੋਣਾ ਚਾਹੀਦਾ ਇਹਨੂੰ ਵਰਤਣਾ ਕਿਵੇਂ ਹੈ। ਲੇਕਿਨ ਤੁਸੀਂ ਕਾਨੂੰਨ ਬਣਾਤਾ, ਹੁਣ ਤੁਸੀਂ 1/3 ਦਾ ਕਾਨੂੰਨ ਬਣਾਤਾ ਵੀ ਉਹਨਾਂ ਨੂੰ ਦੇਣਾ ਹੈ, ਤਾਂ 1/3 ਕਾਨੂੰਨ ਕਿਵੇਂ ਉਹ ਵੱਧ ਤੋਂ ਵੱਧ ਯੂਟੀਲਾਈਜੇਸ਼ਨ ਕਿਵੇਂ ਹੋਵੇ ਉਸ ਜ਼ਮੀਨ ਦੀ, ਕਿਵੇਂ ਉਸ ਜ਼ਮੀਨ ਦੀ ਵੱਧ ਤੋਂ ਵੱਧ ਯੂਟੀਲਾਈ 2/3 ਦੀ ਹੋਵੇ, ਇਹਦੇ 'ਤੇ ਧਿਆਨ ਦੇਣਾ ਚਾਹੀਦਾ। ਨਾ ਕਿ ਉਹ ਫੜ ਕੇ ਪ੍ਰਾਈਵੇਟ ਕੰਪਨੀਆਂ ਨੂੰ ਦੇਣੀ ਸ਼ੁਰੂ ਕਰ ਦਿਓ, ਬਿਜਲੀ ਪੈਦਾ ਕਰੂਗੀ, ਇੱਥੇ ਸੋਲਰ ਪੁਆਇੰਟ ਲੱਗੂਗਾ, ਸੋਲਰ ਪਲਾਂਟ ਲੱਗੂਗਾ, ਇੱਥੇ ਫਲਾਣੀ ਚੀਜ਼। ਇਹ ਤਾਂ ਬਿਲਕੁਲ ਸਰਕਾਰਾਂ ਜਿਵੇਂ ਨਾ ਕਹਿੰਦੇ ਵੀ ਆਹ ਚੀਜ਼ ਤੁਹਾਡੇ ਕੋਲ ਪਈ ਹੈ ਵੇਚ ਦਿਓ, ਜਿਵੇਂ ਪ੍ਰਾਈਵੇਟ ਚੀਜ਼ਾਂ ਵੇਚ ਰਹੇ ਨੇ, ਅਦਾਰੇ ਵੇਚ ਰਹੇ ਨੇ। ਇਹ ਪੰਚਾਇਤੀ ਜ਼ਮੀਨਾਂ 'ਤੇ ਵੀ ਇਹੀ ਇਹਨਾਂ ਦਾ ਉਹ ਹੈ। ਜਾਣੀ ਇਹ ਠੀਕ ਪਾਸੇ ਨੂੰ ਸੋਚਣ ਦੀ ਬਜਾਏ ਫਟਾਫਟ ਇਹ ਸੋਚ ਰਹੇ ਨੇ ਵੀ ਸਾਡੇ ਤੋਂ ਆ ਚੱਲ ਨਹੀਂ ਰਿਹਾ, ਇਹਨੂੰ ਵੇਚ ਕੇ ਪ੍ਰਾਈਵੇਟ ਨੂੰ ਕਿਸੇ ਨੂੰ ਦੇ ਦਿਓ। ਔਰ ਪ੍ਰਾਈਵੇਟ ਅੱਜ ਹਸਪਤਾਲਾਂ ਦੀ ਗੱਲ ਅਗਰ ਕਰੀਏ, ਤੁਸੀਂ ਆਪਣੇ ਬਾਪੂ ਦਾ ਇਲਾਜ ਕਰਾਉਣ ਲਈ ਜਾਣਾ ਹੈ ਹਾਰਟ ਦਾ, ਤੁਸੀਂ ਕਿਸੇ ਸਰਕਾਰੀ ਹਸਪਤਾਲ 'ਚ ਹੁੰਦਾ ਨਹੀਂ, ਪ੍ਰਾਈਵੇਟ ਤੁਹਾਨੂੰ 3-4 ਲੱਖ ਰੁਪਇਆ ਉਦੋਂ ਹੀ 5 ਦਿਨਾਂ 7 ਦਿਨਾਂ 'ਚ ਬਣਾ ਦੇਣਗੇ। ਭਲਾ ਕਿਉਂ ਨਹੀਂ ਸਰਕਾਰ ਇਹ ਸੋਚਦੀ ਵੀ ਅਸੀਂ ਯਾਰ ਇਹ ਜਿਹੜਾ ਪੈਸਾ ਇਹ ਸਰਕਾਰੀ ਹਸਪਤਾਲ PGI ਵੀ ਤਾਂ ਕਰਦਾ, ਪਟਿਆਲਾ ਰਜਿੰਦਰਾ ਹਸਪਤਾਲ 'ਤੇ ਕਿਉਂ ਨਹੀਂ ਇਹ ਪੈਸਾ ਲਾਉਂਦੇ। ਸੋ ਇਹ ਇਸੇ ਤਰ੍ਹਾਂ ਇਹ ਜ਼ਮੀਨਾਂ ਦੇ ਮਾਮਲੇ 'ਚ, ਹੁਣ ਜ਼ਮੀਨਾਂ ਡੇਰਿਆਂ ਕੋਲ ਇੰਨੀਆਂ ਜ਼ਮੀਨਾਂ ਨੇ, ਸਾਡੀ ਤਾਂ ਇਹ ਵੀ ਆ ਉਹ ਡੇਅਰੀਆਂ ਦੀਆਂ ਜ਼ਮੀਨਾਂ ਜਿਹੜੀਆਂ ਹਜ਼ਾਰਾਂ ਏਕੜ ਦੀਆਂ ਨੇ ਉਹ ਕਢਾ ਕੇ ਉਹ ਵੀ ਕਿਸਾਨਾਂ ਨੂੰ ਦਿਓ, ਤਾਂ ਜੋ ਕਿਸਾਨਾਂ ਦੀ ਉਜਰਤ ਵਧੇ, ਕਿਸਾਨਾਂ ਨੂੰ ਕੋਈ ਪੱਲੇ ਤਾਂ ਪਵੇ ਵਿਚਾਰਿਆਂ ਦੇ। ਉਹ ਜਾਂ ਤਾਂ ਬੇਜ਼ਮੀਨੇ ਬੈਂਕਾਂ ਨੇ ਕਰਤੇ ਜਾਂ ਸੂਦਖੋਰਾਂ ਨੇ ਕਰਤੇ। ਜਿਹੜੇ ਉਹ ਕਿਸਾਨ ਨੇ ਉਹ ਅੱਜ ਜਾਣ ਕਿੱਥੇ, ਉਹਨਾਂ ਦੇ ਬੱਚੇ ਕਿੱਥੇ ਜਾਣ। ਉਹ ਆਪਣੇ ਬੱਚਿਆਂ ਨੂੰ ਕੈਨੇਡਾ ਅਮਰੀਕਾ ਨਹੀਂ ਭੇਜ ਸਕਦੇ ਕਿਉਂਕਿ ਅਮੀਰ ਨਹੀਂ ਹੈਗੇ, ਇੰਨੇ ਫੀਸ ਨਹੀਂ ਭਰ ਸਕਦੇ ਉਹ। ਸੋ ਉਹਨਾਂ ਨੇ ਉਹੀ 2 ਟਾਈਮ ਉੱਥੇ ਕੰਮ ਕਰਕੇ ਅਨਾਜ ਪੈਦਾ ਕਰਕੇ ਰੋਟੀ ਖਾਣੀ ਹੈ। ਰੁਜ਼ਗਾਰ ਉਹਨਾਂ ਦਾ, ਉਹ ਰੁਜ਼ਗਾਰ ਬਣ ਜੇ ਉਹਨਾਂ ਦਾ। ਉਹਨਾਂ ਨੂੰ ਸਿਸਟਮ ਰੁਜ਼ਗਾਰ ਨਹੀਂ ਦੇ ਰਿਹਾ, ਬਾਹਰੋਂ ਜਾ ਨਹੀਂ ਸਕਦੇ। ਖੇਤੀ ਉਹਨਾਂ ਦੀ ਜਿਹੜੀ ਇੰਨੀ ਥੋੜ੍ਹੀ ਰਹਿ ਗਈ, ਜਾਂ ਤੁਸੀਂ ਉਹ ਬੇਜ਼ਮੀਨੇ ਕਰਤੇ। ਕੀ ਕਰਨੀਆਂ ਨੇ, ਸਿਰ 'ਚ ਮਾਰਨੀਆਂ ਨੇ ਪੰਚਾਇਤੀ ਜ਼ਮੀਨਾਂ ਜਾਂ ਡੇਰਿਆਂ ਦੀਆਂ ਜ਼ਮੀਨਾਂ, ਧਾਰਮਿਕ ਸਥਾਨਾਂ ਦੀਆਂ ਜ਼ਮੀਨਾਂ। ਇਹ ਸਾਰੇ ਜਿਹੜੇ ਚਾਹੇ ਉਹ ਵਕਫ ਬੋਰਡ ਹੈ, ਚਾਹੇ ਡੇਰਿਆਂ ਕੋਲ ਹੈ, ਚਾਹੇ ਧਾਰਮਿਕ ਸਥਾਨਾਂ ਦੇ ਕੋਲ ਜ਼ਮੀਨਾਂ ਨੇ, ਉਹਨਾਂ 'ਤੇ ਬਥੇਰੇ ਚੜਾਵੇ ਚੜ੍ਹ ਜਾਂਦੇ ਨੇ, ਉਹਦੇ ਨਾਲ ਗੁਜ਼ਾਰਾ ਕਰ ਲੈਣ। ਉਹ ਡੇਰਿਆਂ ਦੇ ਵਿੱਚ ਬਥੇਰੇ ਲੋਕ ਦੇ ਆਉਂਦੇ ਨੇ। ਪੰਚਾਇਤੀ ਜ਼ਮੀਨਾਂ ਨੇ, ਸਰਕਾਰੀ ਜ਼ਮੀਨਾਂ ਨੇ, ਉਹ ਜ਼ਮੀਨਾਂ ਸਾਰੀਆਂ ਨੂੰ ਪੂਲ ਕਰਕੇ ਅਸੀਂ ਤਾਂ ਅੱਗੇ ਵੀ ਕਹਿੰਦੇ ਹਾਂ ਵੀ ਉਹਦੇ ਫਾਰਮ ਬਣਾ ਲਓ। ਫਾਰਮ ਬਣਾ ਕੇ ਜਿਹੜੇ ਗਰੀਬ ਤੇ ਬੇਜ਼ਮੀਨੇ ਕਿਸਾਨ ਨੇ ਉਹਨਾਂ ਨੂੰ, ਬੱਚਿਆਂ ਨੂੰ ਉੱਥੇ ਖੇਤੀ ਕਰਾ ਕੇ ਉਹਨਾਂ ਨੂੰ ਬਕਾਇਦਾ ਨੌਕਰੀ ਦਿਓ, ਉਹਨਾਂ ਨੂੰ ਮੁਲਾਜ਼ਮ ਰੱਖੋ। ਜਿਵੇਂ ਖੇਤੀਬਾੜੀ ਯੂਨੀਵਰਸਿਟੀ ਨੇ ਮੁਲਾਜ਼ਮ ਰੱਖੇ ਹੋਏ ਆ, ਉਵੇਂ ਸਰਕਾਰੀ ਫਾਰਮ ਹੋਵੇ ਇੱਕ ਖੇਤੀਬਾੜੀ ਮਹਿਕਮੇ ਦਾ, ਜਿਹੜਾ 5000 ਏਕੜ ਦਾ ਫਾਰਮ ਹੈ, ਉੱਥੇ ਦਿਓ ਨੌਕਰੀ। ਕੋਈ ਟਰੈਕਟਰ ਡਰਾਈਵਰ ਹੋਵੇ, ਕੋਈ ਸਪਰੇਅ ਕਰਨ ਵਾਲਾ ਹੋਵੇ, ਕੋਈ ਇਲੈਕਟ੍ਰੀਸ਼ੀਅਨ ਹੋਵੇ, ਕੋਈ ਦਵਾਈ ਛਿੜਕਣ ਵਾਲਾ ਹੋਵੇ, ਕੋਈ ਹੋਵੇ। 100-150 ਬੰਦਿਆਂ ਨੂੰ ਨੌਕਰੀ ਮਿਲੇ ਉੱਥੇ। ਜਾਂ ਫਿਰ ਉਹਨਾਂ ਨੂੰ ਜ਼ਮੀਨ ਦਾ ਟੁਕੜੇ ਦੇ ਕੇ ਆਪ ਖੇਤੀ ਕਰਨ ਦਿਓ। ਉਹਨਾਂ ਨੂੰ 80-90% ਸਬਸਿਡੀ 'ਤੇ ਟਰੈਕਟਰ ਦਿਓ, ਮਸ਼ੀਨਰੀ ਦਿਓ, ਖਾਦਾਂ ਦਿਓ, ਦਵਾਈਆਂ ਦਿਓ, ਪਾਣੀ ਦਿਓ, ਬਿਜਲੀ ਦਿਓ, ਉਹ ਖੇਤੀ 'ਚੋਂ ਕੁਛ ਪੈਦਾ ਕਰ ਸਕਣ। ਸੋ ਜਦੋਂ ਤੱਕ ਇਸ ਕਿਸਮ ਦੇ ਸਿਸਟਮ ਨਹੀਂ ਸੋਚਦੇ ਇਹ, ਉਦੋਂ ਤੱਕ ਪੰਚਾਇਤਾਂ ਦੀਆਂ ਜ਼ਮੀਨਾਂ 'ਤੇ ਵੀ ਰੌਲਾ ਪੈਣਾ।
ਉਦੋਂ ਤੱਕ ਜਿਹੜੇ ਮਤਲਬ ਕਿ ਮੰਡੀਆਂ ਦੇ ਕੰਟਰੋਲ ਕਰਨ ਤੇ ਜਿਹੜਾ ਅਸੀਂ ਰੌਲਾ ਪਾ ਰਹੇ ਹਾਂ ਇਹ ਪੈਂਦਾ ਰਹਿਣਾ, ਕਿਉਂਕਿ ਹੱਲ ਨਹੀਂ ਕੱਢ ਰਹੇ ਵਧੀਆ। ਜੇਕਰ ਦੇਖਿਆ ਜਾਵੇ ਜੇ ਕਿਸਾਨਾਂ ਦੀ ਆਪਾਂ ਕਹਿੰਦੇ ਆ ਵੀ ਆਮਦਨ ਦੁੱਗਣੀ ਕਰਨੀ ਆਪਾਂ ਨੇ, ਆਮਦਨ ਦੁੱਗਣੀ ਕਰਨ ਦੇ ਲਈ ਖਸਖਸ ਦੀ ਖੇਤੀ ਦਾ ਵੀ ਮੁੱਦਾ ਉੱਠਦਾ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਆਮਦਨ ਜਿਹੜੀ ਦੁੱਗਣੀ ਕਰਨੀ ਆ ਨਾ, ਉਹ ਖਸਖਸ ਦੀ ਖੇਤੀ ਨਾਲ ਨਹੀਂ ਇਕੱਲੀ ਜੁੜੀ ਹੋਈ। ਉਹ ਆਮਦਨ ਜਿਹੜੀ ਦੁੱਗਣੀ ਕਰਨੀ ਹੈ ਉਹ ਤਾਂ ਇਹ ਹੈ, ਦੁੱਗਣੀ ਕਰਨ ਦਾ ਤਾਂ ਪਹਿਲਾਂ ਸਲੋਗਨ ਦੇਣਾ ਹੀ ਗਲਤ ਆ। ਨਹੀਂ, ਪਰ ਮੰਨ ਲਓ ਮੈਂ ਇਹ ਸਲੋਗਨ ਦੇਣਾ ਮੋਦੀ ਦਾ ਬਿਲਕੁਲ ਗਲਤ ਹੈ। ਉਦੋਂ ਤੱਕ ਅਗਰ ਲਾਗਤਾਂ ਦੀ ਕੀਮਤ 2.5 ਗੁਣਾ ਵੱਧ ਗਈ, ਜਦ ਤੱਕ ਖੇਤੀ ਦੀ ਉਹ ਕਹਿੰਦਾ ਦੁੱਗਣੀ ਹੋਣੀ ਹੈ। ਸੋ ਇਹ ਜਦੋਂ ਤੱਕ ਇਹਦੇ 'ਚ ਬੈਲੈਂਸ ਨਹੀਂ ਬਣਦਾ ਕੋਈ। ਮੰਨ ਲਓ ਮੈਂ ਇੱਕ ਮੁਲਾਜ਼ਮ ਹੈ, ਮੈਨੂੰ ਸਰਕਾਰ ਤਨਖਾਹ ਦਿੰਦੀ ਹੈ, ਮੈਨੂੰ 6 ਮਹੀਨੇ ਬਾਅਦ ਮਹਿੰਗਾਈ ਭੱਤੇ ਦੀ ਕਿਸ਼ਤ ਦਿੰਦੀ ਹੈ। ਸਿਮਿਲਰਲੀ ਇਸ ਦੇਸ਼, ਕੌਮ ਤੇ ਸਮਾਜ ਨੂੰ ਪੈਦਾਵਾਰ, ਅਨਾਜ ਦੇਣ ਵਾਲੇ, ਢਿੱਡ ਭਰਨ ਵਾਲੇ, ਜ਼ਿੰਦਗੀ ਬਖਸ਼ਣ ਵਾਲੇ ਜਿਹੜੇ ਲੋਕਾਂ ਨੂੰ ਕੀ ਤੁਸੀਂ ਕੁਛ ਦੇਣਾ ਹੈ ਜਾਂ ਕਿ ਉਹਨਾਂ ਦਾ ਗੁਜ਼ਾਰਾ ਵੀ ਹੋ ਸਕੇ, ਟੱਬਰ ਵੀ ਪਾਲ ਸਕਣ, ਰਸੋਈ ਦਾ ਵੀ ਖਰਚਾ ਚੱਲ ਸਕੇ, ਘਰ ਦਾ ਵੀ ਚੱਲ ਸਕੇ, ਖੇਤੀ ਦਾ ਖਰਚਾ ਵੀ ਚੱਲ ਸਕੇ, ਅਤੇ ਨਾਲ ਉਹ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ, ਘਰੇ ਕੋਈ ਕਿਸੇ ਇਲਾਜ ਕਰਾਉਣਾ, ਪੜ੍ਹਾਉਣਾ ਬੱਚੇ ਨੂੰ, ਵਿਆਹ ਕਰਨਾ, ਸ਼ਾਦੀ ਕਰਨੀ ਹੈ, ਕੋਈ ਹੋਰ ਫੰਕਸ਼ਨ ਕਰਨਾ, ਉਹਦਾ ਵੀ ਖਰਚਾ ਕੱਢ ਸਕੇ। ਇੱਕ ਗੱਲ। ਦੂਜੀ ਗੱਲ, ਫਸਲਾਂ ਬਹੁਤ ਨੇ ਇੱਥੇ, ਹੋਰ ਫਸਲਾਂ ਵੀ ਨੇ। ਅਗਰ ਪ੍ਰਾਈਵੇਟ ਮੰਡੀ 'ਚ ਜਾ ਕੇ ਦੇਖੋਗੇ ਤੁਸੀਂ, ਪਹਿਲੀਆਂ ਫਸਲਾਂ ਦਾ ਹੀ ਪੂਰਾ ਰੇਟ ਨਹੀਂ ਮਿਲਦਾ। ਖਸਖਸ ਦੀ ਖੇਤੀ ਬਾਰੇ ਤਾਂ ਮੈਂ ਇੰਨਾ ਕਹਿਣਾ ਚਾਹੁੰਦਾ ਕਿ ਇਹਦੇ 'ਤੇ ਇੱਕ ਬਹਿਸ ਹੈ। ਮੈਂ ਕੋਈ ਇਹਦੇ 'ਤੇ ਇਹ ਨਹੀਂ ਕਹਿਣਾ ਚਾਹੁੰਦਾ ਵੀ ਇਹ ਜ਼ਰੂਰ ਹੋਣੀ ਚਾਹੀਦੀ ਆ ਜਾਂ ਨਹੀਂ ਹੋਣੀ ਚਾਹੀਦੀ, ਲੇਕਿਨ ਮੈਂ ਉਦੋਂ ਵੀ ਤੁਹਾਨੂੰ ਇੱਕ ਵਾਰੀ ਪਹਿਲਾਂ ਵੀ ਸ਼ਾਇਦ ਇੰਟਰਵਿਊ 'ਚ ਦੱਸਿਆ ਸੀ ਕਿ ਮੈਂ ਮੰਦਸੌਰ ਦੇ 6 ਸ਼ਹੀਦ, ਜਿਨ੍ਹਾਂ ਨਾਲ ਅਸੀਂ 6 ਪਰਸੋਂ ਅਸੀਂ ਮਨਾ ਕੇ ਹਟੇ ਹਾਂ ਸ਼ਹੀਦੀ ਦਿਨ, ਉਸ ਏਰੀਏ 'ਚ ਮੈਂ ਗਏ ਸੀ। ਅਸੀਂ ਉੱਥੇ ਅਸੀਂ ਯਾਤਰਾਵਾਂ ਕੀਤੀਆਂ ਸੀ। ਉਸ ਯਾਤਰਾਵਾਂ ਦੇ ਦੌਰਾਨ ਅਸੀਂ ਜਦੋਂ ਮੀਟਿੰਗਾਂ ਕੀਤੀਆਂ ਤਾਂ ਉੱਥੇ ਜਿੰਨਾ ਕਿ ਕਿਸਾਨਾਂ ਨੂੰ ਅਸੀਂ ਇੰਟਰਵਿਊ ਕੀਤੀ, ਉਹਨਾਂ ਦਾ ਇਹ ਕਹਿਣਾ ਸੀ, ਦੇਖੋ ਅਸੀਂ ਖਸਖਸ ਦੀ ਖੇਤੀ ਕਰਦੇ ਹਾਂ, ਨੰਬਰ 1। ਸਾਡੇ ਕੋਈ ਲੋਕ ਇੱਥੇ ਅਫੀਮ ਭੁੱਕੀ, ਸਾਡੇ ਭੁੱਕੀ ਦੇ ਢੇਰ ਲੱਗੇ ਪਏ ਨੇ, ਕੋਈ ਨਹੀਂ ਖਾਂਦੇ ਸਾਡੇ ਇੱਥੇ ਲੋਕ। ਅਫੀਮ ਸਾਡੀ ਲਾਇਸੈਂਸ ਨਾਲ ਲੈ ਜਾਂਦੇ ਨੇ, ਦਿੰਦੇ ਹਾਂ ਅਸੀਂ। ਹੋ ਸਕਦਾ ਇੱਕ ਅੱਧਾ ਕੋਈ ਹਜ਼ਾਰਾਂ 'ਚੋਂ, ਲੱਖਾਂ 'ਚੋਂ ਕੋਈ 2 ਨੰਬਰ ਦਾ ਕਰਦਾ ਹੋਵੇ, ਲੇਕਿਨ ਉਹਦੀ ਸੰਭਾਵਨਾ ਬਹੁਤ ਘੱਟ ਹੈ 2, ਕਿਉਂਕਿ ਉਹ ਹੁੰਦਾ ਜਿਵੇਂ ਗੰਨੇ ਦਾ ਹੁੰਦਾ ਨਾ ਵੀ ਕਿੰਨੀ ਸ਼ੱਕਰ ਨਿਕਲੂਗੀ, ਉਹਦਾ ਵੀ ਹੁੰਦਾ ਵੀ ਇਹਦੇ 'ਚੋਂ ਇੰਨੀ ਨਿਕਲਣੀ ਉਹ ਚਾਹੀਦੀ ਹੈ, ਅਤੇ ਉਹ ਲਾਇਸੈਂਸ ਦੇਣ ਲੱਗੇ ਠੇਕਾ ਤੈਅ ਹੋ ਜਾਂਦਾ। ਤੀਸਰਾ, ਉਹਨਾਂ ਦਾ ਇਹ ਕਹਿਣਾ ਸੀ ਕਿ ਇਸ ਖੇਤੀ ਦੇ ਵਿੱਚੋਂ ਜਿਹੜੇ ਸਾਡੇ ਤੁਸੀਂ ਪਿੰਡਾਂ ਦੇ ਵਿੱਚ ਘਰ ਦੇਖ ਰਹੇ ਹੋ, ਇਹ ਘਰ ਜਿਹੜੇ ਨੇ, ਜਿਹੜੇ ਤਾਂ ਟੁੱਟੇ ਹੋਏ ਘਰ ਨੇ, ਇਹ ਆਮ ਸੋਇਆਬੀਨ ਪੈਦਾ ਕਰਨ ਵਾਲੇ, ਲਸਣ ਪੈਦਾ ਕਰਨ ਵਾਲੇ ਨੇ। ਜਿਹੜੇ ਸਾਡੇ ਘਰਾਂ 'ਚ ਦੇਖੋ ਹੁਣ ਬੋਰੀਆਂ ਨਾਲ ਢਾਂਗਾਂ ਲੱਗੀਆਂ ਪਈਆਂ ਨੇ, ਵਿਕ ਨਹੀਂ ਰਹੇ, ਮੰਡੀ ਨਹੀਂ ਹੈਗੀ। ਪਰ ਉਹ ਖੇਤੀ ਸਾਡੀ ਅਸ਼ੋਰਡ ਖੇਤੀ ਹੈ, ਨੰਬਰ 1। ਉਹ 'ਚ ਸਾਨੂੰ ਪੱਕਾ ਰੇਟ ਮਿਲਦਾ। ਉਹ ਪੱਕਾ ਰੇਟ ਮਿਲਦਾ। ਜਿਹੜੇ ਤੁਹਾਨੂੰ ਚੰਗੇ ਥੋੜ੍ਹੇ ਬਹੁਤੇ ਘਰ ਨੇ, ਇਹਦਾ ਮਤਲਬ ਉਹਨਾਂ ਕੋਲ ਉਹ ਖਸਖਸ ਦੀ ਖੇਤੀ ਕਰਨ ਦਾ ਲਾਇਸੈਂਸ ਹੈ। ਉਹਦੇ ਤੋਂ ਮੈਨੂੰ ਇਹ ਲੱਗਦਾ ਹੈ ਵੀ ਅਗਰ ਹੁਣ ਉਦਾਹਰਣ ਦੇ ਤੌਰ 'ਤੇ ਗੰਨਾ ਹੈ, ਚੁਕੰਦਰ ਹੈ, ਹੋਰ ਫਸਲਾਂ ਨੇ ਜਿਨ੍ਹਾਂ ਦੀ ਪੈਦਾਵਾਰ ਤੋਂ ਸ਼ਰਾਬ ਬਣਦੀ ਹੈ। ਸ਼ਰਾਬ ਨੂੰ ਲੋਕ ਕਹਿੰਦੇ ਮਾੜੀ ਚੀਜ਼ ਹੈ, ਨਹੀਂ ਪੀਣੀ ਚਾਹੀਦੀ। ਇਹਦਾ ਮਤਲਬ ਕੀ ਹੈ? ਜਦੋਂ ਗੰਨੇ ਤੋਂ ਖੰਡ ਵੀ ਬਣਦੀ ਹੈ, ਸੀਰਾ ਵੀ ਬਣਦਾ, ਜਿਹਦੀ ਸ਼ਰਾਬ ਬਣਦੀ ਹੈ। ਜਿਹੜੀ ਵੀ ਚੀਜ਼ ਤੋਂ ਸ਼ਰਾਬ ਬਣਦੀ ਹੈ, ਕਿਉਂਕਿ ਬਣਦੀਆਂ ਚੀਜ਼ਾਂ ਧਰਤੀ ਵਿੱਚੋਂ ਪੈਦਾ ਕੀਤੀਆਂ ਹੋਈਆਂ ਚੀਜ਼ਾਂ 'ਚੋਂ ਹੀ ਨੇ। ਉਹ ਚਾਹੇ ਦਵਾਈ ਹੈ ਕੋਈ ਦਰਦ ਦੀ, ਉਹ ਚਾਹੇ ਕੋਈ ਸ਼ਰਾਬ ਹੈ, ਚਾਹੇ ਉਹ ਕੋਈ ਤਾਕਤ ਵਾਲੀ ਚੀਜ਼ ਹੈ, ਪ੍ਰੋਟੀਨੈਕਸ ਹੈ, ਚਾਹੇ ਉਹ ਅੰਡੇ ਨੇ, ਚਾਹੇ ਉਹ ਫੀਮ ਹੈ, ਚਾਹੇ ਉਹ ਖਸਖਸ ਹੈ, ਚਾਹੇ ਉਹ ਭੁੱਕੀ ਹੈ। ਇਹ ਬਣਨੀਆਂ ਤਾਂ ਧਰਤੀ 'ਚੋਂ ਹੀ ਨੇ। ਸਵਾਲ ਇਹ ਹੈ ਕਿ ਸਾਡਾ ਸਮਾਜ ਇਹਨੂੰ ਰੈਗੂਲੇਟ ਕਿਵੇਂ ਕਰਦਾ ਹੈ, ਇਹਦੇ 'ਤੇ ਕੰਟਰੋਲ ਕਿਵੇਂ ਕਰਦਾ। ਅੱਜ ਬਤੌਰੇ ਡਾਕਟਰ ਮੈਂ ਕਹਿਣਾ ਚਾਹੁੰਦਾ ਕਿ ਹਾਰਟ ਦੇ ਮਰੀਜ਼ ਦੇ ਪਹਿਲਾ ਟੀਕਾ ਉਹ ਫੀਮ ਦਾ ਲੱਗਦਾ, ਅਧਰੰਗ ਵਾਲੇ ਮਰੀਜ਼ ਦੇ ਪਹਿਲਾ ਟੀਕਾ ਫੀਮ ਦਾ ਲੱਗਦਾ। ਜਾਂ ਇਹ ਕਹਿ ਲਓ ਵੀ ਇਹਦਾ ਪ੍ਰਯੋਗ ਮੈਂ ਬੇਹੋਸ਼ ਕਰਨ ਵਾਲਾ ਡਾਕਟਰ ਹਾਂ। ਆਪਰੇਸ਼ਨ ਥੀਏਟਰ ਦੇ ਅੰਦਰ ਸਭ ਤੋਂ ਵੱਧ ਦਵਾਈ ਅਫੀਮ ਜਾਂ ਅਫੀਮ ਤੋਂ ਬਣੀਆਂ ਹੋਈਆਂ ਚੀਜ਼ਾਂ ਦੀ ਹੀ ਹੁੰਦੀ ਹੈ। ਇਸ ਸਰਕਾਰਾਂ ਨੂੰ ਰੋਕ ਕਾਹਤੋਂ ਰਹੀਆਂ ਨੇ? ਕਿਉਂ ਨਹੀਂ ਇਹਨੂੰ ਲਾਗੂ ਕਰ ਰਹੀਆਂ ਵੀ ਕਿਸਾਨ ਆਪਣੀ ਖਸਖਸ ਦੀ ਖੇਤੀ ਕਰ ਸਕਦੇ ਨੇ? ਜਿਵੇਂ ਆਪਾਂ ਦੇਖਿਆ ਜਾਵੇ ਕਿ ਪੰਜਾਬ ਦੇ ਵਿੱਚ ਸ਼ਰਾਬ ਦੇ ਵੀ ਠੇਕੇ ਨੇ। ਹੁਣ ਹਰ ਇੱਕ ਬੰਦਾ ਸ਼ਰਾਬ ਤਾਂ ਨਹੀਂ ਪੀ ਰਿਹਾ। ਜੇ ਆਪਾਂ ਕਹਿ ਰਹੇ ਹਾਂ ਕਿ ਪੰਜਾਬ ਦੇ ਨੌਜਵਾਨ ਨੇ ਉਹ ਨਸ਼ੇੜੀ ਹੋ ਜਾਣਗੇ ਜਾਂ ਪੰਜਾਬ ਨਸ਼ੇੜੀ ਹੋ ਜਾਊਗਾ, ਪੰਜਾਬ 'ਚ ਹੋਰ ਵੀ ਬਹੁਤ ਸਾਰੇ ਨਸ਼ੇ ਨੇ ਜਿਹੜੇ ਚੱਲ ਰਹੇ ਨੇ। ਨਹੀਂ, ਦੇਖੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਅਸਲ 'ਚ ਮੈਂ
ਹਾਲੈਂਡ 'ਚ ਗਿਆ ਪਿਛਲੇ ਦਿਨੀ ਕਿਸੇ ਜਥੇਬੰਦੀ ਦੇ ਕੰਮਾਂ 'ਚ ਹੀ, ਕਾਲ ਇੰਡੀਆ ਵਰਲਡ ਦੀ ਜਥੇਬੰਦੀ ਸੀ। ਹਾਲੈਂਡ ਦੇ ਵਿੱਚ ਜਾਂ ਹੋਰ ਯੂਰਪੀਅਨ ਦੇਸ਼ਾਂ ਦੇ ਵਿੱਚ ਵੀ ਦੁਕਾਨਾਂ ਨੇ ਜਿੱਥੇ ਜਾ ਕੇ ਲੋਕ ਆ ਸੁੱਖੇ ਤੋਂ ਬਣੀਆਂ ਹੋਈਆਂ ਚ ਮੈਰੀਜਵਾਨਾ ਪੀਂਦੇ ਨੇ, ਲੇਕਿਨ ਉਹ ਸਮਾਜ ਸਾਡੇ ਤੋਂ ਜ਼ਿਆਦਾ ਤੰਦਰੁਸਤ ਨੇ। ਸਾਈਕਲ ਚਲਾਉਂਦੇ ਨੇ, ਲੰਬੇ ਉੱਚੇ ਡੱਚ ਮੁੰਡੇ ਕੁੜੀਆਂ ਨੇ। ਸਿਮਿਲਰਲੀ ਅਮਰੀਕਾ ਕੈਨੇਡਾ ਵਿੱਚ ਵੀ ਮੈਰੀਜਵਾਨਾ ਅਲਾਊਡ ਆ। ਇਹਦਾ ਜਿਹੜਾ ਇੱਕ ਕਾਰਨ ਤਾਂ ਇਹਦਾ ਮੈਂ ਇਹ ਸਮਝਦਾ ਕਿ ਇਹਦੀ ਖੇਤੀ ਆਮ ਤੌਰ 'ਤੇ ਕੋਂਗੋ ਹੋਵੇ ਜਾਂ ਦੱਖਣੀ ਅਮਰੀਕਾ ਦੇ ਹੋਰ ਦੇਸ਼ ਹੋਣ, ਅਫਗਾਨਿਸਤਾਨ ਹੋਵੇ, ਈਵਨ ਭਾਰਤ ਦੇ ਕਈ ਸੂਬਿਆਂ 'ਚ ਵੀ ਹੋਵੇ, ਇਹ 'ਚ 2 ਨੰਬਰ ਦਾ ਕੰਮ ਬਹੁਤ ਹੁੰਦਾ। 2 ਨੰਬਰ ਦਾ ਕੰਮ ਮਤਲਬ ਗੈਰ ਕਾਨੂੰਨੀ ਕੰਮ। ਨੰਬਰ 2, ਇਹਦੇ ਤੋਂ ਕੁਛ ਐਸੀਆਂ ਡਰੱਗਸ ਬਣ ਰਹੀਆਂ ਨੇ ਜਿਹੜੀਆਂ ਡਰੱਗਸ ਬਹੁਤ ਹੀ ਘਾਤਕ ਡਰੱਗਸ ਨੇ। ਨੰਬਰ 3, ਇਹ ਤੁਹਾਡੇ ਨਾਲ ਮੈਂ ਗੱਲ ਸਾਂਝੀ ਕਰਨੀ ਚਾਹੁੰਦਾ, ਉਹ ਡਰੱਗਸ ਦਾ ਜਿਹੜਾ ਬਿਜ਼ਨਸ ਹੈ, ਟਰੇਡ ਹੈ, ਉਹ ਵੱਡੇ ਪੈਮਾਨੇ 'ਤੇ ਪੋਲੀਟੀਕਲ ਬੰਦਿਆਂ ਨਾਲ ਲੜ ਕੇ ਵੱਡੇ ਡਰੱਗ ਮਾਫੀਆ ਕਰਦਾ। ਉਹਨਾਂ ਤੋਂ ਬਗੈਰ ਨਹੀਂ ਇਹ ਚੀਜ਼ਾਂ ਕਿਸੇ ਦੱਖਣੀ ਅਮਰੀਕਾ, ਮੈਕਸੀਕੋ ਤੋਂ ਭਾਰਤ 'ਚ ਨਹੀਂ ਆ ਸਕਦੀਆਂ। ਇੱਕ ਤਾਂ ਇਹਨੂੰ ਕੰਟਰੋਲ ਕਰਨ ਦੀ ਲੋੜ ਹੈ। ਦੂਜੀ ਕਰਨ ਦੀ ਲੋੜ ਇਹ ਹੈ ਕਿ ਇਹਦਾ ਪ੍ਰਯੋਗ ਬੈਸਟ ਮੈਡੀਕਲ ਦੇ ਵਿੱਚ ਹੋਵੇ ਜਾਂ ਬੈਸਟ ਉਹਦੇ 'ਚ ਹੋਵੇ ਜਿੱਥੇ ਇਹਦੀ ਜ਼ਰੂਰਤ ਹੈ। ਤੀਸਰਾ ਇਹ ਹੈ ਵੀ ਜਿਵੇਂ ਮੰਨ ਲਓ ਅਸੀਂ ਸ਼ਰਾਬ ਦੀ ਵਾਧੂ ਵਰਤੋਂ ਆ, ਕੋਈ ਇਹਦੇ ਨਸ਼ਿਆਂ ਦੀ ਜੇ ਕੋਈ ਇਸ ਕਿਸਮ ਦੀ ਵਰਤੋਂ ਹੁੰਦੀ ਆ ਉਹਨੂੰ ਰੋਕਣਾ ਚਾਹੀਦਾ ਹੈ ਉਹਨੂੰ। ਚੌਥਾ ਇਹ ਹੈ ਕਿ ਇਹਦੀ ਖੇਤੀ ਹੈ ਜਿਹੜੀ ਖੇਤੀ ਅਤੇ ਖੇਤੀ ਦੀ ਉਪਜ ਦੀ ਵਰਤੋਂ ਹੈ ਜਿਹੜੀ ਉਹ ਬਿਲਕੁਲ ਲਾਇਸੈਂਸੀ ਤਰੀਕੇ ਨਾਲ, ਬਿਲਕੁਲ ਬਹੁਤ ਸਰਵੀਲੈਂਸ ਦੇ ਨਾਲ ਹੋਣੀ ਚਾਹੀਦੀ ਹੈ। ਅੱਜ ਕੱਲ੍ਹ ਕੀ ਔਖਾ ਹੈ, ਅੱਜ ਕੱਲ੍ਹ ਤਾਂ ਇਹਨਾਂ ਕੋਲ ਡਰੋਨਸ ਨੇ, ਅੱਜ ਕੱਲ੍ਹ ਹਰ ਚੀਜ਼ ਦੀ ਸਰਵੀਲੈਂਸ ਹੋ ਸਕਦੀ ਹੈ। ਮੈਂ ਕਿੱਥੇ ਹਾਂ, ਮੈਂ ਕੀ ਕਰ ਰਿਹਾ ਹਾਂ, ਮੇਰੇ ਫੋਨ ਨਾਲ ਹੀ ਹਰ ਚੀਜ਼ ਸਰਵੀਲੈਂਸ ਹੋ ਜਾਂਦੀ ਹੈ। ਸੋ ਇਹ ਕਿੱਥੇ ਕੋਈ ਜੇ ਅਸੀਂ ਫਸਲ ਬਜਾਈ ਹੈ ਖਸਖਸ ਦੀ, ਉੱਥੇ ਕੋਈ ਗੜਬੜ ਹੋ ਰਹੀ ਕਿ ਨਹੀਂ ਹੋ ਰਹੀ, ਉਹ ਤਾਂ ਕਿਤੇ ਵੀ ਬੈਠੇ ਬੰਦੇ ਨੂੰ ਪਤਾ ਲੱਗ ਜੂਗਾ। ਸੋ ਇਸ ਕਰਕੇ ਉਹਦੀ ਕੋਈ ਚੋਰੀ ਕਰ ਰਿਹਾ ਉਹਦਾ ਪਤਾ ਲੱਗ ਜੂਗਾ। ਪਰ ਉਹਨੂੰ ਅਗਰ ਖੇਤੀ ਕਰਵਾ ਕੇ ਲਾਇਸੈਂਸ ਦੇ ਕੇ ਉਹਨੂੰ ਠੀਕ ਕੋਈ ਉਹਦੇ 'ਚੋਂ ਅਗਰ ਮਿਲਦਾ ਹੈ ਦੁਨੀਆ ਦੀ ਮਾਰਕੀਟ ਦੇ ਵਿੱਚ, ਤਾਂ ਉਹਨੂੰ ਮੈਨੂੰ ਇਹ ਲੱਗਦਾ ਕਿ ਮੈਂ ਸਮਾਜਿਕ ਤੌਰ 'ਤੇ ਜਾਂ ਮੇਰੀ ਜਥੇਬੰਦੀ ਦਾ ਕੋਈ ਇਹਦੇ 'ਚ ਉਹ ਨਹੀਂ ਹੈ, ਕੋਈ ਕਹਿ ਲਓ ਵੀ ਆਫੀਸ਼ੀਅਲ ਸਟੇਟਮੈਂਟ ਨਹੀਂ ਹੈ। ਐਜ਼ ਏ ਡਾਕਟਰ, ਐਜ਼ ਏ ਜਿੰਨਾ ਕੁ ਮੈਂ ਰੈਸ਼ਨਲੀ ਸੋਚਦਾ ਜਾਂ ਜਿੰਨਾ ਮੈਂ ਜਾ ਕੇ ਦੇਖਿਆ, ਮੈਨੂੰ ਲੱਗਦਾ ਵੀ ਇਹ ਅਸਲ 'ਚ ਸਰਕਾਰਾਂ, ਮਾਫੀਆ, ਪੋਲੀਟੀਸ਼ੀਅਨ ਨੇ ਜਿਹੜੇ ਇਹ ਕੁਛ ਚੀਜ਼ਾਂ, ਚਾਹੇ ਸ਼ਰਾਬ ਦਾ ਬਿਜ਼ਨਸ ਹੈ, ਚਾਹੇ ਉਹ ਦਵਾਈਆਂ ਦਾ ਬਿਜ਼ਨਸ ਹੈ, ਚਾਹੇ ਚਿੱਟੇ ਦਾ ਬਿਜ਼ਨਸ ਹੈ, ਚਾਹੇ ਅਫੀਮ ਦਾ ਬਿਜ਼ਨਸ ਹੈ, ਉਹ ਇਹਨੂੰ ਵਿਗਾੜਦੇ ਨੇ। ਇਹਨਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹਨੂੰ ਵੱਧ ਇਹਦੇ 'ਚ, ਕਿਉਂਕਿ ਮੈਂ ਜਾਣਦਾ ਚਿੱਟਾ ਵੀ ਜਿਹੜੇ ਆਮ ਗਰੀਬ ਲੋਕ ਨੇ ਉਹ ਤਾਂ ਵਿਚਾਰੇ ਉਹ ਲੱਗ ਜਾਂਦੇ ਨੇ। ਜਿਵੇਂ ਨਹੀਂ ਆਪਾਂ ਕੁੱਤੇ ਨੂੰ ਬੁਰਕੀ ਪਾਉਣ ਦੇ ਖਾ ਖੂ ਕੇ, ਉਵੇਂ ਵਿਚਾਰਿਆਂ ਨੂੰ ਉਹ ਮਿਲਦੀ ਹੈ। ਕਰਦੇ ਤਾਂ ਸ਼ੁਰੂ ਹੋਰ ਨੇ ਵੱਡੇ ਬੰਦੇ। ਸੋ ਇਸ ਕਰਕੇ ਮੈਂ ਇੰਨਾ ਕੀ ਕਹਿਣਾ ਚਾਹੁੰਦਾ ਕਿ ਅਗਰ ਇਹਦੀ ਪੂਰੀ ਕੰਟਰੋਲ ਐਂਡ ਸਰਵੀਲੈਂਸ ਥੱਲੇ ਲਾਇਸੈਂਸ ਦੇ ਕੇ, ਕੰਟਰੈਕਟ ਕਰਕੇ ਖੇਤੀ ਕਰਵਾਈ ਜਾਂਦੀ ਹੈ, ਉਹਦੇ ਰੈਜ਼ੀਡਿਊਜ਼ ਨੂੰ ਚੰਗੀ ਤਰ੍ਹਾਂ ਸਾਂਭਿਆ ਜਾਂਦਾ ਹੈ ਔਰ ਇੱਕ ਪੂਰੀ ਸਰਵੀਲੈਂਸ ਰੱਖੀ ਜਾਂਦੀ ਹੈ, ਅਤੇ ਉਹਦੇ ਨਾਲ ਜਿਵੇਂ ਉਦਾਹਰਣ ਦੇ ਤੌਰ 'ਤੇ ਅਸੀਂ ਕਹਿੰਦੇ ਹਾਂ ਕਿ ਕੋਈ ਫਸਲ ਜਿਹੜੀ ਅੱਜ ਗੰਨੇ ਦੀ ਫਸਲ ਹੈ, ਗੰਨੇ ਦੀ ਫਸਲ ਅਗਰ ਕਿਸਾਨ ਨੂੰ ਮੁਨਾਫਾ ਦਿੰਦੀ ਹੈ, ਉਹਦੇ 'ਚੋਂ ਸ਼ਰਾਬ ਬਣ ਜਾਂਦੀ ਹੈ, ਤਾਂ ਸਾਨੂੰ ਉਹਨੂੰ ਸ਼ਰਾਬ ਦੇ ਉੱਤੇ ਫਿਰ ਬਿਜ਼ਨਸ 'ਚ ਕੀ ਹੋਣਾ ਚਾਹੀਦਾ ਉਹ ਸੁਝਾਅ ਤਾਂ ਦੇ ਸਕਦੇ ਹਾਂ। ਲੇਕਿਨ ਗੰਨਾ ਹੀ ਬੰਦ ਕਰ ਦਿਓ ਇਹ ਨਹੀਂ, ਚੁਕੰਦਰ ਬੰਦ ਕਰ ਦਿਓ ਇਹ ਨਹੀਂ। ਜਿਨ੍ਹਾਂ ਤੋਂ ਸ਼ਰਾਬ ਬਣਦੀ ਵਿੱਚ ਚੁਕੰਦਰ ਦੀ ਖੇਤੀ ਨਹੀਂ ਕਰਨੀ, ਗੰਨੇ ਦੀ ਖੇਤੀ ਨਹੀਂ ਕਰਨੀ, ਇਹ ਗੱਲ ਠੀਕ ਨਹੀਂ ਹੈ। ਸੋ ਇਸ ਕਰਕੇ ਜਿਹੜੇ ਨਿਯਮ ਬਣਾਉਣ ਵਾਲੇ ਨੇ, ਨਿਯਮਾਂ ਨੂੰ ਲਾਗੂ ਕਰਨ ਵਾਲੇ ਨੇ, ਸਮਗਲਿੰਗ ਦੇ ਵਿੱਚ ਲੱਗੇ ਹੋਏ ਲੋਕ ਨੇ, ਮਾਫੀਆ ਲੋਕ ਨੇ, ਇਸ ਕਿਸਮ ਦੇ ਲੋਕਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਕਿਸਾਨਾਂ ਨੇ, ਕਿਉਂਕਿ ਦੇਖੋ ਧਰਤੀ ਦੇ ਵਿੱਚੋਂ ਕਿਸਾਨ ਨੇ ਤਾਂ ਖਸਖਸ ਬੀਜ ਕੇ ਧਰਤੀ ਦੇ ਵਿੱਚੋਂ ਤੱਤ ਕੱਢਣੇ ਨੇ। ਕਿਸਾਨ ਦਾ ਤਾਂ ਇੰਨਾ ਕੀ ਕੰਮ ਹੈ। ਹੁਣ ਉਹਦੀ ਯੂਟੀਲਾਈਜੇਸ਼ਨ ਕਿਵੇਂ ਹੁੰਦੀ ਹੈ, ਸਿਸਟਮ ਨੇ ਕਰਾਉਣੀ ਹੈ। ਹੁਣ ਇਹਦੇ 'ਚ ਕੋਈ ਇਹ ਕਹੇ ਵੀ ਤੂੰ ਗੁਨਾਹਗਾਰ ਹੈ ਜਿਹਨੇ ਇਹ ਕੀਤਾ, ਮੈਂ ਤਾਂ ਕਈ ਕੁਛ ਪੈਦਾ ਕਰਦਾ ਫਿਰ ਜਿਨ੍ਹਾਂ ਤੋਂ ਜ਼ਹਿਰਾਂ ਬਹੁਤ ਬਣਦੀਆਂ ਨੇ, ਮੈਂ ਤਾਂ ਉਹ ਵੀ ਪੈਦਾ ਕਰਦਾ ਜਿਹਦੇ ਵਿੱਚ ਮੈਂ ਜ਼ਹਿਰਾਂ ਰਲਾ ਰਿਹਾ ਅੱਜ। ਸੁੱਖੇ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਸੁੱਖਾ ਆਪਣੇ ਆਮ ਆ ਉਹ ਸੁੱਖਾ ਹੁਣ ਮੇਰੇ ਘਰ ਦੇ ਆਲੇ ਦੁਆਲੇ ਆ, ਮੈਂ ਕੱਲ੍ਹ ਵਢਾਇਆ ਮੇਰੇ ਘਰ ਦੇ ਆਲੇ ਦੁਆਲੇ ਇੰਨਾ, ਲੋਕ ਉਹਨੂੰ ਵਰਤ ਹੀ ਸਕਦੇ ਨੇ। ਹੁਣ ਯੂਰਪੀਅਨ ਮੁਲਕ ਕਹਿੰਦੇ ਨੇ ਵੀ ਸਾਨੂੰ ਕੋਈ ਨੁਕਸਾਨ ਨਹੀਂ ਕਰਦਾ, ਸਸਤਾ ਵੀ ਹੈ ਇਹ ਬਹੁਤ, ਅਤੇ ਇਹਦੇ ਤੋਂ ਅਸੀਂ ਕਿਉਂ ਜੇ ਮਨੁੱਖ ਨੂੰ ਅਗਰ ਉਹਨੂੰ ਲੈ ਕੇ ਥੋੜ੍ਹੀ ਜਿਹੀ ਉਹ ਆਪਣੀ ਡਿਪਰੈਸ਼ਨ ਅਤੇ ਸ਼ਾਂਤੀ 'ਚੋਂ ਨਿਕਲ ਜਾਂਦਾ, ਸਾਨੂੰ ਕੀ ਤਕਲੀਫ ਹੈ, ਕਿਹੜਾ ਸਮਾਜ ਦਾ ਕਰਦਾ। ਜਾਣੀ ਇਹਦੇ 'ਤੇ ਅਪਰੋਚ ਅਲੱਗ-ਅਲੱਗ ਹੈ। ਇੱਕ ਹੈਗੀ ਧਾਰਮਿਕ ਪਿਉਰਿਟਨਿਸਟ ਅਪਰੋਚ, ਜਿਹੜੇ ਸਾਡੇ ਬੰਦੇ ਵੀ ਕਈ ਵਾਰੀ ਕਰਦੇ ਨਾ ਜੀ ਨਾ,
ਇਹ ਕਈ ਲੋਕ ਇਹ ਕਹਿਣਗੇ ਦੇਖੋ ਜੀ ਇਹ ਸ਼ਰਾਬ ਪੀਣੀ ਬਹੁਤ ਪਾਪ ਹੈ, ਮਤਲਬ ਪਾਪ ਦੇ ਬਰਾਬਰ ਲੈ ਜਾਂਦੇ ਨੇ। ਇਹ ਖੇਤੀ ਖਸਖਸ ਦੀ ਕਰਨੀ ਇੱਕ ਪਾਪ ਹੈ, ਜਿਹੜਾ ਪਾਪ ਕਿਤੇ ਹੋਰ ਹੈ ਅਸਲ 'ਚ। ਪਾਪ ਕਰਨ ਵਾਲੇ ਹੋਰ ਲੋਕ ਨੇ ਜਿਹੜੇ ਅਸਲ 'ਚ ਲੋਕਾਂ ਨੂੰ ਫਿਰ ਰੋਗੀ ਬਣਾਉਂਦੇ ਨੇ, ਅਡਿਕਟ ਬਣਾਉਂਦੇ ਨੇ, ਅਡਿਕਟ ਬਣਨ ਵਾਸਤੇ ਮਜਬੂਰ ਕਰਦੇ ਨੇ, ਕਿਉਂਕਿ ਅਡਿਕਟ ਵੀ ਬੰਦੇ ਖਾਸ ਸਮਾਜਿਕ ਹਾਲਤਾਂ 'ਚ ਤੇ ਦਿਮਾਗੀ ਹਾਲਤਾਂ 'ਚ ਬਣਦੇ ਨੇ। ਸੋ ਇਸ ਪ੍ਰਸੰਗ 'ਚ ਮੈਂ ਇੰਨਾ ਹੀ ਕਹਿਣਾ ਚਾਹੁੰਦਾ, ਮੇਰੀ ਜਥੇਬੰਦੀ ਦੀ ਪੋਜੀਸ਼ਨ ਨਹੀਂ ਹੈ, ਇਹਨੂੰ ਜ਼ਰੂਰ ਨਾਲ ਪਾਇਓ, ਪਰ ਮੈਨੂੰ ਐਜ਼ ਏ ਡਾਕਟਰ, ਐਜ਼ ਏ ਇੰਡੀਵਿਜੂਅਲ, ਐਜ਼ ਏ ਉਸ ਇਲਾਕੇ ਦਾ ਜਾਂ ਦੁਨੀਆ ਦਾ ਜਿੰਨਾ ਕੁ ਮੈਂ ਪੜ੍ਹਿਆ ਉਹਦੇ ਤੌਰ 'ਤੇ ਮੈਨੂੰ ਲੱਗਦਾ ਕਿ ਸਾਨੂੰ ਇਹਨੂੰ ਬਲਕਿ ਸੋਚਣਾ ਚਾਹੀਦਾ ਇਸ ਮਸਲੇ ਨੂੰ। ਮੈਂ ਇੱਕ ਗਰੁੱਪ 'ਚ ਸ਼ਾਮਲ ਜਿਹੜਾ ਖੇਤੀ ਖਸਖਸ ਦੀ ਨੂੰ ਪ੍ਰਮੋਟ ਕਰਦਾ, ਉੱਧਰ ਕੋਈ ਅੰਮ੍ਰਿਤਸਰ ਤਰਨ ਵੱਲ, ਜਾਂ ਹੋਰ ਵੀ ਲੋਕ, ਡਾਕਟਰ ਗਾਂਧੀ ਵੀ ਕਹਿੰਦਾ, ਹੋਰ ਵੀ ਲੋਕ ਕਹਿੰਦੇ ਨੇ, ਜਾਣੀ ਉਹ ਖੇਤੀ ਕਰਨ ਵਾਲਾ ਗੁਨਾਹਗਾਰ ਨਹੀਂ ਹੈ, ਖੇਤੀ ਤੋਂ ਜੋ ਪੈਦਾਵਾਰ ਕਰਕੇ ਉਹਦੀ ਮਿਸ ਯੂਟੀਲਾਈਜੇਸ਼ਨ ਕਰਦੇ ਨੇ ਗੁਨਾਹਗਾਰ ਉਹ ਨੇ। ਡਾਕਟਰ ਸਾਹਿਬ, ਜਿਹੜਾ ਇਹ ਕਿਸਾਨ ਖੇਤੀ ਦੇ ਵਿੱਚ ਫਸੇ ਨੇ ਹੁਣ, ਜਾਂ ਇਹਨਾਂ ਨੂੰ ਇੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਆਖਿਰਕਾਰ ਇਹਦਾ ਹੱਲ ਕੀ ਹੋਊਗਾ? ਦੇਖੋ ਜੀ, ਇਹ ਕਿਸਾਨੀ ਦਾ ਸੰਕਟ ਪਿਛਲੇ ਲੰਬੇ ਕਈ ਸਾਲਾਂ ਤੋਂ ਹਰੇ ਇਨਕਲਾਬ ਦੇ ਨਾਲ ਹੀ ਆ ਗਿਆ ਸੀ। ਸੋ ਇਸ ਕਰਕੇ ਹੁਣ ਅਸੀਂ ਚਾਹੁੰਦੇ ਹਾਂ ਦੋ ਗੱਲਾਂ। ਇੱਕ ਗੱਲ ਤਾਂ ਇਹ ਵੀ ਸਾਡੀਆਂ ਜਿਹੜੀਆਂ ਜਥੇਬੰਦੀਆਂ ਯੂਨੀਅਨਾਂ ਨੇ, ਇਹ ਇਕੱਠੀਆਂ ਹੋ ਕੇ ਰਾਜ ਸਰਕਾਰ ਤੇ ਕੇਂਦਰ ਸਰਕਾਰ ਨਾਲ ਜੁੜੇ ਜਿਹੜੇ ਮਸਲੇ ਨੇ ਇਹਨਾਂ ਨੂੰ ਜ਼ੋਰ ਨਾਲ ਹਟਾਉਣ, ਨੰਬਰ 1। ਨੰਬਰ 2, ਕਿਸਾਨੀ ਦਾ ਇੱਕ ਜੱਕ ਬਣਨ, ਤਾਕਤ ਜਿਹੜੀ ਮਤਲਬ ਕਿ ਨਾਅਰੇ ਮਾਰਦੀ ਹੋਈ ਸੜਕਾਂ 'ਤੇ ਨਿਕਲੇ, ਸਰਕਾਰਾਂ 'ਤੇ ਦਬਾਅ ਪਵੇ। ਇਹ ਕਰੇ ਤੋਂ ਬਗੈਰ ਸਾਨੂੰ ਲੱਗਦਾ ਕਿ ਸੰਕਟ 'ਚੋਂ ਕੱਢਣਾ ਕਿਸਾਨੀ ਨੂੰ ਔਖਾ ਹੈ। ਕਿਸਾਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲਣ, ਬੇਰੁਜ਼ਗਾਰੀ ਭੱਤੇ ਮਿਲਣ, ਇਲਾਜ ਕਿਸਾਨਾਂ ਦੇ ਮੁਫਤ ਹੋਣ, ਪੜ੍ਹਾਈ ਮੁਫਤ ਹੋਵੇ, ਪੈਨਸ਼ਨਾਂ ਲੱਗਣ ਬਜ਼ੁਰਗਾਂ ਨੂੰ 60-60 ਸਾਲ ਦਿਆਂ ਨੂੰ। ਇਹ ਆਰਥਿਕ ਤੌਰ 'ਤੇ ਸਰਕਾਰ ਨੂੰ ਇਹਦੇ 'ਚ ਆਉਣਾ ਚਾਹੀਦਾ। ਇਹ ਕਿਸਾਨੀ ਨੂੰ ਚੈਨ ਨਾਲ ਜਿਉਣ ਵਾਸਤੇ ਖੁਦਕਸ਼ੀਆਂ ਤੋਂ ਬਚਾਉਣ ਲਈ ਅਸੀਂ ਹੱਲ ਆਪਣੇ ਮੰਗ ਪੱਤਰਾਂ 'ਚ ਵੀ ਦਿੰਦੇ ਤੇ ਅੱਜ ਵੀ ਕਰ ਰਹੇ ਹਾਂ। ਜਾਣਕਾਰੀ ਦੇਣ ਲਈ ਡਾਕਟਰ ਸਾਹਿਬ ਧੰਨਵਾਦ। ਸ਼ੁਕਰੀਆ ਜੀ, ਬਹੁਤ ਬਹੁਤ। ਇਹ ਸਨ ਡਾਕਟਰ ਦਰਸ਼ਨਪਾਲ, ਜਿਨ੍ਹਾਂ ਨੇ ਕਿਸਾਨੀ ਦੇ ਵੱਖੋ ਵੱਖਰੇ ਮੁੱਦਿਆਂ ਦੇ ਸਾਨੂੰ ਜਾਣਕਾਰੀ ਦਿੱਤੀ ਤੇ ਸਾਰੇ ਕਿਸਾਨ ਵੀਰਾਂ ਨੂੰ ਇਕੱਠੇ ਹੋ ਕੇ ਸਰਕਾਰ ਖਿਲਾਫ ਲੜਨ ਬਾਰੇ ਕਿਹਾ ਕਿ ਕਿ ਅਸੀਂ ਆਪਣੇ ਹੱਕ ਲੈ ਸਕੀਏ। ਕੈਮਰਾਮੈਨ ਗੁਰਵੀਰ ਨਾਲ ਮੈਂ ਸੁਖਵੀਰ ਭੰਗੂ, ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।